ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਹਾਡੇ ਕੋਲ ਸਾਰਿਆਂ ਕੋਲ ਹੁਕਮਨਾਮਾ ਹੋਏਗਾ, ਤੁਹਾਡੇ ਸਾਰਿਆਂ ਕੋਲ ਹੈ? ਯੈਸ ਕਿ ਨੋ? ਹਾਂਜੀ ਹਾਂਜੀ ਅੱਛਾ ਗੁਰਦੀਪ ਜੀ, ਤੁਹਾਡੇ ਕੋਲ ਹੁਕਮਨਾਮਾ ਹੈ ਤੇ ਦੱਸ ਸਕਦੇ ਹੋ ਕਿਹੜੇ ਰਾਗ ਦਾ ਤੇ ਕਿਹੜੇ ਗੁਰੂ ਸਾਹਿਬ ਦਾ? ਜੀ ਰਾਗ ਸੁਹੀ, ਗੁਰੂ ਅਰਜਨ ਜੀ, ਗੁਰੂ ਅਰਜਨ ਦੇਵ ਜੀ ਦਾ। ਕਿੰਨੇ ਰਾਗ ਨੇ ਗੁਰੂ ਗ੍ਰੰਥ ਸਾਹਿਬ ਵਿੱਚ? 31 ਰਾਗ ਹੈ ਜੀ। ਟੋਟਲ ਰਾਗ ਤੇ ਰਾਗਾਂ ਦੀ ਵੇਰੀਏਸ਼ਨ ਪਾ ਕੇ ਕਿੰਨਾ ਟੋਟਲ ਹੈ? ਜਿਹੜਾ ਦੱਸਣਾ ਚਾਹੇ ਹੱਥ ਇੰਜ ਕਰਦੇ ਤੇ ਬੜਾ ਅੱਛਾ। ਪਰਮਜੀਤ? ਹਾਂ 62 ਹੋ ਗਏ। 62 is fine। ਕਿਸ ਤਰ੍ਹਾਂ ਬੰਦੇ ਨੇ ਨਵਤੇਜ 62? 31 ਰਾਗ ਨੇ ਤੇ ਫਿਰ ਮੈਨੂੰ ਲੱਗਦਾ ਜਿਹੜੇ ਵੇਰੀਏਸ਼ਨਸ ਆਉਂਦੇ ਨੇ ਉਹ 25 ਵੇਰੀਏਸ਼ਨ ਆਉਂਦੇ ਮੇਰੇ ਖਿਆਲ। ਹਾਂਜੀ ਤੇ ਰਾਗਨੀਆਂ 6 ਨੇ। So I think that gives 62। ਕਰੈਕਟ ਕਰ ਲਓ, ਵਰਡ ਰਾਗਣੀ ਵਰਡ ਨਹੀਂ ਹੈਗਾ ਗੁਰੂ ਗ੍ਰੰਥ ਸਾਹਿਬ ਵਿੱਚ। 31 ਰਾਗ ਚੈਪਟਰ ਨੇ, 6 ਐਡੀਸ਼ਨਲ ਰਾਗ ਨੇ ਵਿਦਿਨ ਦੋਜ਼ ਰਾਗ ਚੈਪਟਰਸ। ਜਿਸ ਤਰ੍ਹਾਂ ਆਸਾ ਦੇ ਵਿੱਚ ਆਸਾ ਵਰੀ ਦਾ ਰਾਗ ਹੈ ਤੇ 25 ਵੇਰੀਏਸ਼ਨ ਨੇ। ਜਿਸ ਤਰ੍ਹਾਂ ਤੁਸੀਂ ਰਾਗ ਗੌੜੀ ਦਾ ਕਿੰਨੀਆਂ ਐਗਜ਼ਾਮਪਲਾਂ ਦੇ ਸਕਦੇ ਹੋ। ਤੇ ਇਹ ਟੋਟਲ ਮਿਲਾ ਕੇ ਵਿਦ ਆਲ ਦਿਸ ਵੇਰੀਏਸ਼ਨ ਦੇयर ਆਰ 62। ਹਾਂਜੀ, ਗੁਰੂ ਅਰਜਨ ਦੇਵ ਜੀ ਦੇ ਬਾਰੇ ਮੈਂ ਚਾਹਾਂਗਾ ਕਿ ਤੁਹਾਨੂੰ ਅੱਜ ਇੰਨੀ ਸਾਡੀ ਡਿਸਕਸ਼ਨ ਹੋ ਜਾਏ, ਔਰ ਡਿਸਕਸ਼ਨ 15-20 ਮਿੰਟ ਹੋਏਗੀ, ਕਿ ਤੁਹਾਨੂੰ ਸਭ ਕੁਝ ਗੁਰੂ ਅਰਜਨ ਦੇ ਬਾਰੇ ਪਤਾ ਹੋਵੇ। ਮੈਂ ਇੱਕ ਤੁਕ ਪੜ੍ਹਦਾ ਤੇ ਤੁਸੀਂ ਮੈਨੂੰ ਦੱਸਣਾ, ਜਿਹੜਾ ਵੀ ਦੱਸ ਸਕਦਾ ਬਈ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਕਿ ਨਹੀਂ ਹੈ। ਜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਤੇ ਕਿੱਥੇ ਹੈ? ਕਿਉਂਕਿ ਜਿਸ ਤਰ੍ਹਾਂ ਹੁਣ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਵਸ ਆਇਆ ਤੇ ਮਿੱਟੀ ਧੁੰਦ ਜਗ ਚਾਨਣ ਹੋਇਆ, ਇਹ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਹੈ, ਭਾਈ ਗੁਰਦਾਸ ਦੀ ਬਾਣੀ ਹੈ। ਇਸ ਤਰ੍ਹਾਂ ਹੀ ਜਿਹੜੀ ਤੁਕ ਹੁਣ ਮੈਂ ਪੜਾਂਗਾ, ਸੋ ਸਿਰਫ ਤੁਸੀਂ ਮੈਨੂੰ ਇਹ ਜਵਾਬ ਦੇਣਾ ਹੈ ਬਈ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਜਾਂ ਨਹੀਂ ਹੈ, ਤੇ ਜੇ ਨਹੀਂ ਹੈ ਤੇ ਫਿਰ ਕਿਹਦੀ ਹੈ, ਜੇ ਹੈ ਤੇ ਕਿਹਦੀ ਹੈ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਹਾਂਜੀ ਵਜ਼ੀਰ ਜੀ। ਹੈ ਪੱਟਾਂ ਦੇ ਸੋਈਏ ਚ। ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਕਿਹਦੀ ਬਾਣੀ ਹੈ? ਇਹ ਸੋਈਏ ਹੈ। ਹਾਂਜੀ, ਪੱਟਾਂ ਦੇ ਸੋਈਏ ਚ। ਕੋਈ ਉਸ ਭੱਟ ਦਾ ਨਾਮ ਦੱਸ ਸਕਦਾ? ਆਈ ਨੋ ਇਟ ਇਜ਼ ਸਲਾਈਟਲੀ ਡਿਫਿਕਲਟ, ਪਰ ਜੋ ਤੁਸੀਂ ਹੁਣ ਤੱਕ ਜਵਾਬ ਦਿੱਤਾ ਉਹ ਠੀਕ ਹੈ। ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਭੱਟ ਸੋਈਆਂ ਵਿੱਚ ਹੈ। ਉਸ ਭੱਟ ਦਾ ਨਾਮ ਐਮ ਤੋਂ ਸ਼ੁਰੂ ਹੁੰਦਾ। ਮਧੁਰਾ। ਮਥੁਰਾ। ਭੱਟ ਮਥੁਰਾ ਦਾ ਹੈ ਔਰ ਪੇਜ 1409 ਤੇ ਹੈ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਹੀਂ ਆਇਓ। Whosoever meditates on Guru Arjan Dev Ji shall not have to pass through the painful womb of reincarnation ever again। ਇੱਕ ਚੀਜ਼ ਤੁਸੀਂ ਕਈ ਵਾਰੀ ਸਾਨੂੰ ਹਰ ਚੀਜ਼ ਪਤਾ ਹੁੰਦੀ ਹੈ, ਅਸੀਂ ਸਾਰੀ ਚੀਜ਼ ਪੜ੍ਹੀ ਹੁੰਦੀ ਹੈ, ਪਰ ਅਸੀਂ ਉਹਨੂੰ ਰਿਲੇਟ ਨਹੀਂ ਕਰ ਸਕਦੇ। ਮੇਰੇ ਆਪਣੇ ਖਿਆਲ ਦੇ ਮੁਤਾਬਕ, ਕਰੈਕਟ ਮੀ ਇਫ ਆਈ ਐਮ ਰੋਂਗ, ਗੁਰੂ ਅਰਜਨ ਤੇ ਗੁਰੂ ਰਾਮਦਾਸ ਦੋ ਹੀ ਗੁਰੂ ਨੇ ਜਿਹੜੇ ਬਾਪ ਤੇ ਬੇਟੇ ਨੇ, ਔਰ ਜਿਨ੍ਹਾਂ ਦੋਨਾਂ ਨੇ ਹਿਮਸ ਲਿਖੀਆਂ, ਔਰ ਦੋਨਾਂ ਦੀਆਂ ਹਿਮਸ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਨੇ। ਐਮ ਆਈ ਰਾਈਟ? ਠੀਕ ਹੈ, ਕਿਉਂਕਿ ਬਾਪ ਬੇਟੇ ਤੇ ਹੋਰ ਵੀ ਹੈ ਨੇ, ਪਰ ਉਹਨਾਂ ਦੀਆਂ ਦੋਨਾਂ ਦੀਆਂ ਹਿਮਸ। ਹੋਰ ਪਰਮਜੀਤ ਕਿਹੜੇ ਨੇ ਬਾਪ ਬੇਟੇ ਗੁਰੂ ਸਾਹਿਬ ਵਿੱਚ? ਗੁਰੂ ਤੇਗ ਬਹਾਦਰ ਜੀ ਤੇ ਗੁਰੂ ਗੋਬਿੰਦ ਸਿੰਘ ਜੀ। ਤੇ ਕਿਹੜੇ ਗੁਰੂ ਸਾਹਿਬ ਦੀ ਬਾਣੀ ਹੈ? ਗੁਰੂ ਤੇਗ ਬਹਾਦਰ ਜੀ ਦੀ। ਹੋਰ ਕਿਹੜੇ ਨੇ ਬਾਪ ਬੇਟੇ, ਜਾਂ ਬਾਪ ਬੇਟੇ ਜਾਂ ਬਾਪ ਗ੍ਰੈਂਡ ਬੇਟੇ? ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਤੇਗ ਬਹਾਦਰ ਜੀ। ਪਿੱਛੋਂ ਕਿਹਦੀ ਬਾਣੀ ਹੈ? ਗੁਰੂ ਤੇਗ ਬਹਾਦਰ ਜੀ। ਸੋ ਉੱਥੇ ਤੁਸੀਂ ਕਪਲ ਕਰ ਸਕਦੇ ਹੋ, ਪਰ ਜਿਸ ਵੇਲੇ ਬਾਪ ਬੇਟੇ ਦੋਨਾਂ ਦੀ ਬਾਣੀ ਹੈ ਉਹ ਗੁਰੂ ਰਾਮਦਾਸ ਤੇ ਗੁਰੂ ਅਰਜਨ ਹੈ। ਹੁਣ ਇੱਥੇ ਜਦੋਂ ਤੁਸੀਂ, ਵਾਈ ਆਈ ਐਮ ਟ੍ਰਾਈਂਗ ਟੂ ਸੇ ਗਿਵ ਯੂ ਦਿਸ ਪੁਆਇੰਟ, ਕਿ ਗੁਰੂ ਰਾਮਦਾਸ ਜੀ ਕੋਲੋਂ ਹੀ, ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਕੋਲੋਂ ਹੀ ਸਾਰੀ ਸਿੱਖਿਆ ਗੁਰੂ ਅਰਜਨ ਨੂੰ ਮਿਲੀ ਆ। ਔਰ ਇੱਥੇ ਜਦੋਂ ਅਸੀਂ ਦੇਖਦੇ ਹਾਂ ਕਿ ਗੁਰੂ ਰਾਮਦਾਸ ਜੀ ਦੇ ਕਿੰਨੀ ਕੰਪੋਜੀਸ਼ਨ ਹੈ ਕਲਾਸ ਜੀ ਗੁਰੂ ਰਾਮਦਾਸ ਜੀ ਦੀ ਗੁਰੂ ਗ੍ਰੰਥ ਸਾਹਿਬ ਵਿੱਚ? ਗੁਰੂ
Guru Ramdas Ji ਦੀ 679 compositions 679 और गुरु अर्जन देव जी की अपनी 2218 2218 और गुरु पीरियड भी देखो ना अगर ਤੁਸੀਂ ਖਾਲੀ ਕੰਪੋਜੀਸ਼ਨਾਂ ਮਿਲਾਓਗੇ ਤੇ ਤੁਸੀਂ ਕਹਿ ਆਈ ਐਮ ਨਾਟ ਕੰਪੇਅਰਿੰਗ ਅਸੀਂ ਪੜ ਰਹੇ ਹਾਂ ਸਿਰਫ ਕਿ ਫਾਦਰ ਦੀ ਕੰਪੋਜੀਸ਼ਨ 679 ਨੇ ਬੇਟੇ ਦੀ ਕੰਪੋਜੀਸ਼ਨ 2218 ਹੈ ਪਰ ਉਹਦੇ ਨਾਲ ਤੁਸੀਂ ਵੀ ਦੇਖੋ ਕਿ ਫਾਦਰ ਦਾ ਗੁਰੂ ਪੀਰੀਅਡ ਸਿਰਫ 7 ਸਾਲ ਹੈ ਗੁਰੂ ਰਾਮਦਾਸ ਜੀ ਗੁਰੂ ਓਨਲੀ ਫॉर 7 ਇਅਰਸ Guru Ramdas Ji ਦਾ 7 ਸਾਲ ਹੈ ਤੇ ਗੁਰੂ ਅਰਜਨ ਦਾ 7 years ਹਾਂਜੀ and Guru Arjan Dev Ji was for 25 years 25 years ਹੈ ਸੋ ਅੱਜ ਅਸੀਂ ਗੁਰੂ ਅਰਜਨ ਦੇਵ ਜੀ ਦੇ ਬਾਰੇ ਹੀ ਡਿਸਕਸ ਕਰਨਾ ਉਹਨਾਂ ਦਾ ਗੁਰੂ ਪੀਰੀਅਡ ਭਾਵੇਂ ਬਹੁਤ ਜ਼ਿਆਦਾ ਹੈ ਪਰ ਤੁਸੀਂ ਦੇਖੋਗੇ ਕਿ ਕੁਝ ਅਰਸਾ ਉਹਨਾਂ ਦੇ ਜੀਵਨ ਦੇ ਵਿੱਚ ਬਹੁਤ ਹੀ ਤਕਲੀਫਾਂ ਆਈਆਂ ਉਹਦੇ ਬਾਰੇ ਅਸੀਂ ਅੱਜ ਡਿਸਕਸ ਕਰਾਂਗੇ ਔਰ ਇੱਕ ਮੈਂ ਅੱਜ ਤੁਹਾਡੇ ਕੋਲੋਂ ਨਿਰਣੇ ਲੈਣਾ ਤੁਹਾਡੇ ਕੋਲੋਂ ਇਹ ਫਾਈਨਲ ਰਾਏ ਲੈਣੀ ਹੈ ਕਿ ਅਗਰ ਗੁਰੂ ਅਰਜਨ ਦੇਵ ਜੀ ਨੂੰ ਅਰੈਸਟ ਕਰਕੇ ਟੌਰਚਰ ਕੀਤਾ ਗਿਆ ਤਾਂ ਉਹਦਾ ਮੇਨ ਫੰਡਾਮੈਂਟਲ ਰੀਜ਼ਨ ਕੀ ਸੀ ਡਿਸਕਸ਼ਨ ਕਰਨ ਤੋਂ ਬਾਅਦ ਸੋ ਨਾਰਮਲੀ ਐਜ਼ ਵੀ ਸਟਾਰਟ ਵਿਦ ਪਰਮਜੀਤ ਵਿਲ ਸਟਾਰਟ ਵਿਦ ਹਰ ਗੁਰੂ ਅਰਜਨ ਦੇਵ ਜੀ ਦਾ ਬੇਟੇ ਬਰਥ ਪਲੇਸ ਦੱਸੋ Guru Arjan Dev Ji ਦਾ ਬੇਟਾ ਕਿਹੜੀ ਜਗ੍ਹਾ ਹੀ ਵਾਸ ਬੋਰਨ ਵਡਾਲੀ Birthplace. ਹਾਂਜੀ ਗੁਰੂ ਅਰਜਨ ਦੇਵ ਜੀ ਦੇ ਸੰਨ ਦਾ ਵਡਾਲੀ ਗੁਰੂ ਅਰਜਨ ਦੇਵ ਜੀ ਵਾਸ ਬੋਰਨ ਵੇਅਰ Guru Arjan Dev Ji was born in Govindwal. ਗੋਇੰਦਵਾਲ Yeah. Goindwal, can you name the Guru who established Goindwal? Guru Amardas Ji. Guru Amardas ji ਦਾ ਤੇ ਗੁਰੂ ਅਰਜਨ ਦੇਵ ਜੀ ਦਾ ਰਿਲੇਸ਼ਨਸ਼ਿਪ ਕੀ ਹੈ? Guru Amardas Ji ਉਹਦਾ ਨਾਨਾ ਜੀ ਸੀਗੇ. Okay, so ਦੋ ਚੀਜ਼ਾਂ ਹੋ ਗਈਆਂ ਕਲੀਅਰ ਕਿ ਗੁਰੂ ਅਰਜਨ ਦੇਵ ਜੀ was born in Goindwal. Goindwal was established by Guru Amardas and Guru Amardas ji is Nana of Guru Arjan Dev ji. Very good. Gurdeep, ਹਾਂਜੀ birthplace of Guru Nanak, ਤਲਵੰਡੀ ਸਾਬੋ birthplace of Guru Angad, that will be Mata Ki Sarai, Guru Amardas, Basar ke, Guru Ramdas, that will be Lahore, Guru Gobind Singh ji. Patna Sahib, Okay. Wazir ji, ਹਾਂਜੀ parents of Guru Arjan Dev ji. ਚੌਥਾ ਗੁਰੂ ਤੇ ਬੀਬੀ ਭਾਨੀ Okay. ਬੀਬੀ ਭਾਣੀ ਕਿਹਨਾਂ ਦੀ ਬੇਟੀ ਹੈ? ਤੀਜੇ ਗੁਰੂ ਦੀ ਗੁਰੂ ਰਾਮਦਾਸ ਦੀ ਗੁਰੂ ਅਮਰਦਾਸ ਜੀ ਦੀ। ਮਹਿੰਦਰ ਗੁਰੂ ਰਾਮਦਾਸ ਜੀ ਦੀ ਵਾਈਫ ਹੈ ਮਾਤਾ ਪਾਣੀ। ਗੁਰੂ ਰਾਮਦਾਸ ਜੀ ਦੀ ਗੁਰੂ ਅਰਜਨ ਦੇਵ ਜੀ ਦੀ ਵਾਈਫ ਦਾ ਨਾਮ ਦੱਸੋ। Mata Ganga, ਅੱਛਾ, ਇੱਕ ਚੀਜ਼ ਜਿਹੜੀ ਤੁਹਾਨੂੰ ਨਹੀਂ ਪਤਾ ਸ਼ਾਇਦ ਉਹ ਕਲਾਸ 'ਚ ਕਦੇ ਡਿਸਕਸ ਨਹੀਂ ਹੋਈ ਪਰ ਜਦੋਂ ਤੁਸੀਂ ਹੋਰ ਹਿਸਟਰੀ ਦੇ ਪੇਜ ਦੇਖਦੇ ਹੋ ਉਹ ਕਹਿੰਦੇ ਨੇ ਕਿ ਗੁਰੂ ਅਰਜਨ ਦੇਵ ਜੀ ਦੀਆਂ ਵੀ ਦੋ ਵਾਈਫ ਸਨ। ਹਾਂਜੀ ਇੱਕ ਉਹਨਾਂ ਦੀ ਮੈਰਿਜ ਉਹਨਾਂ ਦੇ ਗੁਰੂ ਅਮਰਦਾਸ ਜੀ ਨੇ ਕਰਾਈ ਸੀ, ਉਦੋਂ ਬਹੁਤ ਛੋਟੇ ਸਨ ਉਹ, ਔਰ ਉਸ ਬੀਬੀ ਦੀ ਡੈਥ ਹੋ ਗਈ ਸੀ, ਉਹਦਾ ਨਾਮ ਰਾਮ ਦੇਵੀ ਸੀ। ਔਰ ਉਸ ਡੈਥ ਤੋਂ ਕਾਫੀ ਦੇਰ ਬਾਅਦ ਫਿਰ ਉਹਨਾਂ ਦੀ ਮਾਤਾ ਗੰਗਾ ਦੇ ਨਾਲ ਸ਼ਾਦੀ ਹੋਈ ਸੀ। ਡਾਕਟਰ ਜਿਹੜਾ ਤੁਸੀਂ ਇਹ ਕਹਿ ਰਹੇ ਪਰ ਕਿਸੇ ਬੁੱਕ ਚ ਹੈ ਜੀ? ਹਾਂਜੀ ਹਾਂਜੀ, ਮੈਂ ਬੁੱਕ ਦਾ ਰੈਫਰੈਂਸ ਦੇ ਦਿਆਂਗਾ, ਕਈ ਕਿਤਾਬਾਂ 'ਚ ਹੈ, ਮਤਲਬ ਲੋਕੇ ਥੋੜੀ ਦੇਰ ਰਹੀ ਹੈ ਔਰ ਇਤਨੀ ਇੰਪੋਰਟੈਂਟ ਨਹੀਂ ਸੀ, ਇਸ ਕਰਕੇ ਬਹੁਤੇ ਸਿੱਖ ਇਤਿਹਾਸਕਾਰਾਂ ਨੇ ਸਿਰਫ ਮਾਤਾ ਗੰਗਾ ਦਾ ਹੀ ਨਾਂ ਦਿੱਤਾ। ਓਕੇ, ਸਟਿਲ ਐਟ ਮਹਿੰਦਰ, ਗੁਰੂ ਨਾਨਕ ਸਾਹਿਬ ਜੀ ਦੀ ਵਾਈਫ ਦਾ ਨਾਮ ਦੱਸੋ। ਮਾਤਾ ਸੁਲੱਖਣੀ ਜੀ। ਗੁਰੂ ਅੰਗਦ ਦੇਵ ਜੀ ਦੀ। ਗੁਰੂ ਅੰਗਦ ਦੇਵ ਜੀ ਦੀ ਮਨਸਾ ਦੇਵੀ ਜੀ। ਨਾ ਨਾ ਨਹੀਂ, ਮਾਤਾ ਖੀਵੀ Mata Khivi ji, ਸੌਰੀ ਮਾਤਾ ਖੀਵੀ। ਗੁਰੂ ਅਮਰਦਾਸ, ਹੁਣੇ ਬੋਲੇ ਹੋ ਤੁਸੀਂ। ਮਾਤਾ Mansa Devi, ਮਾਤਾ ਮਨਸਾ ਦੇਵੀ ਤੇ ਗੁਰੂ ਰਾਮਦਾਸ ਜੀ ਦੇ ਵਜ਼ੀਰ ਜੀ 10 ਬੇਟੇ ਨੇ ਮਾਤਾ ਪਾਣੀ।
ਗੁਰੂ ਰਾਮਦਾਸ ਜੀ ਦੀ ਸ਼ਾਦੀ ਹੋਈ ਜਿਸ ਵੇਲੇ ਉਹ 19 ਸਾਲ ਦੇ ਸਨ। ਬਾਕੀ ਗੁਰੂ ਸਾਹਿਬ ਵੀ ਕਾਫੀ ਛੋਟੇ ਸਨ ਜਦੋਂ ਉਹਨਾਂ ਦੀ ਮੈਰਿਜ ਹੋਈ ਹੈ। ਗੁਰੂ ਨਾਨਕ ਸਾਹਿਬ ਦੀ ਮੈਰਿਜ ਸੀ 18 ਇਅਰਸ ਸੀ ਵਾਸ 올ਡ। ਗੁਰੂ ਅੰਗਦ ਦੇਵ ਜੀ 15 ਸਾਲ ਦੇ ਸਨ। ਗੁਰੂ ਅਮਰਦਾਸ ਜੀ ਥੋੜੇ ਵੱਡੇ ਸਨ 23 ਉਸ ਜ਼ਮਾਨੇ ਦੇ ਮੁਤਾਬਕ, ਤੇ ਗੁਰੂ ਰਾਮਦਾਸ ਜੀ ਵਾਸ 19। ਨਵਤੇਜ, ਗੁਰੂ ਅਰਜਨ ਦੇਵ ਜੀ ਦੇ ਕਿੰਨੇ ਬੱਚੇ ਨੇ? ਇੱਕੋ ਹੀ। ਨੇਮ? ਗੁਰੂ ਹਰਗੋਬਿੰਦ। ਕੋਈ ਤੁਹਾਨੂੰ ਆਈਡੀਆ ਹੈ ਕਿ ਇਸ ਕਰਕੇ ਮੈਂ ਪੁੱਛ ਰਿਹਾ, ਵੈਸੇ ਰੈਲੇਵੈਂਟ ਨਹੀਂ ਹੈ ਕਿ ਇਹ ਚੂੰਕਿ ਥੋੜਾ ਜਿਹਾ ਇਤਿਹਾਸ ਵਿੱਚ ਇਹਦਾ ਵਰਣਨ ਆਉਂਦਾ, ਮੈਰਿਜ ਤੋਂ ਕਿੰਨੇ ਕੁ ਸਾਲਾਂ ਬਾਅਦ ਹੋਇਆ ਬੱਚਾ? ਕਾਫੀ ਸਾਲ, ਐਗਜ਼ੈਕਟ ਟਾਈਮ ਤਾਂ ਮੈਨੂੰ ਪਤਾ ਨਹੀਂ, ਪਰ ਮੈਨੂੰ ਲੱਗਦਾ ਐਟਲੀਸਟ ਪਤਾ ਨਹੀਂ 20 ਸਾਲ ਤਾਂ ਹੋਣਾ ਹੀ ਆ, ਆਈ ਗੈਸ। ਪਰਮਜੀਤ, ਕੋਈ ਐਨੀਵਨ? ਇਹ ਸੈਕਿੰਡ ਵਾਈਫ ਤੋਂ ਹੈ। 16 ਪਰਮਜੀਤ ਇਜ਼ ਰਾਈਟ, 16 years ਆਫਟਰ ਮੈਰਿਜ ਹੋਈ ਹੈ, ਜਦੋਂ ਗੁਰੂ ਸਾਹਿਬ 32 ਸਾਲਾਂ ਦੇ ਸਨ। ਜਿਹੜਾ ਇਹ ਗੁਰੂ ਅਰਜਨ ਹੈ ਇਹ ਸੈਕਿੰਡ ਵਾਈਫ ਤੋਂ ਹੈ। ਹਾਂਜੀ ਹੁਣ ਜਿਹੜੀ ਪਹਿਲੀ ਵਾਈਫ ਦੀ ਡੈਥ ਹੋ ਗਈ, ਹਾਂਜੀ, ਸੈਕਿੰਡ ਵਾਈਫ ਨਾਲ ਜਦੋਂ ਉਹਦੇ ਵਿੱਚੋਂ ਗੁਰੂ ਹਰਗੋਬਿੰਦ ਹੈ। ਹਾਂ It was born about 3 years after marriage. ਗੁਰੂ ਹਰਗੋਬਿੰਦ ਸਾਹਿਬ ਮਾਤਾ ਗੰਗਾ ਦੇ ਬੱਚੇ ਨੇ, ਤੇ ਪਹਿਲੀ ਵਾਈਫ ਵਿੱਚੋਂ ਤੇ ਉਹਨਾਂ ਦਾ ਕੋਈ ਬੱਚਾ ਨਹੀਂ ਹੈਗਾ। ਕੈਲਾਸ਼ ਜੀ, ਤੁਸੀਂ ਦੱਸ ਸਕਦੇ ਹੋ ਕਿ ਗੁਰੂ ਅਰਜਨ ਦੇਵ ਜੀ ਕਿੰਨੀ ਏਜ ਵਿੱਚ ਗੁਰੂ ਬਣੇ? Guru Arjan Dev Ji was 18 when he became a guru. ਕਿਹੜੀ ਜਗ੍ਹਾ ਉਹਨਾਂ ਨੂੰ ਗੁਰੂ ਥਾਪਿਆ ਗਿਆ? ਕਿਹੜੀ ਜਗ੍ਹਾ ਉਹ ਅਨਾਇੰਟਮੈਂਟ ਹੋਈ ਉਹਨਾਂ ਦੀ ਗੁਰੂਸ਼ਿਪ? Goindwal. ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਗੁਰੂ ਰਾਮਦਾਸ ਜੀ ਨੇ 5 ਪੈਸੇ ਜਿਹਾ ਕੋਕੋਨਟ ਰੱਖਦੇ ਨੇ, ਔਰ ਬਾਬਾ ਬੁੱਢਾ ਸਨ ਉੱਥੇ ਜਿਨ੍ਹਾਂ ਨੇ ਉਹਨਾਂ ਨੂੰ ਉਸ ਵੇਲੇ ਜੋ ਕੁਛ ਤਿਲਕ ਲਗਾਉਂਦੇ ਸਨ ਲਗਾਇਆ। ਭਾਵੇਂ ਅੱਜ ਕੱਲ੍ਹ ਇਤਰਾਜ਼ ਕੀਤਾ ਜਾਂਦਾ ਹੈ ਕਿ ਤਿਲਕ ਜਿਹੜਾ ਹੈ ਉਹ ਸਿੱਖ ਟ੍ਰੈਡੀਸ਼ਨ ਨਹੀਂ ਹੈ, ਪਰ ਜੋ ਇਤਿਹਾਸ ਵਿੱਚ ਆਉਂਦਾ ਸੀ ਤੇ ਵੀ ਪੜ੍ਹਨਾ ਹੈ, ਕਿਉਂਕਿ ਨਾ ਤੇ ਗੁਰੂ ਸਾਹਿਬ ਇੱਥੇ ਨੇ ਤੇ ਨਾ ਬਾਬਾ ਬੁੱਢਾ ਇੱਥੇ ਨੇ। ਗੋਇੰਦਵਾਲ ਸਾਹਿਬ, बबली तो जवाब देंगी? Are you ready? तो अगर बबली नहीं दे सकेगी तो परमजीत, then you take over for this question. गुरु रामदास जी, गुरु अर्जन देव जी से कहते हो was anointed as guru in गोइंदवाल। गोइंदवाल होर की कुछ होया? ਹੋਰ ਕੀ ਕੁਝ ਹੋਇਆ ਉੱਥੇ? ਗੁਰੂ कुछ होर कुछ दस सकते हो गोइंदवाल के बारे? Historical important events? Shall I say? दविंदर? ਗੁਰੂ ਰਾਮਦਾਸ ਜੀ ਗੋਇੰਦਵਾਲ ਰਹੇ, ਜੋਤੀ ਜੋਤ ਸਮਾਜ ਅਮਰਦਾਸ ਜੀ ਗੋਇੰਦਵਾਲ ਰਹੇ। ਬੀਬੀ ਭਾਨੀ ਤੇ ਵਿਆਹ ਹੋਇਆ ਸੀ ਉੱਥੇ। ਵਿਆਹ ਹੋਇਆ। ਵਿਆਹ ਹੋਇਆ ਸੀਗਾ ਬੀਬੀ ਭਾਨੀ। और सब तो इम्पोर्टेंट ठीक है whatever you are saying कि गुरु रामदास जी breathed his last in गोइंदवाल। ਪਰ ਮੇਰਾ ਖਿਆਲ ਡਾਕਟਰ ਜੀ ਉਹ ਗੁਰਦੁਆਰਾ ਦੀ ਕੋਈ ਇਹਨਾਂ ਨੇ ਜ਼ਿਆਦਾ ਉਹਨੂੰ ਐਡਰ ਨਹੀਂ ਕੀਤਾ, ਅਸੀਂ ਉਹ ਦੇਖਿਆ ਨਹੀਂ, ਅਸੀਂ ਗੁਰਦਾ ਗਏ ਉੱਥੇ ਪਰ ਉਹਨੂੰ ਦੇਖਿਆ ਨਹੀਂ ਗੁਰਦੁਆਰੇ। ਉਹ ਇਸ ਤਰ੍ਹਾਂ ਹੈਗਾ ਮਹਿੰਦਰ ਜੀ, ਅਸੀਂ ਵੀ ਸ਼ੁਰੂ ਜਾਂਦੇ ਸਾਂ, ਸਵੇਰੇ ਇਤਿਹਾਸ ਬਹੁਤਾ ਨਹੀਂ ਸੀ ਪਤਾ, ਤੇ ਜਿਹੜਾ ਮੇਨ ਗੁਰਦੁਆਰਾ ਦੇਖ ਕੇ ਤੇ ਆਪਣਾ ਬੋਲੀ ਸਾਹਿਬ ਇਸ਼ਨਾਨ ਕਰਕੇ ਵਾਪਸ ਆ ਜਾਈਦਾ ਸੀ। ਜਦੋਂ ਇਹ ਪਤਾ ਲੱਗਾ ਕਿ ਇੱਥੇ ਤੇ ਗੁਰੂ ਅਰਜਨ ਦੇਵ ਜੀ ਦਾ ਬਰਥ ਵੀ ਹੋਇਆ, ਸੋ ਫਿਰ ਅਸੀਂ ਉੱਥੋਂ ਭਾਈਆਂ ਨੂੰ ਪੁੱਛਿਆ ਸੀ। ਉਹ ਫਿਰ ਗੁਰਦੁਆਰੇ ਸਾਰੇ ਪਿਛਲੇ ਪਾਸੇ ਨੇ ਸਾਰੇ, ਤੇ ਉਹ ਮੇਰਾ ਖਿਆਲ ਅਗਰ ਤੁਸੀਂ ਉੱਥੋਂ ਪੁੱਛੋ ਸੇਵਾਦਾਰਾਂ ਨੂੰ ਜਾਂ ਪ੍ਰਬੰਧਕ ਕਮੇਟੀ ਨੂੰ ਕਿ ਇੱਥੇ ਅਗਰ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾਏ ਨੇ ਤੇ ਉਹਨਾਂ ਦਾ ਗੁਰਦੁਆਰਾ ਕਿੱਥੇ ਆ, ਤੇ ਜ਼ਰੂਰ ਦੱਸ ਦੇਣਗੇ, ਕਿਉਂਕਿ ਇਹ ਤੇ ਹਿਸਟੋਰੀਕਲ ਫੈਕਟ ਹੈ ਕਿ ਗੁਰੂ ਰਾਮਦਾਸ ਜੀ ਸਪੈਸ਼ਲੀ ਵੈਂਟ ਫਰਮ ਅੰਮ੍ਰਿਤਸਰ ਟੂ ਗੋਇੰਦਵਾਲ ਟੂ ਹੈਵ ਹਿਸ ਲਾਸਟ ਈਅਰ ਓਵਰ ਦੇਅਰ। ਥੋੜੀ ਦੇਰ ਹੀ ਰਹੇ ਨੇ, ਮੇਰੇ ਖਿਆਲ ਮਹੀਨਾ ਖੰਡ ਹੀ ਰਹੇ ਨੇ, ਐਂਡ ਹੀ ਅਨਾਇੰਟਡ ਹਿਸ ਸਨ ਗੁਰੂ ਅਰਜਨ ਦੇਵ ਜੀ, ਐਂਡ ਹੀ ਬ੍ਰੀਥਡ ਹਿਸ ਲਾਸਟ। 3 ਦਿਨਾਂ ਬਾਅਦ after anointing Guru Arjan as the Guru, ਉਹਦੇ 3 ਦਿਨਾਂ ਬਾਅਦ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾ ਗਏ ਨੇ। ਇੱਥੇ 2 ਗੁਰੂ ਜੋਤੀ ਜੋਤ ਸਮਾਏ ਗੋਇੰਦਵਾਲ। ਗੁਰੂ ਅਮਰਦਾਸ ਤੇ ਗੁਰੂ ਰਾਮਦਾਸ, 2 ਗੁਰੂ। ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਦੋਨੋਂ। ਹਾਂਜੀ। ਤੇ ਗੁਰੂ, ਹੁਣ ਤੁਸੀਂ ਇਹ ਪੁੱਛਿਆ ਹੀ ਹੈ ਦਵਿੰਦਰ ਜੀ, ਤੇ ਗੁਰੂ ਅਰਜਨ ਕਿੱਥੇ ਜੋਤੀ ਜੋਤ ਸਮਾਏ ਨੇ? ਲਾਹੌਰ ਵਿੱਚ। ਬਿਲਕੁਲ ਠੀਕ ਹੈ, ਵੈਰੀ ਗੁੱਡ। ਕਿਹੜੇ ਕੋਈ ਈਅਰ ਯਾਦ ਆ ਤੁਹਾਨੂੰ ਗੁਰੂ ਅਰਜਨ ਦੇਵ ਜੀ ਕਿਹੜੇ ਸੰਨ ਜੋਤੀ ਜੋਤ ਸਮਾਏ? 1606।
ਦਵਿੰਦਰ 1606 Sorry ਜੀ। ਹਾਂਜੀ 1606 ਕਿੰਨੀ ਏਜ ਸੀ ਉਹਨਾਂ ਦੀ? ਉਹਨਾਂ ਦੀ ਸੀਗੀ ਹੈਗੀ 43 ਓਕੇ, ਤੁਸੀਂ ਕਿਹਾ ਕਿ 43 ਉਹਨਾਂ ਦੀ ਏਜ ਸੀ। ਨੋ ਕਮਿੰਗ ਬੈਕ ਟੂ ਪਰਮਜੀਤ, 40s ਦੇ ਵਿੱਚ ਉਹਨਾਂ ਨੇ ਡੇਟ ਦੱਸੀ ਕਿ ਗੁਰੂ ਸਾਹਿਬ ਦੀ ਕਿ ਗੁਰੂ ਅਰਜਨ ਦੇਵ ਜੀ 43 ਸਨ। ਮੈਂ ਤੁਹਾਨੂੰ ਏਜ ਕਹਿਣਾ ਤੇ ਤੁਸੀਂ ਮੈਨੂੰ ਦੱਸਣਾ ਕਿਹੜੇ ਗੁਰੂ ਦੀ ਸੀ। 42, ਗੁਰੂ ਗੋਬਿੰਦ ਸਿੰਘ ਜੀ, ਗੁਰੂ ਗੋਬਿੰਦ ਸਿੰਘ ਜੀ 47, 47 ਗੁਰੂ ਰਾਮਦਾਸ ਜੀ, 48, ਗੁਰੂ ਅੰਗਦ ਦੇਵ ਜੀ, 49। ਗੁਰੂ ਹਰਗੋਬਿੰਦ ਸਾਹਿਬ ਜੀ। ਵੈਰੀ ਗੁੱਡ। ਸੋ ਇਹ 4-5 ਗੁਰੂ ਨੇ ਜਿਹਨਾਂ ਦੇ ਤੁਸੀਂ ਕਹਿ ਸਕਦੇ ਹੋ ਕਿ ਇਹ 40s ਵਿੱਚ ਸਨ। ਦਵਿੰਦਰ ਨੇ ਦੱਸਿਆ ਕਿ ਇਹ ਜੋਤੀ ਜੋਤ ਸਮਾਏ ਨੇ ਲਾਹੌਰ 'ਚ। ਇਹ ਹੁਣੇ ਅਸੀਂ ਬਹੁਤ ਡਿਟੇਲ ਡਿਸਕਸ ਕਰਾਂਗੇ ਇਨ ਮਿੰਟ। ਗੁਰੂ ਨਾਨਕ ਸਾਹਿਬ ਗੁਰਦੀਪ ਕਿੱਥੇ ਜੋਤੀ ਜੋਤ ਸਮਾਏ ਨੇ? ਜੀ ਕਰਤਾਰਪੁਰ। ਵਜ਼ੀਰ ਜੀ ਗੁਰੂ ਅੰਗਦ ਕਿੱਥੇ ਜੋਤੀ ਜੋਤ ਸਮਾਏ ਨੇ? ਗੁਰੂ ਅੰਗਦ ਖਡੂਰ ਠੀਕ ਹੈ, ਬੋਲੋ ਬੋਲੋ। ਖਡੂਰ ਖਡੂਰ ਸਾਹਿਬ। ਗੁਰੂ ਅਮਰਦਾਸ ਹੁਣੇ ਮਿੰਦਰ ਕਿਹਾ ਕਿੱਥੇ ਜੋਤੀ ਜੋਤ ਸਮਾਏ ਨੇ? ਗੋਬਿੰਦਵਾਲ ਗੋਇੰਦ ਨਵਤੇਜ ਗੁਰੂ ਰਾਮਦਾਸ ਕਿੱਥੇ ਜੋਤੀ ਜੋਤ ਸਮਾਏ ਨੇ? ਗੋਇੰਦਵਾਲ ਹਾਂਜੀ ਗੋਇੰਦਵਾਲ ਗੋਇੰਦਵਾਲ। ਗੁਰੂ ਅਰਜਨ ਕਰਾਚੀ ਕਿੱਥੇ ਜੋਤੀ ਜੋਤ ਸਮਾਏ ਨੇ? Guru Arjan Dev Ji in Lahore. ਬਬਲੀ ਗੁਰੂ ਹਰਗੋਬਿੰਦ ਕਿੱਥੇ ਜੋਤੀ ਜੋਤ ਸਮਾਏ ਨੇ? ਜਲੰਧਰ ਕੀਰਤਪੁਰ। ਗੁਰੂ ਹਰ ਰਾਏ ਸਾਹਿਬ ਕਿੱਥੇ ਜੋਤੀ ਜੋਤ ਸਮਾਏ ਨੇ? ਕੀਰਤਪੁਰ। ਗੁਰੂ ਹਰਕ੍ਰਿਸ਼ਨ? ਦਿੱਲੀ। ਗੁਰੂ ਤੇਗ ਬਹਾਦਰ? ਦਿੱਲੀ। ਗੁਰੂ ਗੋਬਿੰਦ ਸਿੰਘ ਜੀ? ਨੰਦੇੜ। ਵਾਰੀ ਬੋਲੋ ਪਲੀਜ਼। ਮੈਂ ਤੁਹਾਨੂੰ ਪੁੱਛਾਂਗਾ ਗੁਰਦੀਪ ਜੀ, ਤੁਹਾਡਾ ਨਾਮ ਲਵਾਂਗਾ ਸਪੈਸ਼ਲੀ। ਡਾਕਟਰ ਸਾਹਿਬ ਸੌਰੀ ਜੀ। ਓਕੇ, ਹੁਣ ਤੁਹਾਨੂੰ ਪੁੱਛ ਲੈਣਾ ਜੀ। ਜਿੱਥੇ ਗੁਰੂ ਅਰਜਨ ਦੇਵ ਜੀ ਜੋਤੀ ਜੋਤ ਸਮਾਏ ਨੇ ਉੱਥੇ ਗੁਰਦੁਆਰਾ ਹੈ, ਉਸ ਗੁਰਦੁਆਰੇ ਦਾ ਨਾਮ ਦੱਸ ਸਕਦੇ ਹੋ? That I don't know, Dr. Sahab. What's the ਕੋਈ question? ਹਾਂਜੀ ਕੈਲਾਸ਼, What's the question? ਜਿੱਥੇ ਗੁਰੂ ਅਰਜਨ ਦੇਵ ਜੀ ਜੋਤੀ ਜੋਤ ਸਮਾਏ ਨੇ, ਜਿੱਥੇ ਉਹਨਾਂ ਨੂੰ ਟੌਰਚਰ ਕੀਤਾ ਗਿਆ, ਉੱਥੇ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਪਾਕਿਸਤਾਨ 'ਚ, ਉਹਦਾ ਨਾਂ ਕੀ ਹੈ? Dera Sahib. ਡੇਰਾ ਸਾਹਿਬ ਇਜ਼ ਰਾਈਟ। ਉਸ ਗੁਰਦੁਆਰੇ ਦਾ ਨਾਂ ਡੇਰਾ ਸਾਹਿਬ ਹੈ। ਅੱਛਾ, ਹੁਣ ਜਿਹੜੀ ਵਜ਼ੀਰ ਜੀ ਬਹੁਤ ਇੰਪੋਰਟੈਂਟ ਮੈਂ ਗੱਲ ਪੁੱਛਣੀ ਤੁਹਾਡੀ ਸਾਰਿਆਂ ਨੂੰ। ਗੁਰੂ ਅਰਜਨ ਦੇਵ ਜੀ ਨੂੰ ਇਹ ਸਾਰਿਆਂ ਨੂੰ ਸਾਨੂੰ ਪਤਾ ਵੀ ਟੌਰਚਰ ਕੀਤਾ ਗਿਆ। ਹੁਣ ਉਸ ਟੌਰਚਰ ਦੇ ਵਿੱਚ ਕਿੰਨੀਆਂ ਹੀ ਪਾਰਟੀਆਂ ਸਨ, ਅਸੀਂ ਉਹਨਾਂ ਨੂੰ ਦੇਖਾਂਗੇ। ਟੌਰਚਰ ਦੇ ਰੀਜ਼ਨ ਵੀ ਦੇਖਾਂਗੇ ਤੇ ਫਿਰ ਇਹ ਦੇਖਾਂਗੇ ਕਿ ਐਕਚੁਅਲੀ ਉਹ ਜਿਹੜਾ ਟੌਰਚਰ ਸੀ ਉਹਦਾ ਰੀਜ਼ਨ ਕੀ ਸੀ। ਕੁਝ ਕਹਿੰਦੇ ਨੇ ਕਿ ਉਹਨਾਂ ਨੂੰ ਟੌਰਚਰ ਕੀਤਾ ਗਿਆ ਕਿ ਉਹਨਾਂ ਤੇ ਚਾਰਜ ਲੱਗਾ ਟ੍ਰੀਜ਼ਨ ਦਾ, ਕਿ ਖੁਸਰੋ ਜਿਹੜਾ ਸੀ, ਜਿਹੜਾ ਜਹਾਂਗੀਰ ਦਾ ਬੇਟਾ ਸੀ, ਉਹਨੇ ਰਿਵੋਲਟ ਕੀਤਾ ਆਪਣੇ ਪਿਓ ਦੇ ਖਿਲਾਫ। ਜਿਸ ਵੇਲੇ ਉਹ ਹਾਰ ਗਿਆ ਤੇ ਉਹ ਹੀ ਵਾਜ਼ ਔਨ ਰਨ, ਸੋ ਉਹ ਗੁਰੂ ਸਾਹਿਬ ਕੋਲ ਆਇਆ। ਹੁਣ ਗੁਰੂ ਸਾਹਿਬ ਨੇ ਉਹਨੂੰ ਟਰੈਵਲਿੰਗ ਅਲਾਊਂਸ ਦਿੱਤਾ, ਟਰੈਵਲਿੰਗ ਦੇ ਪੈਸੇ ਦਿੱਤੇ ਜਾਂ ਉਹਤੇ ਟਿੱਕਾ ਲਾਇਆ, ਇਹ ਰੱਬ ਜਾਣੇ ਕੀ ਕੀਤਾ ਉਹਨਾਂ ਨੇ। ਪਰ ਗੁਰੂ ਸਾਹਿਬ ਤੇ ਇਹ ਇਲਜ਼ਾਮ ਲੱਗਾ ਕਿ ਕਿਉਂਕਿ ਉਹਨੇ ਬਗਾਵਤ ਕੀਤੀ ਸੀ, ਗੁਰੂ ਸਾਹਿਬ ਨੇ ਉਹਨੂੰ ਹੋਮੇਜ ਦਿੱਤਾ। ਕੁਝ ਕਹਿੰਦੇ ਸਨ ਕਿ ਗੁਰੂ ਸਾਹਿਬ ਦੇ ਉੱਤੇ ਕੋਈ ਫਾਈਨ ਲੱਗਾ ਸੀ, ਜਿਹੜਾ ਗੁਰੂ ਰਾਮਦਾਸ ਜੀ ਦੇ ਵਕਤ ਤੋਂ ਆ ਰਿਹਾ ਸੀ, ਤੇ ਉਹ ਉਹਨਾਂ ਨੇ ਫਾਈਨ ਨਹੀਂ ਦਿੱਤਾ, ਇਸ ਕਰਕੇ ਉਹਨਾਂ ਨੂੰ ਟਾਰਚਰ ਕੀਤਾ ਗਿਆ। ਕਈ ਕਹਿੰਦੇ ਨੇ, ਜਿਹਦੇ ਵਿੱਚ ਮੈਂ ਵੀ ਇੱਕ ਹਾਂ, ਕਿ ਇਹ ਬੇਸਿਕਲੀ ਦਿਸ sentence to death was due to the spread of Sikhism under Guru Arjan। ਕਿ ਗੁਰੂ ਅਰਜਨ ਦੇ ਵਕਤ ਜਿਹੜੀ ਸਿੱਖ ਮੂਵਮੈਂਟ ਸੀ, ਦੇਖੋ ਇਟ ਇਜ਼ ਵੈਰੀ ਡਿਫਿਕਲਟ ਟੂ ਡਿਫਾਈਨ ਕਿ ਮੂਵਮੈਂਟ ਕੀ ਹੈ ਤੇ ਰਿਲੀਜਨ ਕੀ ਹੈ, ਬਟ ਇਹ ਤੁਸੀਂ ਮੰਨੋਗੇ ਨਾ ਕਿ ਗੁਰੂ ਅਰਜਨ ਦੇਵ ਜੀ ਦੇ ਵਕਤ this Sikh movement actually became a formal religion. They had their own Granth, they had their own most important shrine to worship,
ਔਰ ਉਹ ਮਾਲਵਾ ਮਾਝਾ ਜਿੱਥੇ ਜਿੱਥੇ ਗੁਰੂ ਸਾਹਿਬ ਚੱਕਰ ਲਗਾ ਕੇ ਆਏ ਸਨ, ਉੱਥੋਂ ਦੇ ਮੋਸਟਲੀ ਜਾਟ ਪੈਸੈਂਟਰੀ ਦੇ ਕੇਮ ਇਨਟੂ ਸਿੱਖ ਫੋਲਡ। ਰਾਜ ਕਿਹਦਾ ਸੀ, ਕਿਹੜੇ ਕਿਹੜੇ ਧਰਮ ਦਾ? ਮੁਸਲਿਮ। ਇਸਲਾਮ ਦਾ। ਮੁਸਲਮਾਨਾਂ ਦਾ ਇਸਲਾਮ। ਭਾਵੇਂ ਜਹਾਂਗੀਰ ਤੱਕ, ਔਰੰਗਜ਼ੇਬ ਤੱਕ ਇਹ ਪਬਲਿਕਲੀ ਅਨਾਉਂਸ ਨਹੀਂ ਕੀਤਾ ਗਿਆ ਸੀ ਕਿ ਜਿਹੜਾ ਹਿੰਦੂ ਮੁਸਲਮਾਨਾਂ ਬਾਰੇ ਨੂੰ ਮਾਰ ਦਿਓ, ਪਰ ਅੰਡਰ ਕਰੰਟ ਇੱਕ ਸਕੀਮ ਸੀ ਕਿ ਜਿੰਨੇ ਹਿੰਦੂ ਮੁਸਲਮਾਨ ਬਣ ਸਕਣ ਬਣਾ ਲਓ। ਪਰ ਹੁਣ ਵਿਦ ਦੀ emergence of Sikhism, especially under the leadership of Guru Arjan, ਬਹੁਤ ਸਾਰੇ ਹਿੰਦੂ they came into the Sikh fold। ਔਰ ਇਹ ਜਿਹੜਾ ਸੀ ਟਰਨਿੰਗ ਪੁਆਇੰਟ, ਇੱਕ ਬਹੁਤ ਵੱਡੀ ਚੈਲੰਜ ਸੀ ਟੂ ਦੀ ਮੁਸਲਿਮ ਅੰਪਾਇਰ। ਅਗਰ ਤੁਸੀਂ ਜਹਾਂਗੀਰ ਦੀ ਆਪਣੀ ਲਿਖੀ ਹੋਈ ਬਾਇਓਗ੍ਰਾਫੀ ਪੜ੍ਹੋ ਤੁਸੀਂ ਕਿ ਜਹਾਂਗੀਰੀ, ਉਹਦੇ ਭੈੜੇ ਵਰਡ ਛੱਡ ਦਿਓ ਜਿਹੜੇ ਉਹਨੇ ਗੁਰੂ ਸਾਹਿਬ ਵਾਸਤੇ ਯੂਜ਼ ਕੀਤੇ ਨੇ, ਪਰ ਉਹ ਲਿਖਦਾ ਹੈ ਕਿ ਇਹ ਜਿਹੜਾ ਸਿਲਸਿਲਾ ਚੱਲ ਰਿਹਾ ਸੀ ਗੁਰੂ ਨਾਨਕ ਤੋਂ ਲੈ ਕੇ, ਮੈਂ ਚਾਹੁੰਦਾ ਸਾਂ ਵੀ ਇਸ ਸਿਲਸਿਲੇ ਨੂੰ ਮੈਂ ਬੰਦ ਕਰ ਦਿਆਂ, ਕਿਉਂਕਿ ਬਹੁਤ ਸਾਰੇ ਮੁਸਲਮਾਨ ਤੇ ਹਿੰਦੂ ਇਸ ਫੋਲਡ ਵਿੱਚ ਜਾ ਰਹੇ ਸਨ। ਇਸ ਤੋਂ ਕਲੀਅਰ ਪਤਾ ਲੱਗਦਾ ਇਟ ਵਾਸ ਦੀ ਕਨਵਰਸ਼ਨ ਵਾਟਐਵਰ। ਇਹ ਤੇ ਪਰ ਵੋਲੰਟਰੀ ਕਨਵਰਸ਼ਨ ਸੀ ਨਾ, ਕੋਈ ਕੰਪਲਸਰੀ ਕਨਵਰਸ਼ਨ ਤੇ ਹੈ ਹੀ ਨਹੀਂ ਸੀ, ਕਿਉਂਕਿ ਬਹੁਤ ਸਾਰੇ ਲੋਕ, ਬਹੁਤ ਸਾਰੇ ਹਿੰਦੂ ਜਿਹੜੇ ਪਹਿਲਾਂ ਮੁਸਲਮਾਨਾਂ ਵੱਲ ਝੁਕ ਰਹੇ ਸਨ, ਹੁਣ ਉਹ ਗੁਰੂ ਅਰਜਨ ਦੇ ਅੰਡਰ ਦੀ ਲੀਡਰਸ਼ਿਪ ਉਹ ਸਿੱਖ ਧਰਮ ਤੇ ਆ ਗਏ। ਔਰ ਇੱਕ ਹੋਰ ਚੀਜ਼ ਵਜ਼ੀਰ ਜੀ ਬਹੁਤ ਇੰਪੋਰਟੈਂਟ ਹੋਈ ਹੈ, ਤੁਹਾਨੂੰ ਪਤਾ ਹੈ ਕਿ ਬਾਅਦ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਔਰ ਜਹਾਂਗੀਰ ਦੀ ਦੋਸਤੀ ਵੀ ਹੋਈ ਹੈ, ਔਰ ਜਹਾਂਗੀਰ ਨੇ ਚੰਦੂ ਸ਼ਾਹ ਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਹਵਾਲੇ ਵੀ ਕੀਤਾ। ਇਹ ਦੋ ਚੀਜ਼ਾਂ ਨੂੰ ਰਿਲੇਟ ਕਰੋ ਕਿ ਜਿਸ ਵੇਲੇ ਵੀ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫਤਾਰ ਕੀਤਾ ਗਿਆ, the person responsible for all that torture was not a Muslim but a Hindu, Chandu Shah। ਇਹ ਮੁਗਲਾਂ ਦੀ ਇੱਕ ਸ਼ਰਾਰਤ ਸੀ ਕਿ ਉਹਨਾਂ ਦਾ ਨਾਮ ਬਦਨਾਮ ਨਾ ਹੋਵੇ ਕਿ ਮੁਸਲਮਾਨਾਂ ਕੁਝ ਨਹੀਂ ਕੀਤਾ, ਕਿਉਂਕਿ ਇਹਦਾ ਪ੍ਰੂਫ ਮਿਲਦਾ ਤੁਹਾਨੂੰ ਨਾ ਕਿ ਚੰਦੂ ਸ਼ਾਹ ਨੂੰ ਗੁਰੂ ਹਰਗੋਬਿੰਦ ਸਾਹਿਬ ਨੂੰ ਦੇਣਾ ਕਿ ਹੁਣ ਤੁਸੀਂ ਆਪਣੇ ਸਕੋਰ ਬਰਾਬਰ ਕਰ ਲਓ, ਇਹੋ ਹੀ ਹੈ ਤੁਹਾਡੇ ਫਾਦਰ ਨੂੰ ਤਸੀਹੇ ਦੇਣ ਵਾਲਾ। ਸੋ ਅਗਰ ਇਹ ਸਾਰੀ ਹਿਸਟਰੀ ਇੰਝ ਪੜ੍ਹੋਗੇ ਤਾਂ ਤੁਸੀਂ ਬਾਕੀ ਸਾਰੀਆਂ ਚੀਜ਼ਾਂ ਨੂੰ ਖਾਰਜ ਕਰਕੇ ਕਹਿ ਸਕਦੇ ਹੋ religion was one of the most important factor in this one, in this arrest and torture of Guru Arjan Dev Ji, and Chandu Shah was the main। ਚੰਦੂ ਸ਼ਾਹ ਦਾ ਬਾਕੀ ਉਹ ਕਹਾਣੀ ਛੱਡ ਦਿਓ, ਉਹਦੀ ਲੜਕੀ ਰੁੜਕੀ ਦਾ, ਲੇਕਿਨ ਜੋ ਵੀ ਰੀਜ਼ਨ ਸੀ ਇਹ ਚੁਣਨਾ ਵੀ ਇਹਨਾਂ ਨੂੰ ਕਿੰਨੇ ਤਸੀਹੇ ਦਿੱਤੇ ਜਾਣਗੇ, ਕਿਹੜੇ ਤਸੀਹੇ ਦਿੱਤੇ ਜਾਣਗੇ, ਕਿੰਨੇ ਦਿਨ ਤਸੀਹੇ ਦਿੱਤੇ ਜਾਣਗੇ, that was the decision of ਚੰਦੂ ਸ਼ਾਹ। ਨਹੀਂ ਇਹ ਤਾਂ ਜਿਤਨਾ ਮੈਂ ਪੜਿਆ ਹੈ ਹਾਂਜੀ, ਜੇ ਜਹਾਂਗੀਰ ਤੁਸਕੇ ਜਹਾਂਗੀਰੀ ਚ ਹੈ ਕਿ ਇਹਦੀ ਦੁਕਾਨ ਬੰਦ ਕਰਨੀ ਹੈ, ਇਹ ਲਫ਼ਜ਼ ਨੇ ਕਿ ਦੁਕਾਨ ਜਿਹੜੀ ਖੋਲੀ ਹੈ ਇਹ ਅਸੀਂ ਬੰਦ ਕਰਨੀ ਹੈ। ਪਰ ਜਦੋਂ ਫਿਰ ਗੁਰੂ ਅਰਜਨ ਨੂੰ ਚੰਦੂ ਸ਼ਾਹ ਦੇ ਹਵਾਲੇ ਕੀਤਾ ਹੈ, ਗੁਰੂ ਹਰਗੋਬਿੰਦ ਨੇ ਉਦੋਂ ਹੀ ਦੋ ਤਲਵਾਰਾਂ ਪਹਿਨ ਕੇ ਗੱਦੀ ਸੰਭੀ ਹੈ। He didn't do anything about ਗੁਰੂ ਹਰਗੋਬਿੰਦ, ਸਗੋਂ ਉਹਦੇ ਨਾਲ ਦੋਸਤੀ ਪਾਈ ਹੈ। ਜੇ ਤੁਸੀਂ ਇਹ ਪੱਖ ਲਓ ਉਹਦਾ, then it doesn't really stand too clearly ਕਿ ਕਨਵਰਸ਼ਨ। ਅਕਬਰ ਨੇ ਤਾਂ ਸਗੋਂ ਗੁਰੂ ਗ੍ਰੰਥ ਸਾਹਿਬ ਨੂੰ ਪ੍ਰੇਜ਼ ਕੀਤਾ ਹੈ ਕਿ ਇਹ ਨਿਊਟਰਲ ਧਰਮ ਹੈ, ਤੇ ਹਾਲੇ ਜਹਾਂਗੀਰ ਦੇ ਕੋਲੇ ਵੀ ਇਹਦੀ ਕੋਈ ਕਿਧਰੇ ਇਹ ਨਹੀਂ ਮਿਲਦਾ ਹੈ ਕਿ ਉਸਨੇ ਆਬਜੈਕਟ ਕੀਤਾ ਹੋਵੇ ਗੁਰੂ ਗ੍ਰੰਥ ਸਾਹਿਬ। ਨਹੀਂ ਉਹ ਠੀਕ ਹੈ, ਮੈਂ ਤੇ ਜਿਸ ਤਰ੍ਹਾਂ ਪਹਿਲਾਂ ਕਿਹਾ ਕਿ ਇੱਕ ਹੋਰ ਚੀਜ਼ ਅਗਰ ਪੜ੍ਹੋ ਤੁਸੀਂ ਬਿਟਵੀਨ ਦਾ ਲਾਈਨਸ ਕਿ ਉਹਨਾਂ ਨੂੰ ਅਰੈਸਟ ਦਾ ਆਰਡਰ ਦੇ ਕੇ ਜਹਾਂਗੀਰ ਚਲਾ ਗਿਆ ਸੀ ਲਾਹੌਰ ਤੋਂ, ਹੀ ਵੈਂਟ ਅਵੇ, ਔਰ ਉੱਥੇ ਇੱਕ ਮੁਰਤਾਜ਼ਾ ਖਾਨ ਸੀ ਜਿਹਨੂੰ ਕਸਟਡੀ ਦੇ ਗਿਆ ਸੀ ਗੁਰੂ ਅਰਜਨ ਦੇਵ ਜੀ ਦੀ, ਔਰ ਮੁਰਤਾਜ਼ਾ ਖਾਨ ਤੋਂ ਇਹ ਕਸਟਡੀ ਫਿਰ ਚੰਦੂ ਸ਼ਾਹ ਨੇ ਲੈ ਲਈ ਹੈ। ਚੰਦੂ ਸ਼ਾਹ ਵਾਸ ਐਨ EMPLOYEE ਜਾਂ ਰੈਵਨਿਊ ਆਫਿਸਰ ਸੀ ਜਹਾਂਗੀਰ ਦੀ ਗਵਰਨਮੈਂਟ ਦੇ ਵਿੱਚ। ਹੀ ਵਾਸ ਦ ਮੋਸਟ ਇਨਫਲੂਐਂਸ਼ੀਅਲ ਪਰਸਨ। ਹਾਂ ਠੀਕ, ਮਤਲਬ ਉਹ ਮੁਰਤਾਜ਼ਾ He took ਖਾਨ the ਦੇ ਕੰਮ ਕਰਦਾ ਸੀ। ਐਨੀਵੇ ਜਿਸ ਤਰ੍ਹਾਂ ਮੈਂ ਕਿਹਾ ਤੁਹਾਡੇ ਸਾਰਿਆਂ ਦੇ ਡਿਫਰੈਂਟ ਓਪੀਨੀਅਨ ਹੋ ਸਕਦੇ ਨੇ, ਪਰ ਮੈਂ ਸਾਰੀਆਂ ਬੁੱਕਸ ਜਿਹੜੀਆਂ ਵੀ ਮੇਰੇ ਕੋਲ ਹੈ ਸਨ ਉਹ ਪੜ੍ਹਨ ਤੋਂ ਬਾਅਦ ਇਸ ਨਤੀਜੇ ਤੇ ਪਹੁੰਚਿਆ ਕਿ ਇਹ ਜਿਹੜਾ ਕਨਵਰਸ਼ਨ ਸੀ ਜਿਹੜਾ ਕਿ ਇਸਲਾਮ ਤੇ ਹੋ ਰਿਹਾ ਸੀ, ਕਿਉਂਕਿ ਹੁਣ ਉਹ ਸਿੱਖ ਧਰਮ ਵੱਲ ਆਇਆ ਤੇ ਇਹ ਬਰਦਾਸ਼ਤ ਉਹਨਾਂ ਕੋਲੋਂ ਨਹੀਂ ਹੋਇਆ,
ਸੋ ਉਹਨਾਂ ਨੇ ਕਿਹਾ ਕਿ ਇਹਨਾਂ ਦਾ ਲੀਡਰ ਹੀ ਜਿਹੜਾ ਉਹ ਕਿਉਂਕਿ ਉਹ ਕਹਿੰਦੇ ਨੇ ਜੇ ਤੁਸੀਂ ਪਰਸਨੈਲਿਟੀ ਦੇਖੋ ਨਾ ਗੁਰੂ ਅਰਜਨ ਦੇਵ ਜੀ, ਉਹਨਾਂ ਨੂੰ ਕੋਈ ਹੱਥ ਵੀ ਨਹੀਂ ਸੀ ਲਾ ਸਕਦਾ। ਹੀ ਵਾਸ ਸੋ ਸਰੀਨ। ਉਹ ਤੇ ਪੂਰੇ ਤੁਸੀਂ ਜਿਸ ਤਰ੍ਹਾਂ ਕੋਈ ਬਹੁਤ ਮਹਾਂਪੁਰਸ਼ ਸੰਤ ਹੁੰਦਾ ਤਾਂ ਉਹ ਤਾਂ ਜਿਹੜਾ ਮੀਆਂ ਮੀਰ ਨੇ ਆ ਕੇ ਕਿਹਾ ਨਾ ਕਿ ਤੁਹਾਨੂੰ ਕੋਈ ਹੱਥ ਲਾ ਸਕਦਾ, ਤਾਂ ਤੁਸੀਂ ਤੇ ਰੱਬ ਦਾ ਰੂਪ ਹੋ। ਤਾਂ ਕੁਐਸਚਨ ਇਹ ਹੈ ਕਿ ਉਹਨਾਂ ਦੀ ਜਿਹੜੀ ਪਰਸਨੈਲਿਟੀ ਸੀ, ਉਸ ਪਰਸਨੈਲਿਟੀ ਦੇ ਨਾਲ ਉਹਨਾਂ ਕੋਲ ਡਰਦਿਆਂ ਕੋਈ ਜਾ ਵੀ ਨਹੀਂ ਸੀ ਸਕਦਾ ਉਹਨਾਂ ਦੇ ਕੋਲ। ਇਹਨਾਂ ਉਹਨਾਂ ਦੇ ਜਲਾਉ ਸੀ ਉਹਨਾਂ ਦੇ ਚਿਹਰੇ ਤੇ। ਬਟ ਐਨੀਵੇ whatever happened it happened ਕਿ he was tortured to death। ਔਰ ਉਹਨਾਂ ਦਾ ਵੀ ਜਿਹੜਾ ਲਾਸਟ ਡੇ ਹੈ ਉਹ ਕਿਸੇ ਵੀ ਇਤਿਹਾਸਕਾਰ ਨੂੰ ਨਹੀਂ ਪਤਾ ਕੀ ਹੈ, ਔਰ ਹਰ ਇਤਿਹਾਸਕਾਰ ਡਿਫਰੈਂਟਲੀ ਲਿਖਦਾ। ਬਟ ਇਹ ਸਭ ਨੂੰ ਕਲੀਅਰ ਹੈ ਕਿ ਡਾਈਵਡ ਇਨਟੂ ਰਾਵੀ into the river and never came back। ਔਰ ਭਾਵੇਂ ਉਹਨਾਂ ਨੇ ਕਾਫੀ ਕੋਸ਼ਿਸ਼ ਕੀਤੀ ਉਹਨਾਂ ਨੂੰ ਲੱਭਣ ਦੀ, ਉਹਨਾਂ ਦੀ ਬਾਡੀ ਨੂੰ, ਬਟ ਮੈਂ ਤੇ ਫਿਰ ਇਸ ਕਨਕਲੂਜਨ ਤੇ ਪਹੁੰਚਿਆ ਸਾਂ when he dived in then ਵਾਹਿਗੁਰੂ himself came to take him to ਸੱਚਖੰਡ। ਫਿਰ ਉਹਨਾਂ ਨੂੰ ਕਿੱਥੋਂ ਲੱਭਣਾ ਸੀ। ਗੁਰਦੀਪ ਜੀ ਤੁਸੀਂ ਦੱਸ ਸਕਦੇ ਹੋ ਅਗਰ ਜੋ ਕੁਝ ਮੈਂ ਕਹਿ ਰਿਹਾ, ਔਰ ਇਤਿਹਾਸ ਬਹੁਤ ਸਾਰੇ ਇਤਿਹਾਸਕਾਰਾਂ ਨੇ ਕਿਹਾ ਕਿ ਉਹਨਾਂ ਦੀ ਬਾਡੀ ਨਹੀਂ ਲੱਭੀ, ਹੋਰ ਕੋਈ ਗੁਰੂ ਸਾਹਿਬ ਹੈ ਨੇ ਜਿਨ੍ਹਾਂ ਦੀ ਜੀਵਨੀ ਵਿੱਚ ਆਂਦਾ ਕਿ ਉਹਨਾਂ ਦੀ ਬਾਡੀ ਬਾਅਦ ਵਿੱਚ ਨਹੀਂ ਸੀ ਲੱਭੀ? ਹਾਂਜੀ, ਗੁਰੂ ਨਾਨਕ ਦੇਵ ਜੀ ਐਂਡ ਗੁਰੂ ਗੋਬਿੰਦ ਸਿੰਘ ਜੀ। ਗੁਰੂ ਨਾਨਕ ਸਾਹਿਬ ਦੀ ਤੇ ਸਾਖੀ ਬਿਲਕੁਲ ਸਿੰਪਲ ਹੀ ਹੈ, ਔਰ ਤਕਰੀਬਨ ਹਰ ਇਤਿਹਾਸਕਾਰ ਨੇ ਲਿਖੀ ਹੈ ਕਿ ਉਹਨਾਂ ਦੀ ਬਾਡੀ ਨਹੀਂ ਸੀ, ਇੱਕ ਚਾਦਰ ਹੀ ਰਹਿ ਗਈ ਸੀ। ਤੇ ਗੁਰੂ ਗੋਬਿੰਦ ਸਿੰਘ ਜੀ ਦੀ ਵੀ ਕਹਿੰਦੇ ਨੇ ਉਹਨਾਂ ਦੀ ਜਿਹੜੀ ਸਾਖੀ ਹੈ ਉਹ ਡਿਫਰੈਂਟ ਇਤਿਹਾਸਕਾਰਾਂ ਨੇ ਡਿਫਰੈਂਟਲੀ ਲਿਖੀ ਹੈ ਕਿ ਜਦੋਂ ਉਹਨਾਂ ਨੇ ਚਿਤਾ ਬਣਾਈ ਆਪਣੀ ਖੁਦ ਹੀ, ਤੇ ਉਹ ਚਿਤਾ ਨੂੰ ਚਾਰੋਂ ਪਾਸੇ ਕਹਿੰਦੇ ਨੇ ਕਵਰ ਕਰਤਾ। ਤੇ ਜਿਸ ਵੇਲੇ ਵੀ ਉਹਨਾਂ ਨੇ ਚਿਤਾ ਜਲਾਈ ਹੈ ਤੇ ਸਿੱਖ ਨੈਚੁਰਲੀ ਰੋਣ ਲੱਗ ਪਏ ਨੇ। ਤੇ ਕਹਿੰਦੇ ਨੇ ਉਹਦੇ ਬਾਅਦ ਇੱਕ ਬਾਹਰੋਂ ਕੋਈ ਸਾਧੂ ਆਇਆ, ਉਹਨੇ ਦਰਵਾਜ਼ਾ ਜੋ ਵੀ ਹੋਏਗਾ ਦਰਵਾਜ਼ਾ, ਜਾਂ ਉਹਨੇ ਕੋਈ ਨੌਕ ਕੀਤਾ ਜਾਂ ਅੰਦਰ ਆਇਆ, ਤੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿਉਂ ਰੋ ਰਹੇ ਹੋ ਸਾਰੇ? ਤੇ ਉਹਨਾਂ ਨੇ ਦੱਸਿਆ ਵੀ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾ ਗਏ ਨੇ। ਉਹ ਕਹਿੰਦੇ ਨੇ ਉਹਨਾਂ ਤੋਂ ਮੈਨੂੰ ਹੁਣ ਬਾਹਰ ਮਿਲਣੇ ਘੋੜੇ ਤੇ ਜਾਂਦੇ। ਸੋ ਇਹ ਮੇਰਾ ਮਤਲਬ ਸਾਰੀਆਂ ਸਾਖੀਆਂ ਨੇ, ਇਹ ਹਿਸਟਰੀ ਨਹੀਂ ਹੈਗੀ। ਤੁਸੀਂ ਇਹਨਾਂ ਵਿੱਚ ਬਿਲੀਵ ਕਰਦੇ ਹੋ ਜਾਂ ਇਹਨਾਂ ਵਿੱਚ ਬਿਲੀਵ ਨਹੀਂ ਕਰਦੇ, ਇਟ ਇਜ਼ ਐਂਟਾਇਰਲੀ ਅਪ ਟੂ ਯੂ। ਕਬੀਰ ਦੀ ਵੀ ਬਾਡੀ ਮਿਲੀ। ਹਾਂਜੀ, ਕਬੀਰ ਵੀ ਏਦਾਂ ਹੀ। ਹਾਂ, ਨਹੀਂ ਮਤਲਬ ਸਿੱਖ ਗੁਰੂਆਂ ਦੀ ਗੱਲ ਕਰ ਰਹੇ ਸਾਂ ਅਸੀਂ, ਕਿਉਂਕਿ ਇਹ ਠੀਕ ਹੈ ਕਿ ਇਹ ਚੀਜ਼ਾਂ ਕਾਫੀ ਜਿਹੜੇ ਇੰਪੋਰਟੈਂਟ ਬੰਦੇ ਨੇ ਉਹਨਾਂ ਦੇ ਨਾਲ ਲੱਗੀਆਂ ਹੋਈਆਂ। ਇਹ ਹੁਣ ਦੱਸੋ ਗੁਰੂ ਅਰਜਨ ਦੇਵ ਜੀ ਨੇ ਕਿਹੜੇ ਸ਼ਹਿਰ ਐਸਟੈਬਲਿਸ਼ ਕੀਤੇ ਨੇ? ਨਵਤੇਸ਼, ਗੁਰੂ ਅਰਜਨ ਦੇਵ ਜੀ ਨੇ ਫॉर एग्जांपल, अच्छा बात पूछा पहला गुरु अर्जन देव जी दसो, क्योंकि गुरु अर्जन देव जी ने भी बहुत सारे शहर एस्टैब्लिश किए ने। तरन तारण इज वन, ओके। अमृतसर भी क्या सकते हैं? अमृतसर गुरु रामदास। करतारपुर केड़ी जगह? करतारपुर कैलाश ਜਲੰਧਰ ਦੇ ਵਿੱਚ ਜਿਹੜਾ ਉਹ ਵਾਲਾ दे कोल है करतारपुर। होर गोबिंद एनीवन? ਛਾਟਾ ਸਾਹਿਬ, ਛਾਟਾ ਸਾਹਿਬ, ਛਾਟਾ ਸਾਹਿਬ, ਛਾਟਾ ਸਾਹਿਬ। ਤਾਂ ਪਹਿਲੇ ਸੀ ਹੋਇਆ ਜੀ। ਬਾਬਾ ਬੁੱਢਾ ਦਾ ਜਿਹੜਾ ਇੱਕ ਉਹਨਾਂ ਨੇ ਆਪਣੇ ਬੇਟੇ ਦੇ ਨਾਂ ਤੇ गोबिंदपुर, ਹਰ ਗੋਬਿੰਦਪੁਰ ਵੀ ਉਹਨਾਂ ਨੇ ਐਸਟੈਬਲਿਸ਼ ਕੀਤਾ। ਤੋ ਇਹਨਾਂ ਦੇ ਕ੍ਰੈਡਿਟ ਤੇ ਜਾਂਦਾ ਵੀ ਜਿੱਥੇ ਜਿੱਥੇ ਵੀ ਗਏ ਪ੍ਰਚਾਰ ਕਰਨ, ਸਿੱਖੀ ਦਾ ਪ੍ਰਚਾਰ ਕਰਨ ਗਏ ਗੁਰੂ ਨਾਨਕ ਦੇ ਵਰਡ ਦਾ, ਉੱਥੇ ਜਾ ਕੇ ਉਹਨਾਂ ਨੇ ਇੱਕ ਟਾਊਨ। ਹੁਣ ਇੱਥੇ ਆ ਕੇ ਇੱਕ ਬੜੀ ਇੰਪੋਰਟੈਂਟ ਚੀਜ਼ ਹੁੰਦੀ ਹੈ, ਇੱਥੇ ਵੀ ਵਜ਼ੀਰ ਜੀ ਆਈ ਥਿੰਕ ਆਈ ਵੁੱਡ ਨੀਡ ਯੂਰ ਹੈਲਪ, ਔਰ ਧਿਆਨ ਨਾਲ ਸਾਰੇ ਸੁਣਨਾ। ਗੁਰੂ ਅਰਜਨ ਦੇਵ ਜੀ ਗੁਰੂ ਬਣੇ, ਸਭ ਤੋਂ ਵੱਡੀ ਆਪੋਜੀਸ਼ਨ ਸੀ ਪ੍ਰਿਥੀ ਚੰਦ। ਪ੍ਰਿਥੀ ਚੰਦ ਅੰਮ੍ਰਿਤਸਰ ਗੁਰੂ ਰਾਮਦਾਸ ਜੀ ਨੂੰ ਤੰਗ ਕਰਤਾ ਸੀ, ਤੇ ਗੁਰੂ ਰਾਮਦਾਸ ਜੀ ਅੰਮ੍ਰਿਤਸਰ ਛੱਡ ਕੇ ਤੇ ਗੋਇੰਦਵਾਲ ਚਲੇ ਗਏ ਫॉर ਲਾਸਟ ਫਿਊ ਡੇਜ਼। ਆਪਣੇ ਬੇਟੇ ਗੁਰੂ ਅਰਜਨ ਨੂੰ ਨਾਲ ਲੈ ਗਏ, ਬਾਬਾ ਬੁੱਢਾ ਨੂੰ ਨਾਲ ਲੈ ਗਏ, ਔਰ ਉਹਨਾਂ ਨੂੰ ਉੱਥੇ ਉਹਨਾਂ ਨੇ ਤਿਲਕ ਦੇ ਕੇ ਗੁਰੂ ਬਣਾ ਦਿੱਤਾ। ਪ੍ਰਿਥੀ ਚੰਦ ਨੂੰ ਪਤਾ ਲੱਗਾ, ਪ੍ਰਿਥੀ ਚੰਦ ਆਪਣੇ ਸੰਦਾਂ ਨੂੰ ਨਾਲ ਲੈ ਕੇ ਗੋਇੰਦਵਾਲ ਪਹੁੰਚਦਾ,
ਔਰ ਜੋ ਕੁਝ ਵੀ ਸ਼ੋਰ ਮਚਾਉਣਾ ਉੱਥੇ ਉਹ ਮਚਾਉਂਦਾ। ਔਰ ਕਹਿੰਦੇ ਨੇ ਕਿ ਬਾਬਾ ਬੁੱਢਾ ਨੂੰ ਪਤਾ ਸੀ ਵੀ ਇਹ ਕਰੇਗਾ। ਤੁਹਾਨੂੰ ਤਾਂ ਸਾਰਿਆਂ ਨੂੰ ਰੀਤ ਰਿਵਾਜ ਪਤਾ ਹੋਣਗੇ ਕਿ ਜਿਸ ਵੇਲੇ ਫਾਦਰ ਦੀ ਡੈਥ ਹੁੰਦੀ ਹੈ ਤੇ ਵੱਡੇ ਬੇਟੇ ਤੇ ਸਿਰ ਦੇ ਉੱਤੇ ਕੋਈ ਪਗੜੀ ਪਾਉਂਦੇ ਨੇ ਤੇ ਜੀ। ਬਾਬਾ ਬੁੱਢਾ ਨੇ ਟੂ ਬੀ ਔਨ ਦੀ ਸੇਫ ਸਾਈਡ 2 ਪਗੜੀਆਂ ਮੰਗਾਈਆਂ ਸੀ। ਤੇ ਚੂੰਕਿ ਇਹ ਪਹੁੰਚ ਗਿਆ ਉੱਥੇ ਤੇ ਪ੍ਰਿਥੀਆ ਇਹ ਤੇ ਸ਼ੋਰ ਮਚਾਉਣ ਪਹੁੰਚਿਆ ਸੀ। ਬਟ ਐਨੀਵੇ ਬਾਬਾ ਬੁੱਢਾ ਨੇ ਫਿਰ ਵੀ ਇਹਦੀ ਇੱਜ਼ਤ ਕੀਤੀ, ਇਹਨੂੰ ਉੱਥੇ ਬਿਠਾਇਆ ਔਰ ਇੱਥੇ ਪਗੜੀ ਪਾਈ। ਦੂਜੀ ਪਗੜੀ ਉਹਨਾਂ ਨੇ ਗੁਰੂ ਅਰਜਨ ਤੇ ਪਾਈ ਐਜ਼ ਏ ਸਾਈਨ ਆਫ ਗੁਰੂਸ਼ਿਪ। ਔਰ ਇਹ ਕਹਿੰਦੇ ਨੇ ਉਹ ਪੱਗ ਨੇ ਖੋਲੀ ਪ੍ਰਿਥੀ ਜੀ ਨੇ। ਔਰ ਫਿਰ ਜਿਸ ਵੇਲੇ ਗੁਰੂ ਸਾਹਿਬ ਨੇ ਬਣਾਇਆ ਪ੍ਰੋਗਰਾਮ ਕਿ ਹੁਣ ਸਾਨੂੰ ਵਾਪਸ ਅੰਮ੍ਰਿਤਸਰ ਸਾਹਿਬ ਜਾਣਾ ਚਾਹੀਦਾ, ਤੇ ਇਹ ਪਹਿਲਾਂ ਆਪਣੇ ਮਸੰਦਾਂ ਨੂੰ ਲੈ ਕੇ ਪਹੁੰਚ ਗਿਆ। ਚਾਰੋਂ ਪਾਸੇ ਨੇ ਅੰਮ੍ਰਿਤਸਰ ਨੂੰ ਘੇਰ ਲਿਆ। ਜਿੰਨੀਆਂ ਅੰਮ੍ਰਿਤਸਰ ਦੇ ਅੰਦਰ ਗੇਟਸ ਹੋਣਗੇ, ਉਦੋਂ ਐਂਟਰੀ ਪੁਆਇੰਟਸ ਹੋਣਗੇ, ਉੱਥੇ ਨੇ ਆਪਣੇ ਬੰਦੇ ਬਿਠਾ ਦਿੱਤੇ। ਇਹ ਡਿਟੇਲ ਅਸੀਂ ਬਾਅਦ ਕਦੇ ਕਿਸੇ ਵੇਲੇ ਡਿਸਕਸ ਕਰਾਂਗੇ। ਹਾਲੀ ਸਿਰਫ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਜੋ ਮੋਸਟ ਇੰਪੋਰਟੈਂਟ ਹੈ ਕਿ ਉਦੋਂ ਕਿਉਂਕਿ ਪੈਸੇ ਸਾਰੇ ਮਸੰਦਾਂ ਕੋਲ ਆਉਂਦੇ ਸੀ, ਸੋ ਪੈਸਾ ਫਿਰ ਸਾਰਾ ਇਹ ਉਗਰਾਉਂਦਾ ਸੀ। ਔਰ ਪੈਸੇ ਤੋਂ ਬਿਨਾਂ ਕੁਝ ਵੀ ਨਹੀਂ ਹੁੰਦਾ, ਗੁਰਦੁਆਰੇ ਵੀ ਨਹੀਂ ਚੱਲਦੇ। ਗੁਰਦੁਆਰਿਆਂ ਵਾਸਤੇ ਵੀ ਪੈਸਾ ਚਾਹੀਦਾ। ਤੁਸੀਂ ਸਾਰੇ ਜਾਂਦੇ ਹੋ। ਗੁਰੂ ਸਾਹਿਬ ਦੇ ਵੇਲੇ ਵੀ ਟੰਡੋਰੀ ਪਟਾਈ ਜਾਂਦੀ ਸੀ ਕਿ ਅੱਜ ਫਲਾਣਾ ਸਮਾਗਮ ਹੋਣ ਵਾਲਾ ਹੈ, ਜਿਹਨੇ ਜੋ ਸ਼ਰਧਾ ਦੇ ਨਾਲ ਦੇਣਾ ਆ ਕੇ ਦਿਓ। ਇਹ ਤੇ ਜਿਹੜੇ ਭਾਈ ਗੁਰਦਾਸ ਆਉਂਦੇ ਨੇ, ਬਾਬਾ ਬੁੱਢਾ ਜਿਸ ਵੇਲੇ ਉਦਾਸ ਬਹੁਤ ਹੋ ਜਾਂਦੇ ਨੇ ਵੀ ਲੰਗਰ ਮਸਤਾਨਾ ਹੋ ਗਿਆ, ਪੈਸਾ ਆ ਨਹੀਂ ਰਿਹਾ, ਪੈਸਾ ਸਾਰਾ ਉਹ ਇਕੱਠਾ ਕਰ ਲੈਂਦਾ ਪ੍ਰਿਥੀਆ। ਉਹਨੇ ਫਿਰ ਭਾਈ ਗੁਰਦਾਸ ਨੂੰ ਬੁਲਾਇਆ, ਜਿਹੜੀ ਉਸ ਵੇਲੇ ਆਗਰੇ ਸਨ, ਮਿਸ਼ਨਰੀ ਵਰਕ ਤੇ ਸਨ, ਸਿੱਖੀ ਦਾ ਪ੍ਰਚਾਰ ਹੀ ਕਰਦੇ ਸਨ। ਤੇ ਉਹ ਆਏ ਨੇ ਜਦੋਂ, ਫਿਰ ਉਹਨਾਂ ਨੇ ਵੀ ਕਿਹਾ ਕਿ ਖੈਰ ਕਿਤੇ ਲਿਖਿਆ ਤਾਂ ਨਹੀਂ, ਪਰ ਮੈਂ ਆਪਣੇ ਵਰਡ ਮੇਰੇ ਹੀ ਨੇ ਕਿ ਇੱਟ ਦਾ ਜਵਾਬ ਤੁਸੀਂ ਪੱਥਰ ਨਾਲ ਹੀ ਦੇ ਸਕਦੇ ਹੋ। ਉਹਨਾਂ ਨੇ ਵੀ ਸਿੱਖਾਂ ਨੂੰ ਲਿਆ ਤੇ ਜਿਹੜੀ ਪੋਸਟ ਤੇ ਪ੍ਰਿਥੀ ਬੈਠਾ ਸੀ, ਪ੍ਰਿਥੀ ਚੰਦ ਆਪਣੇ ਬੰਦੇ ਨਾਲ ਬੈਠਾ ਸੀ, ਉੱਥੇ ਇਹ ਵੀ ਜਾ ਕੇ ਬਹਿ ਗਏ। ਕਿਸੇ ਇਤਿਹਾਸ ਵਿੱਚ ਇਹ ਨਹੀਂ ਆਉਂਦਾ ਵੀ ਇਹਨਾਂ ਦੀ ਆਪਸ ਵਿੱਚ ਕੋਈ ਲੜਾਈ ਹੋਈ ਹੈ ਜਾਂ ਕੁਝ ਹੋਇਆ। ਇਹੀ ਆਉਂਦਾ ਕਿ ਭਾਈ ਗੁਰਦਾਸ ਜੀ ਦਾ ਜਿਹੜਾ ਆਉਣ ਵਾਲੇ ਲੋਕਾਂ ਨੂੰ ਸਮਝਾਉਣਾ ਸੀ ਉਹ ਜ਼ਿਆਦਾ ਪਾਵਰਫੁਲ ਸੀ। ਸੋ ਸੰਗਤ ਨੂੰ ਹੌਲੀ ਹੌਲੀ ਪਤਾ ਲੱਗ ਗਿਆ ਕਿ ਅਸਲੀ ਗੁਰੂ ਅਰਜਨ ਦੇਵ ਜੀ ਨੇ ਔਰ ਪ੍ਰਿਥੀ ਚੰਦ ਗੁਰੂ ਨਹੀਂ ਹੈ। ਉਹ ਚੜਾਵਾ ਹੁਣ ਗੁਰੂ ਸਾਹਿਬ ਕੋ ਆਣਾ ਸ਼ੁਰੂ ਹੋ ਗਿਆ। ਇਹ ਮੈਂ ਬੈਕਗਰਾਉਂਡ ਇਸ ਕਰਕੇ ਦੱਸੀ ਹੈ, ਇੱਕ ਸ਼ਹਿਰ ਵਸਾਣਾ ਇਟ ਨੀਡਸ ਮਨੀ। ਗੁਰੂ ਸਾਹਿਬ ਨੇ ਹਰਿਮੰਦਰ ਸਾਹਿਬ ਬਣਾਇਆ, ਅੰਮ੍ਰਿਤਸਰ ਗੁਰੂ ਰਾਮਦਾਸ ਜੀ ਬਣਾ ਗਏ ਸਨ, ਪਰ ਉਹਨੂੰ ਆਬਾਦ ਕਰਨਾ, ਉਹਨੂੰ ਵਸਾਣਾ ਇਹ ਗੁਰੂ ਅਰਜਨ ਨੇ ਕੀਤਾ। ਪੈਸਾ ਚਾਹੀਦਾ ਸੀ। ਕਰਤਾਰਪੁਰ ਬਣਾਇਆ, ਤੁਸੀਂ ਘਰ ਬਣਾਉਣ ਤੇ ਪੈਸੇ ਲੱਗ ਜਾਂਦੇ ਨੇ, ਤੁਸੀਂ ਉੱਥੇ ਸ਼ਹਿਰ ਵਸਾ ਰਹੇ ਨੇ। 4 ਸ਼ਹਿਰ ਉਹਨੇ ਕੈਲਾਸ਼ ਨੇ ਗਿਣ ਦਿੱਤੇ ਨੇ, 4 ਸ਼ਹਿਰ ਵਸਾਣੇ। ਹਰਿਮੰਦਰ ਸਾਹਿਬ ਵਰਗੀ ਇਤਨੀ ਅਜ਼ੀਮ ਇਮਾਰਤ ਨੂੰ ਬਿਲਡ ਅਪ ਕਰਨਾ, ਇਹਦਾ ਮਤਲਬ ਫਿਰ ਪੈਸਾ ਆ ਰਿਹਾ ਸੀ ਨਾ ਮਸੰਦਾਂ ਕੋਲੋਂ। ਔਰ ਉਸ ਵੇਲੇ ਮਸੰਦ ਬਹੁਤ ਓਨੈਸਟ ਸਨ ਔਰ ਬਹੁਤ ਈਵਨ ਰਿਚ ਹਿੰਦੂ, ਔਰ ਜਿਹੜੇ ਸਿੱਖ ਬਣ ਗਏ ਸਨ ਰਿਚ ਸਿੱਖ, ਜਿਹੜੇ ਕਿਸੇ ਸਟੇਟਾਂ ਦੇ ਮਹਾਰਾਜੇ ਵੀ ਸਨ, ਉਹਨਾਂ ਨੇ ਬਹੁਤ ਪੈਸਾ ਦਿੱਤਾ ਔਰ ਟੁਵਰਡ ਦਿਸ। ਔਰ ਹਰੀ ਰਾਮ ਗੁਪਤਾ ਤੇ ਲਿਖਦਾ ਹੈ ਕਿ ਈਵਨ ਗੁਰੂ ਅਰਜਨ ਦੇਵ ਜੀ ਦਾ ਆਪਣਾ ਰਿਹਾਇਸ਼ ਰਾਇਲ ਹੋ ਗਈ ਸੀ। ਹੀ ਲੁਕਡ ਲਾਈਕ ਅ ਪ੍ਰਿੰਸ ਨਾਓ। ਉਹਨਾਂ ਨੇ ਆਪ ਹੀ ਕਿਹਾ ਸੀ ਕਿ ਜਿਹੜਾ ਮੇਰਾ ਸਿੱਖ ਹੈ, ਹੀ ਕੈਨ ਲਿਵ ਅ ਵੈਰੀ ਕੰਫਰਟੇਬਲ ਲਾਈਫ ਇਫ ਹੀ ਸੋ ਵਿਸ਼ੇਸ। ਇਹ ਨਹੀਂ ਕਿ ਸੰਨਿਆਸੀ ਕੱਪੜਿਆਂ ਦੇ ਨਾਲ ਹੀ ਤੁਹਾਨੂੰ ਵਾਹਿਗੁਰੂ ਮਿਲਣਾ, ਅੱਛੇ ਰਹਿਣ ਸਹਿਣ ਦੇ ਨਾਲ ਵੀ ਤੁਸੀਂ ਪਰਮਾਤਮਾ ਤੱਕ ਪਹੁੰਚ ਸਕਦੇ ਹੋ। ਸੋ ਇਹ ਬੈਕਗਰਾਉਂਡ ਸੀ ਗੁਰੂ ਅਰਜਨ ਦੇਵ ਜੀ ਦੇ ਬਾਰੇ। ਜੋ ਕੁਝ ਥੋੜਾ ਬਹੁਤ ਅਸੀਂ ਡਿਸਕਸ ਕਰ ਸਕਦੇ ਸੀ ਕਿ ਗੁਰੂ ਅਰਜਨ ਦੇਵ ਜੀ ਹੀ ਨੇ ਜਿਨ੍ਹਾਂ ਨੇ ਤੁਹਾਡੀ ਸਿੱਖ ਮੂਵਮੈਂਟ ਨੂੰ ਇੱਕ ਦੁਨੀਆ ਦਾ ਵਰਲਡ ਰਿਲੀਜਨ ਬਣਾਇਆ। ਔਰ ਉਹਦਾ ਭੱਟ ਮਥੁਰਾ ਨੇ ਜਿਹੜਾ ਉਹਨਾਂ ਦੇ ਬਾਰੇ ਵਰਡ ਕਿਹਾ ਉਹ ਬਿਲਕੁਲ ਠੀਕ ਹੈ ਕਿ ਜਪਿਓ ਜਨੇ ਅਰਜਨ ਦੇਵ ਗੁਰੂ ਤਿਨ ਸੰਕਟ ਜੋਨ ਗਰਭ ਨਹੀਂ ਆਇਓ। ਕਿ ਤੁਹਾਨੂੰ ਇਹ ਗੁਰੂ ਨਾਨਕ ਹੀ ਸੀ ਇਨ ਹਿਸ 5th ਫਾਰਮ, ਜਿਹਨੇ ਤੁਹਾਨੂੰ ਉਹ ਸਭ ਕੁਝ ਦਿੱਤਾ ਜਿਹੜਾ ਇੱਕ ਧਰਮ ਨੂੰ ਚਾਹੀਦਾ ਸੀ। ਅੱਜ ਦਾ ਅਗਰ ਹੁਣ ਅਸੀਂ ਵਾਕ ਦੇਖੀਏ ਤੇ ਦੇਖੀਏ ਇੱਕ ਮੈਂ ਲਾਈਨ ਪੜਾਂਗਾ, ਸਟੈਂਸ ਪੜਾਂਗਾ। ਵਾਕ ਨੂੰ ਤੁਸੀਂ ਆਪਣੇ ਸਾਹਮਣੇ ਰੱਖੋ ਤੇ ਫਿਰ ਉਹਨੂੰ ਤੁਸੀਂ ਕਿਸ ਤਰ੍ਹਾਂ ਟ੍ਰਾਂਸਲੇਟ ਕਰਨਾ, ਇਹ ਬਹੁਤ ਇੰਪੋਰਟੈਂਟ ਹੈ।
ਇਹ ਅਸੀਂ ਨਾਰਮਲੀ ਜਾਂ ਤੇ ਨਵਜੋਤ ਤੇ ਨਵਤੇਜ ਜਾਂ ਵਜ਼ੀਰ ਸਿੰਘ ਜੀ ਤੋਂ ਚੱਲਦੇ ਹਾਂ। ਨਵਤੇਜ। ਧਨ ਸੁਹਾਗਣ ਜੋ ਪ੍ਰਭ ਪਛਾਨੇ, ਮਾਨੇ ਹੁਕਮ ਤਜੇ ਅਭਿਮਾਨੇ, ਪ੍ਰੇਸਿਓ ਰਾਤੀ ਰਲਿਆ ਮਾਨੇ। ਸੋ ਇੱਥੇ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਜਿਹੜਾ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੀਵ ਨੂੰ ਜੀਵ ਇਸਤਰੀ ਗਿਣਿਆ ਜਾਂਦਾ ਹੈਗਾ, ਮੰਨਿਆ ਜਾਂਦਾ ਹੈ। ਸੋ ਕਹਿੰਦੇ ਕਿ ਜਿਹੜੀ ਉਹ ਜੀਵ ਇਸਤਰੀ ਉਹ ਕਹਿੰਦੇ ਉਹ ਜੀਵ ਇਸਤਰੀ ਧਨ ਹੈ ਜਿਹਨੇ ਰੱਬ ਨੂੰ ਪਾਲਿਆ, ਪਹਿਲੀ ਲਾਈਨ ਦੇ ਵਿੱਚ ਕਹਿੰਦੇ ਨੇ। ਸੋ ਫਿਰ ਨੈਕਸਟ ਲਾਈਨ 'ਚ ਕਹਿੰਦੇ ਨੇ ਮੰਨੇ ਹੁਕਮ ਤਜੇ ਅਭਿਮਾਨੇ, ਕਿ ਕਹਿੰਦੇ ਕਿ ਉਹ ਜਿਹੜੀ ਜੀਵ ਇਸਤਰੀ ਹੈ ਉਹ ਵਾਹਿਗੁਰੂ ਦਾ ਹੁਕਮ ਵੀ ਮੰਨਦੀ ਹੈ, ਉਸਦੇ ਭਾਣੇ ਦੇ ਵਿੱਚ ਚੱਲਦੀ ਹੈ। ਤੇ ਉਹ ਕਿਸ ਤਰ੍ਹਾਂ ਉਸਦੇ ਭਾਣੇ ਵਿੱਚ ਚੱਲਦੀ ਕਿ ਉਹ ਆਪਣੀ ਜਿਹੜਾ ਹੰਕਾਰ ਹੈ, ਆਪਣੇ ਜਿਹੜਾ ਅਭਿਮਾਨ ਹੈ, ਉਸ ਨੂੰ ਤਿਆਗ ਕੇ ਉਹ ਹੁਕਮ ਦੇ ਵਿੱਚ ਚੱਲਦੀ ਹੈ। ਤੇ ਫਿਰ ਤੀਜੀ ਲਾਈਨ ਦੇ ਵਿੱਚ ਕਹਿੰਦੇ ਨੇ ਕਿ ਪ੍ਰੇਸਿਓ ਰਾਤੀ ਰਲੀਏ ਮਾਨੇ। ਸੋ ਕਹਿੰਦੇ ਨੇ ਕਿ ਜਿਹੜੀ ਉਹੀ ਉਹ ਜੀਵ ਇਸਤਰੀ ਦੀ ਗੱਲ ਕਰਦੇ ਨੇ ਕਿ ਹੁਣ ਉਹ ਆਪਣੇ ਪ੍ਰਭੂ ਦੇ ਨਾਲ ਰਲ ਗਈ ਹੈ, ਉਸ ਦੇ ਵਿੱਚ ਸਮਾ ਗਈ ਹੈ, ਕਿ ਉਹਨੂੰ ਬੜੀ ਖੁਸ਼ੀ ਔਰ ਉਸਦਾ ਰੰਗ ਮਾਣਦੀ ਹੈ ਕਿ ਉਸ ਰਲ ਕੇ ਤੋਂ ਉਹਨੂੰ ਸਾਰੀਆਂ ਖੁਸ਼ੀਆਂ ਮਿਲਦੀਆਂ ਨੇ। ਸੋ ਪਹਿਲੇ ਸਟੈਂਡੇ ਦੇ ਵਿੱਚ ਜੋ ਨਵਤੇਜ ਨੇ ਟ੍ਰਾਂਸਲੇਸ਼ਨ ਕੀਤੀ ਹੈ, ਉਸ ਔਰਤ ਦੇ ਬਾਰੇ ਕੀਤੀ ਹੈ ਜਿਹਨੂੰ ਉਹਨਾਂ ਨੇ ਸੁਹਾਗਣ ਕਿਹਾ। ਸੁਹਾਗਣ ਦਾ ਮਤਲਬ ਤੇ ਸਾਨੂੰ ਸਾਰੇ ਪੰਜਾਬੀਆਂ ਨੂੰ ਪਤਾ ਹੀ ਹੈ, ਜਿਹਦਾ ਪਤੀ ਜਿਉਂਦਾ ਹੋਵੇ। ਤੇ ਇੱਥੇ ਜਿਹਦਾ ਪਤੀ ਵਾਹਿਗੁਰੂ ਹੈ, ਈਵਨ ਗੁਰੂ ਨਾਨਕ ਸਾਹਿਬ ਨੇ ਵੀ ਆਪਣਾ ਪਤੀ ਵਾਹਿਗੁਰੂ ਨੂੰ ਕਈ ਜਗ੍ਹਾ ਕਿਹਾ। ਸੋ ਇੱਥੇ ਔਰਤ ਤੇ ਮਰਦ ਦੀ ਗੱਲ ਨਹੀਂ ਹੈ, ਜਿਸ ਤਰ੍ਹਾਂ ਜੋ ਨਵਤੇਜ ਨੇ ਸ਼ੁਰੂ 'ਚ ਹੀ ਕਿਹਾ। ਸੋ ਇਟ ਇਜ਼ ਸਮਬਡੀ ਜਿਹੜਾ ਕਿ ਜਿਹਦੇ ਵਾਸਤੇ ਪਰਮਾਤਮਾ ਹੀ ਸਭ ਕੁਛ ਹੈ, ਤੇ ਜਿਹੜੀ ਉਹਦੇ ਪਰਮਾਤਮਾ ਦੇ ਹੁਕਮ ਦੇ ਵਿੱਚ ਚੱਲਦੀ ਹੈ, ਤੇ ਫਿਰ ਉਹਨੂੰ ਜੀਵਨ ਦੀਆਂ ਸਾਰੀਆਂ ਖੁਸ਼ੀਆਂ ਮਿਲਦੀਆਂ ਨੇ। ਵਜ਼ੀਰ ਜੀ, ਸੈਕੰਡ ਸੈਂਟੈਂਸ। ਸੁਣ ਸਖੀਏ ਪ੍ਰਭ ਮਿਲੇ ਨਿਸ਼ਾਨੀ, ਮਿਲੇ ਨਿਸ਼ਾਨੀ, ਮਨ ਤਨ ਅਰਪ ਤਜ ਲਾਜ ਲੁਕਾਨੀ। ਇਹ ਹੁਣ ਇੱਕ ਸਖੀ ਦੂਜੇ ਨੂੰ ਦੱਸ ਰਹੀ ਹੈ ਸਹੇਲੀ ਕਿ ਪ੍ਰਭੂ ਨੂੰ ਮਿਲਣ ਦੀ ਨਿਸ਼ਾਨੀ ਕੀ ਹੈ, ਕਿਵੇਂ ਤੁਸੀਂ ਮਿਲ ਸਕਦੇ ਹੋਗੇ। ਇਹਦਾ ਜਵਾਬ ਉਹ ਆਪੇ ਹੀ ਦਿੰਦੇ ਆ ਕਿ ਮਨ ਤਨ ਅਰਪ ਤਜ ਲਾਜ ਲੁਕਾਨੀ, ਕਿ ਤੁਸੀਂ ਆਪਣਾ ਮਨ ਤਨ ਅਰਪਣ ਕਰ ਦਿਓ, ਦੇ ਦਿਓ। ਜਿਹੜੀ ਲੋਕ ਲਾਜ ਹੈ ਉਹਦੇ ਤੋਂ ਤੁਸੀਂ ਬਾਹਰ ਨਿਕਲੋ, ਲੋਕ ਲਾਜ ਦੀ ਪਰਵਾਹ ਨਾ ਕਰੋ। ਲੋਕ ਕੀ ਕਹਿੰਦੇ ਨੇ, ਕੀ ਹੁੰਦਾ, ਤੁਸੀਂ ਆਪਣਾ ਮਨ ਤਨ ਸਭ ਕੁਝ ਅਰਪ ਕਰ ਦਿਓ। ਇਹ ਪ੍ਰਭੂ ਨੂੰ ਮਿਲਣ ਦੀ ਨਿਸ਼ਾਨੀ ਹੈ। ਇਹ ਵਜ਼ੀਰ ਜੀ ਨੇ ਬਹੁਤ ਅੱਛੇ ਸ਼ਬਦਾਂ ਦੇ ਵਿੱਚ ਕਿਹਾ ਕਿ ਲਾਜ ਜਿਹੜਾ ਵਰਡ ਹੈ ਨਾ, ਤਜ ਲਾਜ ਲੁਕਾਨੀ। ਜੇ ਤੁਸੀਂ ਪਰਮਾਤਮਾ ਨੂੰ ਹੀ ਆਪਣਾ ਸਭ ਕੁਝ ਅਰਪਣ ਕਰਨਾ ਤੇ ਤੁਹਾਨੂੰ ਲਾਜ ਕਾਹਦੀ ਹੈ। ਤੇ ਜਦ ਤੱਕ ਤੁਸੀਂ ਹਰ ਚੀਜ਼ ਛੱਡੋਗੇ ਨਹੀਂ, ਲੋਭ ਨਹੀਂ ਛੱਡੋਗੇ, ਹੰਕਾਰ ਨਹੀਂ ਛੱਡੋਗੇ, ਇਹ ਸਾਰੀਆਂ ਚੀਜ਼ਾਂ ਆਪਣੇ ਸੰਸਾਰ ਦੀਆਂ ਨਹੀਂ ਛੱਡੋਗੇ ਜੀ, ਫਲਾਣਾ ਹੈ ਕਹੇਗਾ ਤੇ ਫਲਾਣਾ ਹੈ ਕਹੇਗਾ ਤੇ ਫਲਾਣਾ ਹੈ ਕਹੇਗਾ। ਪਰਮਾਤਮਾ ਨੂੰ ਜੇ ਮਿਲਣਾ ਹੈ ਤੇ ਇਹ ਜਿਹੜਾ ਵਰਡ ਹੈ ਬਹੁਤ ਇੰਪੋਰਟੈਂਟ ਹੈ, ਤਜ ਲਾਜ ਲੁਕਾਨੀ। ਤੇ ਮਨ ਤਨ ਅਰਪ, ਸਭ ਕੁਝ ਅਰਪ ਕਰ ਦਿਓ ਪਰਮਾਤਮਾ ਨੂੰ, ਸਭ ਕੁਝ ਪਰਮਾਤਮਾ ਨੂੰ ਦੇ ਦਿਓ। ਗੁਰਦੇਵ ਜੀ। सखी सहेली को समझावे, सोई कमावे जो प्रभ पावे, सास सुहागण अंक समावे। कहते भी एक जिदा सोल ब्राइड भी इस्त्री सहेली अपनी दासी सहेलियां नूं भी ਉਹ ਜੋ ਰੱਬ ਨੂੰ ਪਾਉਂਦਾ ਆ, ਜੋ ਖੁਸ਼ ਹੁੰਦਾ ਆ। ਤਾਂ ਇਹ ਕਰਕੇ ਕਹਿੰਦੇ ਵੀ ਉਹ ਜਿਹੜੀ ਸਖੀ ਸਹੇਲੀ ਰੱਬ ਵਿੱਚ ਫਿਰ ਮੇਲ ਹੋ ਜਾਂਦੀ, ਵਿੱਚ ਮਿਲਾਪ ਹੋ ਜਾਂਦਾ ਰੱਬ ਦੇ ਨਾਲ। वो जरा वर्ड लास्ट है समावे, उसका मतलब ये है कि when you actually you become one with Vaheguru, that is what you are. Paramjit, next sentence. गर्भ कहली महल न पावे, गर्भ गहेली महल न पावे, फिर पछतावे जब रहन बिहावे, कर्महीन मन मुख दुख पावे। गर्भ गहेली महल न पावे। ਜਿਹਦੇ ਵਿੱਚ ਹੰਕਾਰ ਹੈ ਨਾ, ਉਹਨੂੰ ਉਹਦਾ ਰਸਤਾ ਨਹੀਂ ਮਿਲਦਾ ਵਾਹਿਗੁਰੂ ਦਾ, ਹੈ ਨਾ। ਤੇ ਫਿਰ ਉਹ ਪਛਤਾਉਂਦੀ ਹੈ ਕਿ ਮੈਨੂੰ ਕਿਉਂ ਨਹੀਂ ਮਿਲਿਆ। ਤੇ ਉਹਦੀ ਜਿਹੜੀ जब रहन बिहावे, रहन बिहावे, ਰਹਿਣ ਬਹਾਵੇ, ਰਾਤ ਦੀ रात बीत गई, the night just passes, है ना, and फिर वो सफर करती है ना at the end। चल ठीक है, तू बहुत शॉर्ट की था, बट ठीक है, जो तू अंडर करंट इज राइट।
ਗਰਭ ਗਹੇਲੀ ਮਹਿਲ ਨਾ ਪਾਵੇ। ਜਿਹਦੇ ਅੰਦਰ ਹੰਕਾਰ ਹੈ, ਜਿਹਦੇ ਅੰਦਰ ਹੰਕਾਰ ਹੀ ਵੜਿਆ ਹੋਇਆ, ਉਹਨੂੰ ਪਰਮਾਤਮਾ ਦਾ ਘਰ ਕਿੱਥੋਂ ਮਿਲਣਾ? ਮਹਿਲ ਮੈਨੇ ਪਰਮਾਤਮਾ ਦਾ ਘਰ, ਮਹਿਲ ਮੈਨੇ ਪਰਮਾਤਮਾ, ਮਹਿਲ ਮੈਨੇ ਸਭ ਕੁਝ, ਉਹਨੂੰ ਉਹ ਕਿੱਥੋਂ ਮਿਲਣਾ? ਫਿਰ ਪਛਤਾਵੇ। ਤੇ ਜੇ ਵਕਤ ਲੰਘ ਗਿਆ ਤੇ ਫਿਰ ਉਹਨੇ ਜ਼ਿੰਦਗੀ ਭਰ ਪਛਤਾਣਾ ਹੀ ਹੈ। ਕਰਮਹੀਨ, ਕਰਮ ਮੀਨਸ ਤੁਹਾਡੀ ਜੋ ਤੁਹਾਡੇ ਕਰਮ ਨੇ, ਹੀਨ म्हणजे ਨਹੀਂ, ਅਨਫੋਰਚੂਨੇਟ ਕਹਿ ਲਓ, ਮਨਮੁਖ ਦੁੱਖ ਪਾਵੇ ਤੇ ਫਿਰ ਉਹਨੇ ਜ਼ਰੂਰ ਆਪਣੇ ਜੀਵਨ ਵਿੱਚ ਦੁੱਖ ਪਾਣੇ ਨੇ। ਮਹਿੰਦਰ ਜੀ, ਹਾਂਜੀ ਬਿਨੋ ਕਰੀ ਜੇ ਜਾਣਾ ਦੂਰ, ਪ੍ਰਭ ਅਬਨਾਸੀ ਰਿਹਾ ਭਰਪੂਰ। ਚਲੋ ਇੱਕ ਲਾਈਨ ਤੁਸੀਂ ਕਰੋ, ਅਗਲੀ ਲਾਈਨ ਕਲਾਸ਼ ਕਰੇਗੀ। ਬਿਨੋ ਕਰੀ ਜੇ ਜਾਣਾ ਦੂਰ, ਬਿਨੋ ਕਰੀ, ਬਿਨੋ ਬਿਨੋ ਪ੍ਰੇ ਹੁੰਦਾ ਮਹਿੰਦਰ, ਬੇਨਤੀ। ਹਾਂ ਬਿਨਤੀ ਕੋਈ ਨਹੀਂ ਕਲਾਸ਼ ਜੀ, ਅਰਦਾਸ ਬਿਨੋ ਕਰੋ। ਬੇਨਤੀ ਅਰਦਾਸ ਕਰੀਏ। ਹਾਂਜੀ ਠੀਕ ਹੈ, ਬੋਲੋ ਬੋਲੋ ਹੁਣ ਹਾਂਜੀ। ਬੋਲੋ। ਬਿਨੋ ਕਰੀ, ਬਿਨੋ ਕਰੀ, ਕਰੀ ਜੇ ਜਾਣਾ ਦੂਰ, ਜੇ ਅਰਦਾਸ ਕਰਕੇ ਉਹਦੇ ਨੇੜੇ ਜਾ ਸਕਦੇ ਹੋ ਤੁਸੀਂ। ਅਸੀਂ ਜੀ ਆਪਣੇ ਤੇ ਤੁਸੀਂ ਆਪਣੀ ਅਰਦਾਸ ਕਰਕੇ ਹੀ ਪ੍ਰਮਾਤਮਾ ਦੇ ਨੇੜੇ ਜਾ ਸਕਦੇ ਹੋ। ਕਿ ਠੀਕ ਹੈ, ਚਲੋ ਇਹਨੂੰ ਕਿਸੇ ਤਰ੍ਹਾਂ ਕਹਿ ਲਓ ਕਿ ਤੁਸੀਂ ਅਰਦਾਸ ਕਰਦੇ ਹੋ। ਬਿਨੋ ਕਰੀ, ਮੈਂ ਅਰਦਾਸ ਕੀਤੀ ਹੈ, ਮੈਂ ਪ੍ਰਮਾਤਮਾ ਨੂੰ ਅਰਦਾਸ ਕੀਤੀ ਹੈ ਕਿ ਭਾਵੇਂ ਉਹ ਦੂਰ ਹੈ ਜਾਂ ਨੇੜੇ ਹੈ, ਮੈਂ ਆਪਣੀ ਅਰਦਾਸ ਨਾਲ ਉਹਨੂੰ ਆਪਣੇ ਕੋਲ ਬੁਲਾ ਸਕਦੀ ਹਾਂ, ਮੈਂ ਉਹਨੂੰ ਆਪਣੇ ਕੋਲ ਮਹਿਸੂਸ ਕਰ ਸਕਦੀ ਹਾਂ। ਭਾਵੇਂ ਇਹਦਾ ਐਕਚੁਅਲ ਲਿਟਰਲ ਮੀਨਿੰਗ ਇਹੀ ਹੈ, ਬਟ ਆਈ ਥਿੰਕ ਦੈਟ ਇਜ਼ ਫਾਰ ਅਵੇ। ਭਾਵੇਂ ਉਹ ਕਿੰਨਾ ਵੀ ਦੂਰ ਹੋਵੇ, ਪਰ ਪਰਮਾਤਮਾ ਨੂੰ ਜੇ ਤੁਸੀਂ ਸੱਚੇ ਦਿਲੋਂ ਅਰਦਾਸ ਕਰੋਗੇ ਤੇ ਤੁਹਾਨੂੰ ਆਪਣੇ ਕੋਲ ਹੀ ਪਾਓਗੇ, ਉਹ ਕਿਤੇ ਨਹੀਂ ਜਾਏਗਾ। ਕਲਾਸ਼ ਨੈਕਸਟ ਲਾਈਨ। ਜੀ ਪ੍ਰਭ ਅਬਨਾਸੀ ਰਿਹਾ ਭਰਪੂਰ। ਵਾਹਿਗੁਰੂ ਨਾ ਖਤਮ ਹੋਣ ਵਾਲਾ ਹੈ, ਉਹ ਹਮੇਸ਼ਾ ਰਹਿਣ ਵਾਲਾ ਹੈ, ਤੇ ਉਹ ਹਮੇਸ਼ਾ ਹੀ ਸਾਡੇ ਤੇ ਆਪਣੀ ਮਿਹਰ ਕਰਦਾ ਹੈ। ਬਬਲੀ, ਜਨ ਨਾਨਕ ਗਾਵੇ ਦੇਖ ਹਜੂਰ। ਜਦੋਂ ਉਹ ਆਪਣੇ ਨਾਨਕ ਜੀ ਉਹਨਾਂ ਨੂੰ ਦੇਖਦੇ ਨੇ ਹਾਜ਼ਰ ਹਜ਼ੂਰ ਵੇਖ, ਨਾਨਕ ਉਸ ਦਾ ਜਸ ਗਾਣ ਲੱਗ ਪੈਂਦਾ ਹੈ। ਗਾਵੇ ਗਾਵੇ ਦੇਖ ਹਜ਼ੂਰ, ਉਹਦਾ ਜਸ ਗਾਣ ਲੱਗ ਪੈਂਦੇ ਨੇ ਉਹਦਾ। ਤੇ ਉਹ ਉਹਨੂੰ ਹਮੇਸ਼ਾ ਆਪਣੇ ਕੋਲ ਹੀ ਪਾਉਂਦੇ ਨੇ, ਆਪਣੇ ਨੇੜੇ ਪਾਉਂਦੇ ਨੇ, ਆਪਣੇ ਸਾਹਮਣੇ ਹੀ ਪਾਉਂਦੇ ਨੇ। ਹੀ ਇਜ਼ ਐਵਰੀਵੇਅਰ, ਕਿਉਂਕਿ ਓਮਨੀ ਪ੍ਰੈਜ਼ੈਂਟ ਨੇ ਉਹ। ਹਾਂਜੀ, ਜੇ ਇਹ ਤੁਸੀਂ ਤਿੰਨ ਲਾਈਨਾਂ ਇਕੱਠੀਆਂ ਪੜ੍ਹੋ ਤਾਂ ਮਤਲਬ ਨਿਕਲਦਾ ਹੈ। ਹਾਂਜੀ, ਜੇ ਦਵਿੰਦਰ ਤਿੰਨ ਲਾਈਨਾਂ ਕਰੇਗੀ। ਇਕੱਠੀਆਂ ਪੜ੍ਹੋ ਤਾਂ ਮਤਲਬ ਨਿਕਲਦਾ ਇਹਦਾ। ਹਾਂਜੀ, ਦਵਿੰਦਰ ਕਰੇਗੀ ਤਿੰਨਾਂ ਲਾਈਨਾਂ ਨੂੰ ਇਕੱਠਿਆਂ। ਦਵਿੰਦਰ, ਬਿਨੋ ਕਰੀ ਜੇ ਜਾਣਾ ਦੂਰ, ਪ੍ਰਭ ਅਬਨਾਸੀ ਰਿਹਾ ਭਰਪੂਰ, ਜੇ ਨਾਨਕ ਗਾਵੇ ਦੇਖ ਹਜ਼ੂਰ। ਇਹ ਠੀਕ ਕਿਹਾ ਵਜ਼ੀਰ ਜੀ ਨੇ। ਯੂ ਰੀਡ ਆਲ ਥੀਸ ਟੁਗੇਦਰ। ਹੁਣ ਦੱਸੋ ਮੀਨਿੰਗ ਦੱਸੋ। ਹਾਂਜੀ, ਬਿਨੋ ਕਰੀ ਜੇ ਜਾਣਾ ਦੂਰ, ਮੈਂ ਜਦੋਂ ਬੇਨਤੀ ਕਰਦੀ ਹਾਂ, ਜੇ ਪਰਮਾਤਮਾ ਦੂਰ ਵੀ ਆ ਤੇ ਤਾਂ ਵੀ ਉਹਨੂੰ ਆਪਣੇ ਨੇੜੇ ਹੀ ਸਮਝਦੇ ਆ। ਤੇ ਪ੍ਰਭ ਅਬਿਨਾਸੀ ਰਿਹਾ ਭਰਪੂਰ, ਜਿਹੜਾ ਪ੍ਰਭ ਨਾਸੀ, ਜਿਹੜਾ ਨਾਸ ਹੋਣ ਵਾਲਾ ਨਹੀਂ ਹੈ, ਪ੍ਰਭੂ ਪਰਮਾਤਮਾ, ਉਹ ਹਮੇਸ਼ਾ ਹਮੇਸ਼ਾ ਭਰਪੂਰ, ਹਮੇਸ਼ਾ ਸਾਡੇ ਨਾਲ ਹੀ, ਹਮੇਸ਼ਾ ਨਾਲ ਹੀ ਰਹਿੰਦੇ ਆ। ਜਨ ਨਾਨਕ ਗਾਵੇ ਦੇਖ ਹਜ਼ੂਰ, ਜਦੋਂ ਗੁਰੂ ਨਾਨਕ ਜੀ ਪੰਜਵੇਂ ਗੁਰੂ ਕਹਿੰਦੇ ਆ ਕਿ ਜਦੋਂ ਮੈਂ ਗਾਉਂਦਾ ਆ, ਪਰਮਾਤਮਾ ਦੇ ਗੁਣ ਗਾਉਂਦਾ ਆ, ਹਮੇਸ਼ਾ ਉਹਨੂੰ ਆਪਣੇ ਨਾਲ ਹੀ ਪਾਉਂਦਾ ਹੈ। ਮੈਂ ਉਹਨੂੰ ਚਾਰੋਂ ਪਾਸੇ ਦੇਖਦਾ, ਹਰ ਜਗ੍ਹਾ ਉਹ ਹੀ ਹੈ। ਤੋ ਇਹ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ। ਔਰ ਗੁਰੂ ਅਰਜਨ ਦੇਵ ਜੀ ਦੇ ਤੁਸੀਂ ਹੁਣੇ ਕਿਹਾ ਸੀ ਕਿ 2218 ਕੰਪੋਜੀਸ਼ਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, which are almost 40% of the total composition in ਗੁਰੂ ਗ੍ਰੰਥ ਸਾਹਿਬ। ਇਹ ਉਹਨਾਂ ਨੇ ਤਕਰੀਬਨ 4 ਸਾਲ ਦੀ ਅਣਥੱਕ ਮਿਹਨਤ ਦੇ ਨਾਲ, ਰਾਮਸਰ ਉਹਨਾਂ ਨੇ ਇੱਕ ਜਗ੍ਹਾ ਹਰਿਮੰਦਰ ਸਾਹਿਬ ਦੇ ਕੋਲ, ਉੱਥੇ ਵੀ ਕੋਈ ਪੂਲ ਸੀ, ਉੱਥੇ ਇੱਕ ਛੋਟਾ ਜਿਹਾ ਗੁਰਦੁਆਰਾ ਬਣਾ ਕੇ ਉੱਥੇ ਬੈਠ ਕੇ ਉਹਨਾਂ ਨੇ ਇਸ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਕੀਤੀ ਸੀ। ਔਰ ਫਿਰ ਉਹਨਾਂ ਨੂੰ ਉਹ ਹਰਿਮੰਦਰ ਸਾਹਿਬ ਦੇ ਅੰਦਰ ਜਦੋਂ ਸਥਾਪਨਾ ਉਹਨਾਂ ਨੇ ਕੀਤੀ ਹੈ, ਬਾਬਾ ਬੁੱਢਾ ਨੂੰ ਉਹਦਾ ਪਹਿਲਾ ਉਹਨਾਂ ਨੇ ਗ੍ਰੰਥੀ ਸਥਾਪਿਆ ਸੀ। ਅਕਾਲ ਤਖ਼ਤ ਸਾਹਿਬ ਦੇ ਵੀ ਇੱਕ ਜਗ੍ਹਾ ਜਿਹਨੂੰ ਕੋਠਾ ਸਾਹਿਬ ਕਹਿੰਦੇ ਨੇ। ਕੋਠਾ ਸਾਹਿਬ ਉਹ ਜਗ੍ਹਾ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਜਿਸ ਵੇਲੇ ਸੁਖਾਸਨ ਹੁੰਦਾ, ਉਹਦੇ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਪੀੜ ਉੱਥੇ ਲਿਜਾਈ ਜਾਂਦੀ ਹੈ। ਉਸ ਜਗ੍ਹਾ ਤੇ ਪਹਿਲਾਂ ਗੁਰੂ ਅਰਜਨ ਦੇਵ ਜੀ ਆਪ ਸਵਾਇਆ ਕਰਦੇ ਸਨ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਹੋਈ ਹੈ ਤਾਂ ਫਿਰ ਜਿਸ ਵੇਲੇ ਪਹਿਲੀ ਵਾਰੀ ਉਹ ਸੁਖਾਸਨ ਕਰਕੇ ਬਾਬਾ ਜੀ ਦੀ ਬੀੜ ਨੂੰ ਉੱਥੇ ਹੀ ਲੈ ਕੇ ਗਏ ਨੇ,
ਤਾਂ ਉਹ ਫਿਰ ਆਪ ਸਾਰੀ ਜ਼ਿੰਦਗੀ ਗੁਰੂ ਅਰਜਨ ਦੇਵ ਜੀ ਪੁੰਜੇ ਸੁਣਦੇ ਰਹੇ ਨੇ ਤੇ ਬਾਬਾ ਜੀ ਦੀ ਪੀੜ ਨੂੰ ਉਹ ਉੱਚੇ ਪਲੰਗ ਤੇ ਉਹਨਾਂ ਦੀ ਸਥਾਪਨਾ ਉੱਤੇ ਹੁੰਦੀ ਸੀ। ਉਹ ਰਿਵਾਜ ਅੱਜ ਵੀ ਹੈ। ਜੇ ਤੁਸੀਂ ਅਕਾਲ ਤਖਤ ਸਾਹਿਬ ਜਾਓ, ਉਹ ਕਮਰਾ ਅੱਜ ਵੀ ਉਹਨਾਂ ਪ੍ਰੀਜ਼ਰਵ ਕੀਤਾ ਹੈ, ਜਿਹਨੂੰ ਕੋਠਾ ਸਾਹਿਬ ਕਹਿੰਦੇ ਨੇ। ਅੱਜ ਵੀ ਗੁਰੂ ਗ੍ਰੰਥ ਸਾਹਿਬ ਦੀ ਪੀੜ ਰਾਤੀ ਉੱਥੇ ਹੀ ਜਾ ਕੇ ਉਹਦਾ ਸੁਖਾਸਨ ਹੁੰਦਾ ਤੇ ਸਵੇਰੇ ਬਾਬਾ ਜੀ ਦੀ ਪੀੜ ਉੱਥੋਂ ਹੀ ਚੱਲਦੀ ਹੈ। ਉੱਥੋਂ ਚੱਲ ਕੇ ਉਹ ਹਰਿਮੰਦਰ ਸਾਹਿਬ ਪਹੁੰਚਦੀ ਹੈ। ਤਕਰੀਬਨ 7-8 ਮਿੰਟ ਉੱਥੇ ਲੱਗਦੇ ਨੇ। ਔਰ ਉਸ ਤੋਂ ਪਹਿਲਾਂ ਜਿਹੜਾ ਵੀ ਮੈਨੇਜਮੈਂਟ ਕਮੇਟੀ ਟਾਈਮ ਸੈੱਟ ਕਰੇ, ਉਸ ਹਿਸਾਬ ਸੇ ਰਾਸਾ ਦੀ ਵਾਰ ਹਰਿਮੰਦਰ ਸਾਹਿਬ ਸ਼ੁਰੂ ਹੋ ਜਾਂਦੀ ਹੈ। ਔਰ ਇਹ ਟਾਈਮ ਮੌਸਮ ਦੇ ਨਾਲ ਬਦਲਦਾ ਰਹਿੰਦਾ। ਅੱਜ ਕੱਲ ਇਹ ਜਿਹੜਾ ਹੁਣ ਮਹੀਨਾ ਚੱਲ ਰਿਹਾ ਦਸੰਬਰ ਦਾ, ਤਕਰੀਬਨ 5:10 ਜਾਂ 15 ਮਿੰਟ ਤੇ ਉਹ ਬਾਬਾ ਜੀ ਦੀ ਭੀੜ ਉੱਥੋਂ ਚੱਲਦੀ ਹੈ ਅਕਾਲ ਤਖਤ ਸਾਹਿਬ ਤੋਂ, ਤੇ ਕੋਈ 5:30 ਦੇ ਨੇੜੇ ਤੇੜੇ ਉਹ ਹਰਿਮੰਦਰ ਸਾਹਿਬ ਪਹੁੰਚਦੀ ਹੈ। ਫਿਰ ਤਕਰੀਬਨ 10-15 ਮਿੰਟ ਲੱਗਦੇ ਨੇ ਜਦੋਂ ਪੱਟਾ ਦੇ ਸਵਈਏ ਪੜਦੇ ਨੇ, ਤੇ ਉਸ ਤੋਂ ਬਾਅਦ ਫਿਰ ਵਾਕ ਦਿੱਤਾ ਜਾਂਦਾ। ਸੋ ਇਹ ਅੱਜ ਕੱਲ ਤੇ ਇਸ ਵੇਲੇ ਦਿਸ ਇਜ਼ ਵਾਟ ਇਜ਼ ਦੀ ਪ੍ਰੋਗਰਾਮ। ਔਰ ਇਹ ਪ੍ਰੋਗਰਾਮ ਜਿਹੜਾ ਹੈ ਇਹ ਹਰਿਮੰਦਰ ਸਾਹਿਬ ਬਦਲਦਾ ਹੈ। ਲੇਕਿਨ ਮੈਨੂੰ ਯਾਦ ਹੈ ਕਿ ਕੋਈ ਵਕਤ ਪਹਿਲਾਂ ਸੀ ਜਦੋਂ ਦਿੱਲੀ ਜਿਹੜੇ ਗੁਰਦੁਆਰਾ ਆਪਣਾ ਸਭ ਤੋਂ ਵੱਡਾ ਗੁਰਦੁਆਰਾ, ਉਹਨਾਂ ਦਾ ਵੀ ਪ੍ਰੋਗਰਾਮ ਟੀਵੀ ਤੇ ਆਉਂਦਾ ਸੀ ਬੰਗਲਾ ਸਾਹਿਬ ਦਾ, ਪਰ ਉਹਨਾਂ ਦਾ ਟਾਈਮ ਸੈੱਟ ਸੀ। ਉਹ ਪੂਰੇ 4 ਵਜੇ ਵਾਕ ਲੈਂਦੇ ਸੀ, ਭਾਵੇਂ ਗਰਮੀ ਹੈ ਭਾਵੇਂ ਸਰਦੀ ਹੈ। ਪਰ ਡਿਊ ਟੂ ਸਮ ਰੀਜ਼ਨ ਹੁਣ ਉਹ ਟੀਵੀ ਤੇ ਵਾਕ ਨਹੀਂ ਹੁੰਦਾ। ਬਟ ਬਾਕੀ ਤੁਸੀਂ ਇੱਕ ਚੈਨਲ ਹੈਗੀ ਹੈ ਸਮਥਿੰਗ ਵੇ ਲਾਈਟ, ਉਹਦੇ ਤੇ ਤੁਸੀਂ ਸਾਰੇ ਜਿਹੜੇ ਇੰਪੋਰਟੈਂਟ ਗੁਰਦੁਆਰੇ ਨੇ ਇਨਕਲੂਡਿੰਗ ਬੰਗਲਾ ਸਾਹਿਬ, ਹਜ਼ੂਰ ਸਾਹਿਬ, ਪਟਨਾ ਸਾਹਿਬ, ਨਨਕਾਣਾ ਸਾਹਿਬ, ਉਹ ਸਾਰਿਆਂ ਦੇ ਵਾਕ ਪੜ੍ਹ ਸਕਦੇ ਹੋ। ਵੇ ਟੂ ਲਾਈਟ ਇਹ ਹੈ ਸ਼ਾਇਦ ਉਸ ਤੁਸੀਂ ਜੇ ਜਾਓਗੇ ਵੈਬਸਾਈਟ ਤੇ www.way2light ਤੇ ਤੁਸੀਂ ਇੱਕ ਪੂਰਾ ਸਕਰੀਨ ਖੁੱਲੇਗਾ ਤੇ ਇਹਨਾਂ ਸਾਰਿਆਂ ਦਾ ਉੱਥੇ ਨਾਮ ਹੈਗੇ ਨੇ। ਤੁਹਾਨੂੰ ਨੈਕਸਟ ਜਿਹੜਾ ਅਸੀਂ ਹੈਗਾ ਅਸੀਂ ਕੁਇਕਲੀ ਦੇਖਣਾ ਵੀ ਪਿਛਲੇ ਹਫਤੇ ਪੂਰੇ ਹਰਿਮੰਦਰ ਸਾਹਿਬ ਤੋਂ ਜਿਸ ਵੇਲੇ ਬਾਬਾ ਜੀ ਦੀ ਭੀੜ ਆਉਂਦੀ ਸੀ, ਅਸੀਂ ਗੱਲ ਹੁਣੇ ਕਰ ਰਹੇ ਸਾਂ, ਕਿਹੜੇ ਸ਼ਬਦ ਪੜ੍ਹੇ ਗਏ। ਔਰ ਇਹਦੇ ਬਾਰੇ ਪਰਮਜੀਤ ਨੇ 1-2 ਕੁਐਸਚਨ ਪੁੱਛੇ ਸਨ ਲਾਸਟ ਟਾਈਮ ਕਿ ਇਹ ਸ਼ਬਦਾਂ ਦੇ ਵਿੱਚ ਹਮੇਸ਼ਾ ਪਿਆਰ ਜਾਂ ਵੈਲਕਮ ਦੇ ਸ਼ਬਦ ਨੇ, ਤੇ ਨੈਚੁਰਲੀ ਉਹਦਾ ਜਵਾਬ ਇਹੀ ਸੀ ਕਿ ਜਿਸ ਵੇਲੇ ਬਾਬਾ ਜੀ ਦੀ ਭੀੜ ਚੱਲਦੀ ਹੈ ਤੇ ਜਿਹੜੇ ਵੀ ਚੌਕੀ ਲੈ ਰਹੇ ਨੇ ਹਰਿਮੰਦਰ ਸਾਹਿਬ ਦੇ ਅੰਦਰ ਕੀਰਤਨ ਕਰ ਰਹੇ ਨੇ, ਉਹ ਅਰਦਾਸ ਕਰਦੇ ਨੇ ਆਪਣੇ ਸ਼ਬਦਾਂ ਦੇ ਥਰੂ ਕਿ ਆਓ ਸਾਨੂੰ ਦਰਸ਼ਨ ਦਿਓ। ਇਟ ਇਜ਼ ਅ ਵੈਲਕਮ ਸ਼ਬਦ ਫॉर ਗੁਰੂ ਗ੍ਰੰਥ ਸਾਹਿਬ ਟੂ ਕਮ। ਅਗਰ ਮੈਂ ਰਿਵਰਸ ਤੋਂ ਸ਼ੁਰੂ ਕਰਾਂ, ਅੱਜ ਜਿਹੜਾ ਸ਼ਬਦ ਹੈ ਉਹ ਪੇਜ 542 ਤੇ ਹੈ, ਔਰ ਉਹ ਵੀ ਗੁਰੂ ਅਰਜਨ ਦੇਵ ਜੀ ਦਾ ਰਾਗ ਬਿਹਾਗੜੇ ਦਾ। ਔਰ ਸ਼ੁਰੂ ਹੁੰਦਾ ਹੈ ਅਤ ਪ੍ਰੀਤਮ ਮਨ ਮੋਹਨਾ ਘਟ ਸੋਨਾ ਪ੍ਰਾਣ ਆਧਾਰਾ ਰਾਮ। ਜਿਹੜਾ ਵਰਡ ਬਾਰ ਪੜ੍ਹਦੇ ਸਨ ਉਹ ਹੈ ਨੈਣ ਤਰਸਨ ਦਰਸ ਪਰਸਨ ਨੇ ਨੀਂਦ ਰਹਿਣ ਵਿਹਾਨੀਆਂ। ਇਹ ਲਾਈਨ ਉਹ ਬਾਰ ਪੜ੍ਹਦੇ ਸਨ। ਮੈਂ ਦੁਬਾਰਾ ਲਾਈਨ ਪੜ੍ਹਦਾ ਤੁਹਾਨੂੰ, ਨੈਣ ਤਰਸਨ ਦਰਸ ਪਰਸਨ ਨੇ ਨੀਂਦ ਰਹਿਣ ਵਿਹਾਨੀਆਂ। ਕਿ ਮੈਨੂੰ ਨੀਂਦਰ ਨਹੀਂ ਆਉਂਦੀ ਔਰ ਮੇਰੇ ਨੈਣ ਜਿਹੜੇ ਤਰਸ ਰਹੇ ਨੇ ਤੁਹਾਡੇ ਦਰਸ਼ਨਾਂ ਨੂੰ। ਇਹ ਅੱਜ ਸਵੇਰ ਦਾ ਸੀ ਔਰ ਇਹ ਪੇਜ 542 ਤੇ ਹੈ, ਰਾਗ ਬਿਹਾਗੜੇ ਦਾ ਤੇ ਗੁਰੂ ਅਰਜਨ ਦੇਵ ਜੀ ਦਾ। ਗੋਇੰਗ ਇਨ ਦੀ ਰਿਵਰਸ ਮੋਡ, ਫਰਾਈਡੇ ਕੱਲ ਤੁਹਾਨੂੰ ਸਾਰਿਆਂ ਨੂੰ ਮੇਰੇ ਕੋਲ ਸ਼ਬਦ ਨਵਤੇਜ ਨੇ ਭੇਜ ਦਿੱਤੇ ਹੋਣੇ ਨੇ। ਉਹ ਪੇਜ 743 ਤੇ ਹੈ। ਇਹ ਵੀ ਗੁਰੂ ਅਰਜਨ ਦੇਵ ਜੀ ਦਾ ਔਰ ਰਾਗ ਸੋਈ ਦਾ। ਜਿਹੜੀ ਲਾਈਨ ਮੈਂ ਸਿਰਫ ਉਸ ਲਾਈਨ ਦਾ ਤੁਹਾਡੇ ਨਾਲ ਸਾਂਝ ਕਰਾਂਗਾ ਜਿਹੜੀ, ਕਿਉਂਕਿ ਟਾਈਮ ਇੰਨਾ ਸ਼ਾਰਟ ਹੁੰਦਾ ਹੈ ਤੇ ਕਈ ਸ਼ਬਦ ਇੰਨੇ ਵੱਡੇ ਨੇ ਪਰ ਉਹ ਸਿਰਫ 1 ਜਾਂ 2 ਸਟੈਂਜ਼ੇ ਪੜ੍ਹਦੇ ਨੇ, ਛੋਟੇ ਸ਼ਬਦ ਪੂਰੇ ਪੜ੍ਹ ਦਿੰਦੇ ਨੇ। ਇਹ ਰਾਗ ਸੋਈ ਦਾ 4 ਪਦੇ ਦਾ ਸ਼ਬਦ ਹੈ ਤੇ ਜਿਹੜਾ ਬਾਰ ਉਹ ਪੜ੍ਹਦੇ ਨੇ ਉਹ ਹੈ ਪੇਖ ਪੇਖ ਜੀਵਾਂ ਦਰਸ ਤੁਮਾਰਾ। ਪੇਖ ਪੇਖ ਜੀਵਾਂ ਗੇਜ਼ਿੰਗ ਅਪੋਨ ਬਿਹੋਲਡਿੰਗ ਦੀ ਬਲੈਸਡ ਵਿਜ਼ਨ ਆਫ ਯਰ ਦਰਸ਼ਨ ਆਈ ਲਿਵ। ਤੁਹਾਡੇ ਦਰਸ਼ਨਾਂ ਦੇ ਨਾਲ ਹੀ ਮੈਂ ਜਿੰਦਾ। ਇਹ ਲਾਈਨ ਉਹ ਬਰਾਗੀ ਸਾਹਿਬਾਨ
बार पढ़ते ने। शब्द शुरू होंदा गुर पूरे जब भय दयाल दुख बिन से पूਰਨ पई काल। जिस ਵੇਲੇ परमात्मा दयाल हो जाता, परमात्मा अपनी बख्शिश करता, दुख बिन से ते फिर सारे दुख दूर हो जाते हैं और जिहड़ी साडी जिन्ने भी वर्क्स ने साडे टास्क ने वो पूर्ण पई काल वो पूरे हो जाते हैं। थर्सडे ये राग सोई दा और ये गुरु नानक साहब दा ये बहुत बारी आया। ਕਿਹੜੇ ਪੇਜ ਤੇ ਆ? 764 764 764 गुरु नानक राग सोई। दर्शन देख भई न केवल जन्म मरण दुख नासा। दर्शन देख भई न केवल जन्म मरण दुख नासा। Gazing upon the blessed vision of your वाहिगुरु कहते हैं I have become free of desires। मैंने कोई desire नहीं रही। The pains of birth and death now are taken away। ये जड़ा लाइन है मन चाहो गनेरा सुन प्रभ मेरा मैं तेरा परवासा। ये बहुत रागी साहिबान विआहां दे नेड़े तेड़े भी ये शब्द पढ़ते हैं। ये शुरू होंदा आओ सजना और देखा दर्शन तेरा राम। ये लाइन भी बार बार रिपीट होती है। आओ सजना और देखा दर्शन तेरा राम घर अपनड़े खड़ी तका मैं मन चाहू गनेरा राम। ब्यूटीफुल लाइन्स नहीं? आओ सजना और देखा दर्शन तेरा राम। ये मेरे वाहिगुरु तू आ जा मैनू तेरे दर्शन की बहुत तांग है। घर अपनड़े खड़ी तका मैं मन चाहू गनेरा राम। वेडनेसडे पेज 562 राग वडहंस गुरु अर्जन। वजीर जी करेंगे ट्रांसलेशन। लाइन मैं पढ़दा। धन सो वेला जित दर्शन करना होम बलिहारी सतगुरु चरना। ਉਹ ਵੇਲਾ ਉਹ ਟਾਈਮ ਉਹ ਸਮਾਂ ਧਨ ਹੈ ਜਦੋਂ ਗੁਰੂ ਦੇ ਦਰਸ਼ਨ ਹੋ ਜਾਣਾ। ਹੋਮ ਬਲਿਹਾਰੀ ਸਤਿਗੁਰੂ ਬਲਿਹਾਰੀ ਸਤਿਗੁਰ ਚਰਨਾ। ਮੈਂ ਸਤਿਗੁਰੂ ਦੇ ਚਰਨ ਤੋਂ ਬਲਿਹਾਰ ਜਾਂਦਾ ਹਾਂ। ਮਤਲਬ ਚਰਨ ਐਜ਼ ਅ ਸਿੰਬਲ ਵਰਤਿਆ ਹੈ ਕਿ ਉਸ ਦੇ ਸ਼ਬਦ ਤੋਂ ਜਾਂ ਉਹਦੀ ਮੂਰਤ ਤੋਂ ਜਾਂ ਉਹਦੇ ਆਪਣੇ ਆਪੇ ਤੋਂ। ट्यूसडे शब्द ਉਹੀ ਰਿਪੀਟ ਹੈ ਜਿਹੜਾ ਹੁਣ ਅਸੀਂ ਥਰਸਡੇ ਕੀਤਾ ਔਰ ਲੇਕਿਨ ਅੱਜ ਹੁਣ ਇਸ ਵੇਲੇ ਇਹਨੂੰ ਨਵਤੇਜ ਕਰੇਗਾ ਇਹਦਾ ਟ੍ਰਾਂਸਲੇਸ਼ਨ। ਆਓ ਸਜਣਾ ਹੁਣ ਦੇਖਾਂ ਦਰਸ਼ਨ ਤੇਰਾ ਰਾਮ ਘਰ ਆਪਣੜੇ ਖੜੀ ਤੱਕਾਂ ਮੈਂ ਮਨ ਚਾਹੂ ਗਨੇਰਾ ਰਾਮ। ਅੱਛਾ ਸੋ ਇੱਥੇ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ हे ਮਿੱਤਰ ਕਿ ਤੂੰ ਆ ਮਿੱਤਰ मतलब ਮਿੱਤਰ ਕਹਿੰਦੇ ਨੇ ਕਿ ਮੈਂ ਤੇਰੇ ਦਰਸ਼ਨ ਦੇਖਣ ਨੂੰ ਮੇਰੀ ਟਾਂਗ ਹੈਗੀ ਹੈ। ਮਿੱਤਰ ਕਿਹਨੂੰ ਕਹਿ ਰਹੇ ਨੇ? ਮਿੱਤਰ ਇੱਥੇ ਵਾਹਿਗੁਰੂ ਨੂੰ ਕਹਿ ਰਹੇ ਨੇ। ਆਓ ਸਜਣਾ ਹੁਣ ਦੇਖਾਂ ਤੇਰਾ ਦਰਸ਼ਨ ਰਾਮ। ਮੈਨੂੰ ਤੇਰਾ ਦਰਸ਼ਨ ਚਾਹੀਦਾ ਹੈ। ਮੈਂ ਤੈਨੂੰ ਦੇਖਣਾ ਚਾਹਨਾ ਮੈਨੂੰ ਆਪਣੇ ਦਰਸ਼ਨ ਦੇ। ਘਰ ਆਪਣੜੇ ਖੜੀ ਤੱਕਾਂ ਮੈਂ ਮਨ ਚਾਹੂਗਾ ਨੇਰਾ ਰਾਮ। ਸੋ ਕਹਿੰਦੇ ਮੈਂ ਆਪਣੇ ਜਿੱਦਾਂ ਦਰਵਾਜ਼ਾ ਹੁੰਦਾ ਮੈਂ ਦਰਵਾਜ਼ੇ ਵਿੱਚ ਖੜੀ ਹਾਂ ਕਿ ਮੈਂ ਤੇਰੀ ਮੈਂ ਦੇਖ ਰਹੀ ਹਾਂ ਕਿ ਤੂੰ ਕਿਸ ਵੇਲੇ ਤੂੰ ਆਵੇਂਗਾ। ਵਾਹਿਗੁਰੂ ਨੇ ਕਹਿ ਰਹੇ ਨੇ ਕਿ ਮੇਰੇ ਮਨ ਦੇ ਵਿੱਚ ਇੰਨੀ ਚਾਹ ਹੈ ਕਿ ਤੈਨੂੰ ਮਿਲਣ ਦੀ। ਗੁਰਦੀਪ ਨੈਕਸਟ ਲਾਈਨ ਹੈ ਮਨ ਚਾਹੋ ਹਨੇਰਾ ਸੁਣ ਪ੍ਰਭ ਮੇਰਾ ਮੈਂ ਤੇਰਾ ਪਰਵਾਸਾ। ਪਰਵਾਸਾ ਇਜ਼ ਫੇਥ। मन चाहो हनेरा सुन प्रभु मेरा मैं तेरा परवासा। मेरे तेरे तो पूरा भरोसा है परवासा आस तेरे तू दर्शन दे तेरी दर्शन दी तां गया। मेरे मन बहुत चाहता भी दर्शन करन नूं। दर्शन देख भाई न केवल जन्म मरण दुख नासा। कि मनु दर्शन दे दे ते मेरे दुख सब दर्द कटे जाएंगे। कैलाश मंडे 30th of November गुरु अर्जन राग माज। मेरा मन लोचे गुरु दर्शन ताई बिलप करे चातरक के न्याई।
ਮੇਰਾ ਮਨ ਲੋਚ ਰਿਹਾ ਕਿ ਮੈਂ ਤੁਹਾਡੇ ਦਰਸ਼ਨ ਕਰਾਂ ਤੇ ਤੁਸੀਂ ਮੈਨੂੰ ਮੇਰੇ ਦਿਲ 'ਚ ਬਹੁਤ ਤੰਗ ਹੈ ਕਿ ਮੇਰਾ ਦਿਲ ਕਰਦਾ ਤੁਹਾਡੇ ਦਰਸ਼ਨ ਕਰਾਂ। ਬਿਲਪ ਕਰੇ ਚਾਤਰਕ ਕੀ ਨਿਆਈ। ਆ ਜਾਣਾ ਨਵਿੰਦਰ। ਬਿਲਪ ਕਰੇ ਚਾਤਰਿਕ ਕੀ ਨਿਆਈ। ਬਿਲਪ ਜਿੱਦਾਂ ਅਸੀਂ ਚਾਤਰਿਕ ਇੱਕ ਵਰਡ ਹੈਗਾ ਆ ਕਿ ਬਿਲਪ ਕਰਦਾ, ਜਿੱਦਾਂ ਬਿਲਾਉਂਦਾ ਆ, ਬਿਲਕਦਾ ਆ ਕਿ ਮੈਂ ਮੇਰਾ ਮਨ ਏਦਾਂ ਕਹਿੰਦਾ ਜਿੱਦਾਂ ਚਾਤਰਿਕ ਬਿਲਾਉਂਦਾ ਪਾਣੀ ਦੀ ਬੂੰਦ ਨੂੰ ਤਰਸਦਾ ਆ। ਮੈਂ ਵੀ ਇਸ ਤਰ੍ਹਾਂ ਹੀ ਆਪਣੇ ਪਰਮਾਤਮਾ ਦੇ ਮਿਲਣ ਬਿਲਕੁਲ ਵਾਸਤੇ ਠੀਕ ਹੈ। cries out like the thirsty song bird. so ਬਿਲਪ ਕਰੇ ਬਿਲਕ ਮਾਨੇ ਤਰਸਣਾ, ਚਾਤਰਕ ਕੀ ਨਿਆਈ। ਫਿਰ ਅਗਰ ਪਹਿਲੀ ਲਾਈਨ ਪੜੋ, ਮੇਰਾ ਮਨ ਲੋਚੇ ਗੁਰਦਰਸ਼ਨ ਤਾਈ। ਇਹ ਕੈਲਾਸ਼ ਕਿਹੜੇ ਗੁਰੂ ਸਾਹਿਬ ਦਾ ਸ਼ਬਦ ਹੈ? ਗੁਰੂ ਅਰਜਨ ਦੇਵ ਜੀ ਦਾ। ਕਿਹੜੇ ਵੇਲੇ ਲਿਖਿਆ ਸੀ ਉਹਨਾਂ? ਜਦੋਂ ਉਹ ਬਾਹਰ ਲਾਹੌਰ ਕਿਸੇ ਸ਼ਾਦੀ ਤੇ ਗਏ ਸੀਗੇ ਤੇ ਉਹ ਗੁਰੂ ਆਪਣੇ ਪਿਤਾ ਜੀ ਨੂੰ ਲੈਟਰਸ ਲਿਖੀ। ਬਿਲਕੁਲ ਠੀਕ ਹੈ। ਬਬਲੀ, ਸੰਡੇ ਪੇਜ 386 ਤੂੰ ਸਾਡੇ ਵੱਲ ਪਿੱਟ ਕਰਕੇ ਬੈਠੀ ਹੈ ਬਬਲੀ। ਲੱਭ ਰਹੀ ਸੀ ਆਪਣਾ ਸ਼ਬਦ। ਹਾਂਜੀ ਓਕੇ, ਪੇਜ 386 ਤੇ ਹੈ। ਇਸ ਐਤਵਾਰ ਆਇਆ ਸੀ ਆਸਾ, ਰਾਗ ਆਸਾ ਦਾ, ਗੁਰੂ ਅਰਜਨ ਦਾ। ਦਰਸ਼ਨ ਮੰਗੋ ਦੇ ਪਿਆਰੇ, ਤੁਮਰੀ ਸੇਵਾ ਕੌਣ ਕੌਣ ਨਤਾਰੇ। 386 ਕਿਆ ਤੈਨੂੰ ਕੁਝ ਵੀ ਲੱਭਣ ਦੀ ਲੋੜ ਨਹੀਂ ਹੈ, ਲਾਈਟ ਤੇ ਸਿੱਧੀ ਹੈ। ਅੱਛਾ ਓਕੇ, ਹਾਂਜੀ। ਮੈਂ ਤੇਰੇ ਦਰਸ਼ਨ ਨੂੰ, ਦਰਸ਼ਨ ਮੰਗੋ ਦੇ ਪਿਆਰੇ। ਮੈਂ ਤੇਰੇ ਦਰਸ਼ਨ ਨੂੰ ਮੰਗਦੀ ਪਈ ਆ। ਤੇਰੇ ਦਰਸ਼ਨ ਦੇ ਪਿਆਰੇ ਤੇ ਸਿੱਧਾ ਵਰਡ ਹੈ। ਤੁਸੀਂ ਉਹਨੂੰ ਦੇ ਕਹਿ ਰਹੇ ਹੋ, ਪਿਆਰੇ। ਹਾਂਜੀ, ਦਰਸ਼ਨ ਮੰਗੂ ਦੇ ਪਿਆਰੇ, ਮੇਰੇ ਪਿਆਰੇ ਬਿਲਵਡ, ਮੇਰੇ ਵਾਹਿਗੁਰੂ ਮੈਨੂੰ ਦਰਸ਼ਨ ਵਾਹਿਗੁਰੂ ਦੇ। ਮੈਨੂੰ ਦਰਸ਼ਨ ਦੇ ਆਪਣਾ ਕੇ। ਹਾਂਜੀ, ਜਦ ਤੁਮਰੀ ਸੇਵਾ ਕੌਣ ਕੌਣ ਨਾ ਤਾਰੇ। ਤੇਰੀ ਸੇਵਾ ਕਰਕੇ ਕੌਣ ਕੌਣ ਨਹੀਂ ਤਰਿਆ, ਸਾਰੀ ਦੁਨੀਆ ਤਰ ਗਈ ਹੈ। ਸੋ ਹੇ ਵਾਹਿਗੁਰੂ ਤੂੰ ਮੈਨੂੰ ਦਰਸ਼ਨ ਦੇ। ਮੈਂ ਤੇਰੇ ਅੱਗੇ ਹੱਥ ਜੋੜਦੀ ਹਾਂ, ਮੈਂ ਤੇਰੇ ਅੱਗੇ ਸੀਸ ਨਵਾਉਂਦੀ ਹਾਂ, ਮੈਂ ਤੇਰੇ ਅੱਗੇ ਬੇਨਤੀ ਕਰਦੀ ਹਾਂ, ਮੈਨੂੰ ਤੇਰੇ ਦਰਸ਼ਨ ਦੀ ਲੋੜ ਹੈ। ਤੁਮਰੀ ਸੇਵਾ ਕੌਣ ਕੌਣ ਨਾ ਤਾਰੇ। ਹਾਂਜੀ, ਕਿਹੜਾ ਨਹੀਂ ਤਰਿਆ ਤੇਰੀ ਸੇਵਾ ਕਰਕੇ, ਸਭ ਤਰ ਗਏ। ਕਰਕੇ। ਹਾਂਜੀ, ਸਾਰੇ ਤਰ ਗਏ ਨੇ। ਕਿਆ ਅੱਗੇ ਵੀ ਕਰਨਾ? ਨਹੀਂ, ਬਸ ਹੋ ਗਿਆ। ਪਰਮਜੀਤ, ਨਿਤਨੇਮ ਬਾਣੀ ਦੇ ਵਿੱਚ ਟੋਟਲ ਕਿੰਨੇ ਸ਼ਬਦ ਨੇ? ਨਿਤਨੇਮ ਬਾਣੀ ਦੇ ਵਿੱਚ ਟੋਟਲ ਨਿਤਨੇਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਵਿੱਚ ਕੁਐਸਚਨ ਹੈ ਮੇਰਾ, ਸੋ ਗਲਤ ਜਵਾਬ ਨਹੀਂ ਚਾਹੀਦਾ ਮੈਨੂੰ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਬਾਣੀ ਨੂੰ ਵੀ ਅਸੀਂ ਨਿਤਨੇਮ ਦੀ ਬਾਣੀ ਕਹਿੰਦੇ ਹਾਂ, ਉਹ ਕਿੰਨੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ? 14। ਬੋਲੋ ਕਿਹੜੇ ਨੇ? 100 ਦਾ ਤੇ 5 ਸ਼ਬਦ, 100 ਪੁਰਖ ਦੇ 4 ਤੇ ਕੀਰਤਨ ਸੋਹਲੇ ਦੇ 5। ਤੇ ਫਿਰ ਜਪਜੀ ਸਾਹਿਬ, ਜਪਜੀ ਸਾਹਿਬ, ਯੈਸ ਸੌਰੀ, ਜਪਜੀ ਸਾਹਿਬ and 2 ਸ਼ਲੋਕ। ਫਿਰ ਮੂਲ ਮੰਤਰ। ਉਹ ਮੈਂ ਕਿ ਅੱਛਾ ਮੂਲ ਮੰਤਰ 17 ਆ ਟੂ ਟੁਗੇਦਰ ਆਈ ਥਿੰਕ। ਨਹੀਂ ਤੂੰ ਜੋ ਲਿਖਿਆ ਉਹ ਠੀਕ ਹੈ, ਉਹਨੂੰ ਥੋੜਾ ਚੇਂਜ ਕਰ ਦਿੰਦੀ। 14 ਸ਼ਬਦ ਨੇ ਪਲੱਸ ਜਪਜੀ ਸਾਹਿਬ ਹੈ ਪਲੱਸ ਮੂਲ ਮੰਤਰ ਹੈ। ਓਕੇ ਠੀਕ ਹੈ। ਹਾਂਜੀ ਹਾਂਜੀ, ਤੇ 2 ਸ਼ਲੋਕ। ਗੁਰਦੀਪ ਜੀ, ਗੁਰੂ ਗ੍ਰੰਥ ਸਾਹਿਬ ਦੀਆਂ ਅਸੀਂ 2 ਬੀੜਾਂ ਕਹਿੰਦੇ ਆ। ਇੱਕ ਕਹਿੰਦੇ ਆ ਕਿ ਗੁਰੂ ਅਰਜਨ ਦੇਵ ਜੀ ਨੇ ਬਣਾਈ ਤੇ ਉਹਦੇ ਵਿੱਚ ਸੋਹਰਾ ਸੰਸ਼ੋਧਨ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ। ਤੁਸੀਂ ਦੱਸ ਸਕਦੇ ਹੋ ਇਹਨਾਂ ਦੋਨਾਂ ਬੀੜਾਂ ਦਾ ਪਪੂਲਰ ਨਾਂ ਕੀ ਹੈ ਅੱਜ ਕੱਲ? ਕਿ ਕਰਤਾਰਪੁਰੀ ਬੀੜ ਜਿਹੜੀ ਗੁਰੂ ਅਰਜਨ ਦੇਵ ਨੇ ਸ਼ੁਰੂ ਕੀਤੀ ਸੀ, ਤਿਆਰ ਕੀਤੀ ਸੀਗੀ। ਜਿਹੜੀ ਦਮਦਮੀ ਬੀੜ ਜਿਹੜੀ ਗੁਰੂ ਦਸਵੇਂ ਪਾਤਸ਼ਾਹ ਤਿਆਰ ਕੀਤੀ ਸੀਗੀ, ਉਹਦਾ ਕੀ ਨਾਂ ਹੈ? ਦਮਦਮੀ ਬੀੜ। ਦਮਦਮੀ ਬੀੜ। ਹੁਣ ਤੁਸੀਂ ਦੱਸ ਸਕਦੇ ਹੋ ਕਿ ਜੋ ਹੁਣੇ ਪਰਮਜੀਤ ਨੇ ਜਵਾਬ ਦਿੱਤਾ ਹੈ ਨਿਤਨੇਮ ਦੀ ਬਾਣੀ, ਇਹਨਾਂ ਦੋਨਾਂ ਬੀੜਾਂ ਦੇ ਵਿੱਚ ਅਗਰ ਤੁਸੀਂ ਦੇਖੋ ਝਾਕ ਕੇ ਤੇ ਕੋਈ ਫਰਕ ਹੈ ਇਹਨਾਂ 2 ਬੀੜਾਂ ਵਿੱਚ ਨਿਤਨੇਮ ਦੀ ਬਾਣੀ 'ਚ? ਜੀ, ਜਿਹੜੀ ਸੋਪਰਖ ਆ ਉਹ ਹੈਗੀ ਹੈ ਦਸਵੇਂ ਪਾਤਸ਼ਾਹ ਤਿਆਰ ਕੀਤੀ ਸੀਗੀ। ਦੀ ਦਮਦਮੀ ਬੀੜ and Kartarpur bead is not present. ਅੱਛਾ, ਹੁਣ ਸਪੋਜ਼ ਕਿਉਂਕਿ ਗੁਰਮਤਿ ਦੀ ਕਲਾਸ ਹੈ, ਇਹਦਾ ਸਹੀ ਦੱਸੇਗਾ ਕਿ ਤੁਸੀਂ ਕਹਿੰਦੇ ਹੋ ਕਿ ਇੱਕ ਜਪਜੀ ਸਾਹਿਬ ਹੈ ਤੇ 14 ਸ਼ਬਦ ਹੋਰ ਨੇ। ਕੀ ਇਹ ਸਾਰੇ ਸ਼ਬਦ ਰਿਪੀਟ ਹੋਏ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਜਾਂ ਸਿਰਫ ਨਿਤਨੇਮ ਦੇ ਸੈਕਸ਼ਨ ਵਿੱਚ ਹੀ ਨੇ?
ਨਹੀਂ ਇਹ ਆਪਣੇ ਇਹ ਰਾਗ ਸੈਕਸ਼ਨ ਦੇ ਵਿੱਚ ਵੀ ਹੈਗੇ ਨੇ। 20 ਹੈਗੇ ਨੇ ਦਾ ਕੀ ਮਤਲਬ ਹੈ? ਮਤਲਬ ਕਿ ਇਹ ਜਿਹੜੇ ਆਪਣੇ ਨਿਤਨੇਮ ਦੀ ਬਾਣੀ ਵਿੱਚ ਆਉਂਦੇ ਨੇ, ਇਹ ਰਾਗ ਸੈਕਸ਼ਨ ਜਿਹੜੇ ਹੈਗੇ ਨੇ, ਜਿੱਦਾਂ ਹੁਣ ਸੇ ਕੀਰਤਨ ਸੋਹਲੇ ਦਾ ਲੈ ਲਓ, ਇੱਕ ਸ਼ਬਦ ਗੁਰੂ ਨਾਨਕ ਦੇਵ ਜੀ ਦਾ ਹੈਗਾ, ਉਹ ਰਾਗ ਤਨਾਸਰੀ ਵਿੱਚ ਵੀ ਹੋਏਗਾ। ਤੁਹਾਡਾ ਜਵਾਬ ਠੀਕ ਹੈ, ਪਰ ਤੁਹਾਡੀ ਗ੍ਰਾਮਰ ਨਹੀਂ ਠੀਕ। ਇਹ ਸ਼ਬਦ ਰਾਗ ਸੈਕਸ਼ਨ ਵਿੱਚੋਂ ਲਿੱਤੇ ਗਏ ਨੇ, ਠੀਕ ਹੈ, ਹੀ ਨਹੀਂ। ਮੇਨਲੀ ਰਾਗ ਸੈਕਸ਼ਨ ਦੇ ਸ਼ਬਦ ਨੇ। ਗੁਰੂ ਅਰਜਨ ਦੇਵ ਜੀ ਨੇ ਰਾਗ ਸੈਕਸ਼ਨ ਵਿੱਚੋਂ ਫਿਰ ਕੁਝ ਸ਼ਬਦ ਸਿਲੈਕਟ ਕਰਕੇ ਉਹਨਾਂ ਨੂੰ ਨਿਤਨੇਮ ਦੀ ਬਾਣੀ ਚ ਪਾਤਾ। ਹੁਣ ਇਹ ਵੀ ਵਰਡ ਅਸੀਂ ਆਪ ਹੀ ਘੜਿਆ, ਨਿਤਨੇਮ ਦੀ ਬਾਣੀ ਕਿਧਰੇ ਲਿਖਿਆ ਨਹੀਂ ਹੋਇਆ, ਕਿਧਰੇ ਨਹੀਂ ਲਿਖਿਆ ਹੋਇਆ ਕਿ ਪਹਿਲੇ 13-14 ਪੇਜ ਨਿਤਨੇਮ ਦੀ ਬਾਣੀ ਹੈ। ਪਰ ਜਦੋਂ ਅਸੀਂ ਰਹਿਤ ਮਰਿਆਦਾ ਪੜ੍ਹਦੇ ਹਾਂ, ਜਿਹੜੀ ਬਾਣੀ ਉੱਥੇ ਦੱਸੀ ਹੈ ਨਿਤਨੇਮ ਦੀ, ਉਹ ਪਹਿਲੇ 13 ਪੇਜਿਸ ਦੇ ਵਿੱਚ ਹੀ ਹੈ ਗੁਰੂ ਗ੍ਰੰਥ ਸਾਹਿਬ। ਅਸੀਂ ਕਹਿ ਦਿੰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਿਤਨੇਮ ਦੀ ਹੀ ਬਾਣੀ ਹੈ। ਸੋ ਇਹ ਠੀਕ ਕਿਹਾ ਹੁਣ ਤੁਸੀਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਅੱਛਾ ਇੱਕ ਸੰਸ਼ੋਧਨ ਦੱਸਿਆ ਇਹਨਾਂ ਨੇ, ਗੁਰਦੀਪ ਨੇ, ਉਹਦੇ ਬਾਰੇ ਜਰਾ ਮਹਿੰਦਰ ਜੀ ਥੋੜੀ ਜਿਹੀ ਹੋਰ ਲਾਈਟ ਪਾਓਗੇ? ਗੁਰੂ ਗੋਬਿੰਦ ਸਿੰਘ ਜੀ ਨੇ ਕੀ ਐਡੀਸ਼ਨ ਕੀਤੀ ਹੈ, ਚੇਂਜ ਕੀਤਾ, ਐਡੀਸ਼ਨ ਕੀਤਾ, ਵਰਡ ਠੀਕ ਯੂਜ਼ ਕਰਨੇ, ਐਡੀਸ਼ਨ ਕੀਤੀ ਹੈ, ਚੇਂਜ ਕੀਤੀ ਹੈ, ਕੀ ਕੀਤਾ? ਐਡੀਸ਼ਨ ਕੀਤੀ ਉਹਨਾਂ ਨੇ। ਸੋ ਪੁਰਖ ਦੇ ਸ਼ਬਦ ਜਿਹੜੇ ਆ ਉਹ ਉਹਨਾਂ ਨੂੰ ਉਧਰੋਂ ਬੀੜ ਚੋਂ ਕੱਢ ਕੇ, ਕਰਤਾਰਪੁਰ ਬੀੜ ਚੋਂ ਕੱਢ ਕੇ ਇੱਧਰ ਪਾ ਦਿੱਤੇ ਆ। ਕਹਿੰਦੇ ਨੇ ਕਰਤਾਰਪੁਰੀ ਬੀਚ ਚੋਂ ਕੱਢ ਕੇ ਇੱਧਰ ਪਾਤੇ ਨੇ। ਇਹ ਕਰਤਾਰਪੁਰੀ ਬੀੜ ਚ ਕੱਢ ਕੇ ਇਹ ਸ਼ਬਦ ਕਿੱਥੇ ਸਾਨੂੰ? ਇਹ ਰਾਗ ਸੈਕਸ਼ਨ ਸ਼ਬਦ ਸੀਗੇ ਜੀ। ਕਿਹੜੇ ਰਾਗ ਵਿੱਚ ਸਨ? ਆਸਾ। ਇਹ ਰਾਗ ਆਸਾ ਦੇ ਗੁਰੂ ਰਾਮਦਾਸ ਜੀ ਦੇ ਸ਼ਬਦ ਨੇ। ਚਾਰ ਸ਼ਬਦ ਗੁਰੂ ਰਾਮਦਾਸ, ਸਾਰੇ ਗੁਰੂ ਰਾਮਦਾਸ ਦੇ ਨਹੀਂ, ਹਾਂਜੀ। ਦੋ ਗੁਰੂ ਰਾਮਦਾਸ ਦੇ ਨੇ, ਗੁਰੂ ਨਾਨਕ ਸਾਹਿਬ ਦਾ, ਗੁਰੂ ਅਰਜਨ ਦੇ ਨੇ। ਇਹ 4 ਸ਼ਬਦ ਨੇ, ਇਹ 4 ਸ਼ਬਦ ਰਾਗ ਆਸਾ ਚ ਆਉਂਦੇ ਨੇ। ਗੁਰੂ ਗੋਬਿੰਦ ਸਿੰਘ ਜੀ ਨੇ ਸਿਰਫ ਇਹ ਕੀਤਾ ਹੈ, ਉੱਥੇ ਵੀ ਹੈਡਿੰਗ ਹੈ ਸੋ ਪੁਰਖ। ਇਹ ਸ਼ਬਦ ਵੀ ਉਹਨਾਂ ਨੇ ਪਹਿਲੇ 13 ਪੇਜਾਂ ਵਿੱਚ ਸੋਦਰ ਦੇ ਸ਼ਬਦਾਂ ਦੇ ਬਾਅਦ ਲਗਾ ਦਿੱਤੇ ਨੇ। ਸ਼ਬਦ ਤੇ ਆਲਰੇਡੀ ਹੈ ਨੇ, ਸੋ ਉਹਨਾਂ ਨੇ ਸਿਰਫ ਇੱਕ ਚੇਂਜ ਕੀਤੀ ਹੈ ਕਿ ਉਹ ਇਹ ਸ਼ਬਦ ਉੱਥੋਂ ਦੇ ਇੱਥੇ ਲਗਾਤੇ ਨੇ। ਕੈਲਾਸ਼ ਪਰਮਜੀਤ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ 14 ਸ਼ਬਦ ਨੇ ਜਿਹੜੇ ਅਸੀਂ ਨਿਤਨੇਮ ਦੀ ਬਾਣੀ ਚ ਪੜ੍ਹਦੇ ਹਾਂ, ਪਲੱਸ ਜਪਜੀ ਤੇ ਪਲੱਸ ਮੂਲ ਮੰਤਰ। ਕੁਝ ਹੋਰ ਬਾਣੀਆਂ ਵੀ ਅਸੀਂ ਨਿਤਨੇਮ ਵਿੱਚ ਪੜ੍ਹਦੇ ਹਾਂ ਜਿਹੜੀਆਂ ਰਹਿਤ ਮਰਿਆਦਾ ਵਿੱਚ ਹੈ ਨੇ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ। ਹਾਂਜੀ, ਕਿਹੜੀਆਂ ਨੇ? ਸ਼ਬਦ ਹਜ਼ਾਰ ਨਾ, ਸ਼ੁੱਧ ਸਵਈਏ, ਸ਼ੁੱਧ ਸਵਈਏ ਜਾਪ ਸਾਹਿਬ ਤੇ ਜਾਪ ਸਾਹਿਬ। ਜਾਪ ਸਾਹਿਬ ਤੇ ਸੁਦਾ ਸਵਈਏ। ਇਹ ਬਾਣੀ ਕਿਹੜੇ ਗੁਰੂ ਸਾਹਿਬ ਦੀ ਹੈ? ਗੁਰੂ ਗੋਬਿੰਦ ਸਿੰਘ ਜੀ। 10ਵੇਂ ਪਾਤਸ਼ਾਹ। ਇਹ ਦੋਨੋਂ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਕਹੀ ਜਾਂਦੀ ਹੈ, ਜਾਪ ਸਾਹਿਬ ਤੇ ਸੁਦਾ ਸਵਈਏ। ਮੈਂ ਵਰਡ ਯੂਜ਼ ਕੀਤਾ ਕਹੀ ਜਾਂਦੀ ਹੈ ਕਿਉਂਕਿ ਕਈ ਪੂਰੇ 10ਵੇਂ ਗ੍ਰੰਥ ਨੂੰ ਹਾਲੇ ਵਾਦ ਵਿਵਾਦ ਵਿੱਚ ਹੈ, ਲੇਕਿਨ ਮੇਰਾ ਖਿਆਲ ਹੈ, ਮੇਰੀ ਆਪਣੀ ਸੋਚ ਦੇ ਮੁਤਾਬਕ ਜਾਪ ਸਾਹਿਬ ਤੇ ਡੈਫੀਨੇਟਲੀ ਗੁਰੂ ਗੋਬਿੰਦ ਸਿੰਘ ਜੀ ਦਾ। ਸੁਦਾ ਸਵਈਏ ਜਿਹੜਾ ਇਹ ਪਰਮਜੀਤ ਦੱਸੇਗੀ ਕਿਹੜੀ ਕੰਪੋਜੀਸ਼ਨ ਵਿੱਚੋਂ ਆਇਆ? ਅਕਾਲ ਉਸਤਤ। ਇਹ ਅਕਾਲ ਉਸਤਤ ਵਿੱਚੋਂ ਆਇਆ। ਔਰ ਇਵਨ ਅਕਾਲ ਉਸਤਤ ਵੀ ਕਈ ਲੋਕ ਨਹੀਂ ਮੰਨਦੇ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ, ਪਰ ਅਗਰ ਤੁਸੀਂ ਨਾਂ ਤੇ ਜਾਓ ਅਕਾਲ ਉਸਤਤ ਤੇ ਤੁਸੀਂ ਕਹੋਗੇ ਵੀ ਇਹ ਜ਼ਰੂਰ ਅਕਾਲ ਪੁਰਖ ਦੀ ਹੀ ਰਚਨਾ ਹੋਏਗੀ, ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੋਏਗੀ ਜਿਹਦਾ ਨਾਂ ਹੀ ਹੈ ਅਕਾਲ ਉਸਤਤ। ਸੋ ਇਹ ਚੀਜ਼ ਤੁਹਾਨੂੰ ਯਾਦ ਕਰਨ ਦੀ ਲੋੜ ਹੈ ਕਿ ਇੱਕ ਬੀੜ ਗੁਰੂ ਅਰਜਨ ਦੇਵ ਜੀ ਨੇ ਤਿਆਰ ਕੀਤੀ। ਕਿਹੜੀ ਜਗ੍ਹਾ? ਦਵਿੰਦਰ, ਗੁਰੂ ਅਰਜਨ ਦੇਵ ਜੀ ਨੇ ਜਿਹੜੀ ਬੀੜ ਤਿਆਰ ਕੀਤੀ ਕਿਹੜੀ ਜਗ੍ਹਾ ਕੀਤੀ ਸੀ? ਨਵਤੇਜ? ਰਾਮਸਰ। ਰਾਮਸਰ ਕਿੱਥੇ ਹੈ ਮਿੰਦਰ? ਅੰਮ੍ਰਿਤਸਰ ਹਰਮੰਦਰ ਸਾਹਿਬ ਦੇ ਬਿਲਕੁਲ ਨੇੜੇ ਹੈ। ਜੋ ਇੱਕ ਵੱਖਰਾ ਗੁਰਦੁਆਰਾ ਹਰਮੰਦਰ ਸਾਹਿਬ ਦੇ ਬਿਲਕੁਲ ਨੇੜੇ ਹੈ। ਇਹ ਵੀ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਨੇ ਬਣਾਇਆ। ਉੱਥੇ ਬੈਠ ਕੇ 4 ਸਾਲ 1601 ਤੋਂ ਲੈ ਕੇ 1604 ਵਿੱਚ ਉਹਨਾਂ ਨੇ ਇਹ ਬੀੜ ਬਣਾਈ ਹੈ ਔਰ ਫਿਰ ਇਹਦਾ ਪ੍ਰਕਾਸ਼ ਕੀਤਾ। ਹੁਣ ਤੁਸੀਂ ਹੁਣੇ ਕਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਬੀੜ ਵਿੱਚ ਥੋੜੀ ਚੇਂਜ ਕੀਤੀ, ਕੋਈ ਬਾਹਰੋਂ ਬਾਣੀ ਨਹੀਂ ਪਾਈ ਉਹਨਾਂ ਨੇ। ਗੁਰੂ ਗ੍ਰੰਥ ਸਾਹਿਬ ਵਿੱਚੋਂ ਹੀ ਕੋਈ ਹੋਰ ਸ਼ਬਦ
ਉਹਨਾਂ ਨੇ ਪਹਿਲੇ 13-14 ਪੇਜਾਂ ਵਿੱਚ ਪਾਏ ਨੇ। ਉਹ ਤੁਸੀਂ ਦੱਸਿਆ ਵੀ ਉਹ 100 ਪੁਰਖ ਦੇ ਸ਼ਬਦ ਨੇ। ਹਾਂਜੀ 100 ਪੁਰਖ ਦੇ ਸ਼ਬਦ ਜਿਹੜੇ ਕੱਢੇ। ਗੁਰਦੀਪ, ਇਸ ਤੋਂ ਇਲਾਵਾ ਵੀ ਕੋਈ ਹੋਰ ਚੇਂਜ ਕੀਤਾ ਗੁਰੂ ਗੋਬਿੰਦ ਸਿੰਘ ਨੇ? ਹਾਂਜੀ, ਉਹਨਾਂ ਨੇ ਗੁਰੂ ਨਵੇਂ ਪਾਤਸ਼ਾਹ ਦੀ ਬਾਣੀ ਐਡ ਕੀਤੀ ਸੀ, ਗੁਰੂ ਤੇਗ ਬਹਾਦਰ ਜੀ ਦੀ ਉਹਨਾਂ ਬਾਣੀ। ਨੇ ਗੁਰੂ ਤੇਗ ਬਹਾਦਰ ਦੀ ਬਾਣੀ ਇਸ ਗੁਰੂ ਅਰਜਨ ਦੇਵ ਜੀ ਦੇ ਗ੍ਰੰਥ ਵਿੱਚ ਜੋੜੀ ਹੈ। ਪਰਮਜੀਤ, ਕਿੰਨੇ ਕੁ ਸ਼ਬਦ ਨੇ ਗੁਰੂ ਤੇਗ ਬਹਾਦਰ ਦੇ? 115। ਹਾਂਜੀ 115 115 ਟੋਟਲ ਕੰਪੋਜੀਸ਼ਨ ਨੇ, ਜਿਹਦੇ ਵਿੱਚੋਂ ਕਿੰਨੇ ਸ਼ਲੋਕ ਨੇ? ਲੋਕ 57। 57 ਸ਼ਲੋਕ ਨੇ, ਬਾਕੀ ਉਹਨਾਂ ਦੇ ਸ਼ਬਦ ਨੇ। ਕਿੰਨੇ ਰਾਗਾਂ ਵਿੱਚ ਉਹਨਾਂ ਦੇ ਸ਼ਬਦ ਨੇ? 15। 15 ਰਾਗ। 15 ਰਾਗਾਂ ਵਿੱਚ ਉਹਨਾਂ ਦੇ ਸ਼ਬਦ ਨੇ, ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੇ ਐਟ ਅਪਰੋਪਰੀਏਟ ਜਗ੍ਹਾ ਤੇ ਉਹਨਾਂ ਨੇ ਐਡ ਕੀਤਾ। ਫਸਟ ਆਫ ਆਲ ਨੇ ਇੱਕ ਰਾਗ ਵੀ ਰਾਗ ਜੈਜਾਵੰਤੀ ਸਿਰਫ ਵਿੱਚ ਬਣ ਜਾਂਦੀ ਗੁਰੂ ਤੇਗ ਬਹਾਦਰ ਜੀ ਦੀ। ਜਿਹੜਾ ਤੁਸੀਂ ਜਵਾਬ ਦਿੱਤਾ ਨਾ ਤੁਸੀਂ ਕਿ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਐਡ ਕੀਤੀ ਹੈ, ਉਹਦੇ ਵਿੱਚ ਸਭ ਕੁਝ ਆ ਗਿਆ। ਉਹਦਾ ਪਰਮਜੀਤ ਨੇ ਜਵਾਬ ਦਿੱਤਾ ਸੀ ਕਿ ਉਹ 115 ਟੋਟਲ ਕੰਪੋਜੀਸ਼ਨਾਂ ਨੇ, ਜਿਹਦੇ ਵਿੱਚੋਂ 57 ਸ਼ਲੋਕ ਨੇ, ਤੇ ਬਾਕੀ ਤੁਸੀਂ ਲਗਾ ਲਓ ਕਿੰਨੀਆਂ ਬਚਦੀਆਂ, ਤੋ 58 ਬਾਕੀ ਰਹਿ ਗਏ। 58 ਸ਼ਬਦ ਨੇ। ਹੁਣ ਉਹਨਾਂ ਨੇ ਇੱਕ ਨਵਾਂ ਰਾਗ ਵੀ ਐਡ ਕੀਤਾ, ਜੋ ਉਹਨੇ ਗੁਰਦੀਪ ਨੇ ਕਿਹਾ, ਜਿਹਦਾ ਨਾਂ ਰਾਗ ਜੈਜਾਵੰਤੀ ਹੈ। ਮੇਰੇ ਖਿਆਲ ਸਭ ਤੋਂ ਸ਼ਾਰਟ ਰਾਗ ਉਹੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਔਰ ਮੇਰਾ ਖਿਆਲ ਹੈ ਲਾਸਟ ਰਾਗ ਹੈ ਇਨ ਰਾਗਾ ਸੈਕਸ਼ਨ। ਕਲਾਸ ਉਹਨਾਂ ਕੋਲ ਮੁਸ਼ਕਿਲ ਕੁਐਸਚਨ ਨਹੀਂ ਮੈਂ ਪੁੱਛਣਾ। ਵਜ਼ੀਰ ਸਿੰਘ ਜੀ, ਲੱਖ ਖੁਸ਼ੀਆਂ ਪਾਤਸ਼ਾਹੀਆਂ ਕਿਹੜੇ ਰਾਗ ਦਾ? ਗੁਰੂ ਅਰਜਨ ਦਾ ਸ਼ਬਦ ਹੈ। ਰਾਗ ਆਪਸਾ ਨਹੀਂ, ਐਨੀਵਨ? ਸ੍ਰੀ ਰਾਗ। ਰਾਈਟ, ਸ੍ਰੀ ਰਾਗ ਦਾ। ਲੇਕਿਨ ਪਹਿਲਾ ਤੁਹਾਡਾ ਜਵਾਬ ਠੀਕ ਹੈ, ਗੁਰੂ ਅਰਜਨ ਦਾ ਸ਼ਬਦ ਹੈ। ਇਹ ਅਸੀਂ ਕੁਝ ਸ਼ਬਦ ਕੱਢੇ ਸੀ ਜਿਹੜੇ ਬੜੇ ਇੰਪੋਰਟੈਂਟ ਨੇ, ਸੋ 5 ਸ਼ਬਦ ਅਸੀਂ ਕੱਢਾਂਗੇ ਹਰ ਵਾਰੀ। ਉਹ ਸਿਰਫ ਇਟ ਇਜ਼ ਓਨਲੀ ਐਕਸਰਸਾਈਜ਼ ਵੀ ਤੁਹਾਨੂੰ you become more acquainted with Shabad and Ragas and the Gurus। ਇਹ ਸ਼ਬਦ ਤੁਸੀਂ ਰੋਜ਼ ਮੇਰਾ ਖਿਆਲ ਹੈ ਕੋਈ ਐਸਾ ਦੀਵਾਨ ਨਹੀਂ ਹੋਏਗਾ ਜਿਹਦੇ ਵਿੱਚ ਕਦੇ ਕੋਈ ਜਨਮ ਦਿਨ ਮਨਾਇਆ ਜਾ ਰਿਹਾ, ਜਾਂ ਸ਼ਾਦੀ ਦਾ ਕੋਈ ਵਕਤ ਹੈ, ਜਾਂ ਕੋਈ ਹੋਰ ਖੁਸ਼ੀ ਦਾ ਸਮਾਗਮ ਹੈ ਜਿੱਥੇ ਸ਼ਬਦ ਨਾ ਪੜਿਆ ਜਾਂਦਾ ਹੋਵੇ। ਸੋ ਨੈਕਸਟ ਟਾਈਮ ਜੇ ਤੁਸੀਂ ਸ਼ਬਦ ਸੁਣਦੇ ਹੋ, ਤੁਹਾਨੂੰ ਪਹਿਲੀ ਚੀਜ਼ ਵਜ਼ੀਰ ਜੀ ਦੀ ਯਾਦ ਆ ਜਾਏਗੀ, ਇਹ ਗੁਰੂ ਅਰਜਨ ਦਾ ਲਿਖਿਆ ਹੈ, ਕਿਉਂਕਿ ਰਾਗੀ ਸਾਹਿਬ ਨਹੀਂ ਬੋਲਦੇ, ਨਾ ਰਾਗ ਬੋਲਦੇ ਨੇ, ਨਾ ਗੁਰੂ ਸਾਹਿਬ ਬੋਲਦੇ ਨੇ। ਤੇ ਨਾਲ ਹੀ ਤੁਹਾਨੂੰ ਪਰਮਜੀਤ ਦੀ ਗੱਲ ਯਾਦ ਆ ਜਾਏਗੀ ਕਿ ਇਹ ਤੇ ਸ੍ਰੀ ਰਾਗ ਦਾ ਹੈ, ਤੇ ਪਹਿਲੇ ਰਾਗ ਵਿੱਚੋਂ ਹੀ ਆ। ਤੇ ਜੇ ਤੁਸੀਂ ਹੋਰ ਯਾਦ ਕਰਨਾ ਤੇ ਪੇਜ 76 ਤੇ ਆ। ਚਲੋ ਉਹਨੂੰ ਰਹਿਣ ਦਿਓ, ਕੋਈ ਅਰਜ਼ ਨਹੀਂ। ਹੁਣੇ ਕੈਲਾਸ਼ ਨੇ ਉਹਦਾ ਟ੍ਰਾਂਸਲੇਸ਼ਨ ਕੀਤਾ ਸੀ, ਮੇਰਾ ਮਨ ਲੋਚੇ ਗੁਰਦਰਸ਼ਨ ਤਾਈਂ। ਕੋਈ ਵੀ ਦੱਸ ਸਕਦਾ ਇਹ ਕਿਹੜੇ ਗੁਰੂ ਸਾਹਿਬ ਦਾ ਤੇ ਕਿਹੜੇ ਰਾਗ ਦਾ? ਰਾਗ ਮਾਝ। ਰਾਗ ਮਾਝ ਕਿਹੜੇ ਗੁਰੂ ਦਾ? ਗੁਰੂ ਅਰਜਨ ਦੇਵ ਜੀ। ਵੈਰੀ ਗੁੱਡ, ਵੈਰੀ ਗੁੱਡ। ਹੁਣ ਨੈਕਸਟ ਦਾ ਜਵਾਬ ਤੂੰ ਨਹੀਂ ਦੇਗੀ, ਕੋਈ ਹੋਰ ਦੇਗਾ, ਕਿਉਂਕਿ ਤੂੰ 2 ਠੀਕ ਜਵਾਬ ਦੇ ਚੁੱਕੀ ਹੈ। ਇਹ ਵੀ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ, ਔਰ ਇਹ ਰਾਗ ਮਾਝ ਹੈ, ਔਰ ਰਾਗ ਮਾਝ ਸੈਕੰਡ ਰਾਗ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਪੂਤਾ ਮਾਤਾ ਕੀ ਅਸੀਸ, ਇਹ ਵੀ ਤੁਸੀਂ ਆਮ ਸੁਣਦੇ ਹੋ। ਕੋਈ ਵੀ ਦੱਸ ਸਕਦਾ ਪਰਮਜੀਤ ਤੋਂ ਇਲਾਵਾ ਕਿ ਕਿਹੜੇ ਗੁਰੂ ਸਾਹਿਬ ਦਾ ਔਰ ਕਿਹੜੇ ਰਾਗ ਦਾ? ਹਾਂਜੀ, ਰਾਗ ਗੁਜਰੀ ਤੇ ਆਈ ਥਿੰਕ ਗੁਰੂ ਅਰਜਨ ਦੇਵ ਜੀ। ਐਕਸਲੈਂਟ, ਐਕਸਲੈਂਟ। ਜਿਹੜਾ ਪਿੱਛੇ ਤੁਸੀਂ ਇੱਕ ਠੀਕ ਨਹੀਂ ਸੀ ਨਾ, ਮਿਸ ਕਰਕੇ ਸੋ ਤੁਹਾਡੇ 100 ਮਾਰਕਸ ਪੂਰੇ ਹੋ ਗਏ। ਇਹ ਰਾਗ ਗੁਜਰੀ ਦਾ ਹੈ ਤੇ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ। ਸੋ ਅਸੀਂ ਹੁਣ ਤੱਕ 3 ਕੀਤੇ ਨੇ, ਲੱਖ ਖੁਸ਼ੀਆਂ ਪਾਤਸ਼ਾਹੀਆਂ, ਗੁਰੂ ਅਰਜਨ, ਰਾਗ ਸ੍ਰੀ। ਫਿਰ ਅਸੀਂ ਕੀਤਾ ਮੇਰਾ ਮਨ ਲੋਚੇ ਗੁਰਦਰਸ਼ਨ ਤਾਈਂ, ਗੁਰੂ ਅਰਜਨ, ਰਾਗ ਮਾਝ। ਹੁਣ ਅਸੀਂ ਕੀਤਾ ਪੂਤਾ ਮਾਤਾ ਕੀ ਅਸੀਸ, ਅਗੇਨ ਗੁਰੂ ਅਰਜਨ, ਰਾਗ ਗੁਜਰੀ। ਗगन में थाल, ਗੁਰੂ ਨਾਨਕ ਦੇਵ ਜੀ ਦੀ ਆਰਤੀ, ਤਨਾਸਰੀ। अच्छा, और अगर एक बंदा बोलेगा तो ज्यादा अच्छा ना, जिन्हें मैं पूछ लूं। मेहरबान साहब, मेहरबान। परमजीत तो नहीं, हाँ नवतेज। राग तिलंग। हाँ जी, राग तिलंग। हाँ, केड़े गुरु साहब का? गुरु अर्जन देव जी। वेरी गुड। अगेन गुरु अर्जन,
ਇਟ ਇਜ਼ ਰਾਗ ਤਰਾਨੀ। ਹੁਣ ਤੂੰ ਜੁਆਇਨ ਕਰ ਸਕਦੀ ਦੁਬਾਰਾ ਪਰਮਜੀਤ। ਹੁਣ ਮੈਂ ਚਾਹਾਂਗਾ ਕਿ ਇਹ ਜਵਾਬ ਗੁਰਦੀਪ, ਮਹਿੰਦਰ ਤੇ ਦਵਿੰਦਰ ਵਿੱਚੋਂ ਆਏ। ਜਿਸਕੇ ਸਿਰ ਉੱਪਰ ਤੂੰ ਸੁਆਮੀ। ਦਵਿੰਦਰ, ਮਹਿੰਦਰ ਜਾਂ ਗੁਰਦੀਪ? ਇਹ ਗੁਰੂ ਅਰਜਨ ਦੇਵ ਜੀ ਦਾ। ਬਿਲਕੁਲ, ਵੈਰੀ ਗੁੱਡ, ਅੱਧਾ ਠੀਕ ਹੋ ਗਿਆ। ਅੱਗੇ ਬੋਲੋ। ਰਾਗ। ਰਾਗ ਨਹੀਂ ਜਾਣਦੇ। हाँ नवतेज। राग सुही। राग सुई। राग सुई और गुरु अर्जन देव जी। ਹੁਣ ਸਿਰਫ ਅਗਲਾ ਦਵਿੰਦਰ ਤੇ ਗੁਰਦੀਪ ਤੇ ਬਬਲੀ। ਤਾਤੀ ਵਾਹ ਨਾ ਲੱਗ ਗਈ। ਪੰਜਵੇਂ ਗੁਰੂ ਦਾ ਗੁਰੂ ਅਰਜਨ ਦੇਵ ਜੀ ਦਾ। ਠੀਕ ਹੈ, ਰਾਗ ਦੱਸੋ। ਰਾਗ ਬਿਲਾਵਲ। ਰਾਗ ਬਿਲਾਵਲ, ਠੀਕ ਹੈ। ਬਿਲਾਵਲ। ਹੁਣ ਸਿਰਫ ਗੁਰਦੀਪ ਰਹਿ ਗਿਆ ਤੇ ਬਬਲੀ ਰਹਿ ਗਈ। ਨੈਕਸਟ ਸ਼ੋਧਨ। संत मिला, संत जना मिला हर जस गायो। ਇਹ ਵੀ ਗੁਰੂ ਅਰਜਨ ਦੇਵ ਜੀ ਦਾ ਸੰਤ। Guru Arjan Dev is correct. ਅਮ, Rag. Anyone? ਰਾਗ ਬਿਰਾੜੀ। Biradi. ਬਿਰਾੜੀ। Correct. क्लास से नंबर ही लगे होंगे तो ज्यादा नंबर हो गए ने राग। So this is राग। So ये ਜਿਹੜੇ ਪੰਜ ਸ਼ਬਦ ਨੇ ਜਿਹੜੇ ਅਸੀਂ ਰੋਜ਼ ਪੜ੍ਹਦੇ ਹੋ, ਇਹ ਸਾਨੂੰ ਥੋੜੇ ਜਿਹਾ ਪਤਾ ਹੋਣੇ ਚਾਹੀਦੇ ਨੇ ਕਿ ਅਸੀਂ ਕਿਹੜੇ ਰਾਗ ਵਿੱਚੋਂ ਇਹ ਸ਼ਬਦ ਆਉਂਦੇ ਨੇ। ਇਸ ਤੋਂ ਪਹਿਲਾਂ ਕਿ ਅਸੀਂ ਅਗਲੇ ਰਾਗ ਤੇ ਜਾਈਏ, ਤੇ ਅਸੀਂ ਸਿਰਫ ਕਿਉਂਕਿ ਜਿਸ ਤਰ੍ਹਾਂ ਅਸੀਂ ਕਰਦੇ ਹੁੰਦੇ ਹਾਂ ਬ੍ਰੇਕ ਕਰਨ ਵਾਸਤੇ, ਅਸੀਂ 10-15 ਮਿੰਟ ਹਿਸਟਰੀ ਪੜਾਂਗੇ, ਫਿਰ ਲਾਸਟ ਹਾਫ ਐਨ ਆਵਰ ਵੀ ਵਿਲ ਗੋ ਟੂ ਰਾਗ। ਕਿਹੜਾ? ਨਟ ਨਾਰਾਇਣ ਹੈ ਸ਼ਾਇਦ ਅੱਜ। ਨਟ ਨਾਰਾਇਣ। ਡਾਕਟਰ ਪਿਛਲੀ ਵੀਕ ਕਿਹੜੀ ਬੁੱਕ ਚ ਨੇ? ਅਸੀਂ ਨਹੀਂ ਹੁਣ ਹਿਸਟਰੀ ਕਰ ਰਹੇ ਹਾਂ, ਔਰ ਹਿਸਟਰੀ ਅਸੀਂ ਪੜ੍ਹਦੇ ਹਾਂ ਜਿਹੜੀ ਮੇਰੀ ਕਿਤਾਬ ਹੈ ਤੁਹਾਡੇ ਕੋਲ, ਸਿੱਖ ਰਿਲੀਜਨ ਐਂਡ ਦਾ ਸਿੱਖ ਪੀਪਲ। ਨਵਤੇਜ ਨੇ ਦੱਸਿਆ ਸੀ ਕਿ ਮੁਗਲ ਰਾਜ ਤੇ ਸਿੱਖ ਮੂਵਮੈਂਟ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਇਹ ਪੈਰਲਲ ਹੀ ਚੱਲਦੇ ਨੇ। ਬਾਬਰ ਨੇ ਜਦੋਂ ਅਟੈਕ ਕੀਤਾ ਉਦੋਂ ਗੁਰੂ ਨਾਨਕ ਸਾਹਿਬ ਸੈਯਦਪੁਰ ਸਨ, ਉੱਥੇ ਸਿੱਖ ਇਤਿਹਾਸਕਾਰਾਂ ਦੇ ਮੁਤਾਬਕ ਬਾਬਰ ਨੂੰ ਮਿਲੇ ਨੇ। ਔਰ ਮੈਂ ਜੋ ਕੁਝ ਗੁਰੂ ਨਾਨਕ ਸਾਹਿਬ ਦੀ ਲਾਈਫ ਵਿੱਚ ਲਿਖਿਆ ਕਿ ਬਾਬਰ ਉਹਨਾਂ ਨੂੰ ਆਪਣੇ ਖੈਮੇ 'ਚ ਮਿਲਿਆ, ਉਹਨੇ ਗੁਰੂ ਨਾਨਕ ਸਾਹਿਬ ਦਾ ਬੜਾ ਸਤਿਕਾਰ ਕੀਤਾ। ਬਾਬਰ ਨੂੰ ਜੇ ਤੁਸੀਂ ਦੇਖੋਗੇ ਤੇ ਉਹ ਡਿਸੈਂਡੈਂਟ ਸੀ ਤਮੂਰ, ਜਾਂ ਜਿਹੜਾ ਗਜ਼ਨੀ ਤੁਸੀਂ ਗੰਜੀਜ਼ ਖਾਨ, ਇਹ ਉਹਦੀ ਸੰਤਾਨ ਹੈ। ਉਦੋਂ ਹਿੰਦੁਸਤਾਨ ਦਾ ਕੈਪੀਟਲ ਆਗਰਾ ਸੀ। ਮੇਰਾ ਮਤਲਬ ਉਹਦੀ ਮੇਨ ਸੀਟ ਜਿਹੜੀ ਸੀ, ਹੁਣ 3 ਜਗ੍ਹਾ ਦੇ ਵਿੱਚ 4 ਜਗ੍ਹਾ ਦੇ ਵਿੱਚ ਇੰਡੀਆ ਦੀ ਕੈਪੀਟਲ ਘੁੰਮੇਗਾ, ਲਾਹੌਰ, ਦਿੱਲੀ, ਆਗਰਾ ਤੇ ਕਲਕੱਤਾ। ਮੁਸਲਮਾਨਾਂ ਦੇ ਵੇਲੇ ਆਗਰਾ, ਦਿੱਲੀ ਤੇ ਲਾਹੌਰ, ਅੰਗਰੇਜ਼ਾਂ ਦੇ ਵੇਲੇ ਕਲਕੱਤਾ ਤੇ ਦਿੱਲੀ। ਅਕਬਰ ਨੇ ਹਮਾਯੂ ਜਿਹੜਾ ਸੀ ਉਹਨੇ ਕੋਈ ਨਵਾਂ ਨਹੀਂ ਵਸਾਇਆ, ਮੇਰੇ ਖਿਆਲ ਆਗਰਾ ਹੀ ਸੀ, ਲੇਕਿਨ ਅਕਬਰ ਨੇ ਇੱਕ ਨਵਾਂ ਸ਼ਹਿਰ ਵਸਾਇਆ ਸੀ ਆਗਰੇ ਦੇ ਡਿਸਟ੍ਰਿਕਟ ਵਿੱਚ ਹੀ, ਫਤਿਹਪੁਰ ਸੀਕਰੀ। ਜੇ ਤੁਸੀਂ ਦੇਖਿਆ ਹੋਵੇ ਜਦੋਂ ਗਏ ਹੋਗੇ ਫਤਿਹਪੁਰ ਸੀਕਰੀ, ਪਰ ਥੋੜੀ ਦੇਰੀ ਫਿਰ ਉੱਥੇ ਰਿਹਾ, ਉਹ ਵੀ ਆ ਗਿਆ ਸੀ, ਫਿਰ ਆਗਰੇ ਆ ਗਿਆ ਸੀ। ਲੇਕਿਨ ਉਹ ਲਾਹੌਰ ਵੀ ਰਿਹਾ, ਉਹ ਕਾਫੀ ਦੇਰ ਤਾਈਂ ਗੁਰੂ ਸਾਹਿਬ ਨੂੰ ਮਿਲਦਾ ਰਿਹਾ। ਸੋ ਕੁਛ ਦੇਰ ਉਹਦਾ ਕੈਪੀਟਲ ਲਾਹੌਰ ਵੀ ਰਿਹਾ। ਫਤਿਹਪੁਰ ਸੀਕਰੀ ਤੇ ਲਾਹੌਰ ਦੇ ਵਿੱਚ ਅਕਬਰ ਮਾਈਗ੍ਰੇਟ ਕਰਦਾ ਰਿਹਾ। ਸ਼ਾਹਜਹਾਨ, ਉਹਨੇ ਇੱਕ ਦਿੱਲੀ ਦੇ ਵਿੱਚ ਹੀ ਨਵਾਂ ਸ਼ਹਿਰ ਵਸਾਇਆ ਸੀ, ਸ਼ਾਹਜਹਾਨਾਬਾਦ। ਜਿਹੜੇ ਅਸੀਂ ਦਿੱਲੀ ਦੇ ਆ ਸਾਨੂੰ ਪਤਾ ਹੈ, ਪੁਰਾਣੀ ਦਿੱਲੀ ਹੈ ਨਾ ਸਾਰੀ, ਜਿੱਥੇ ਆਪਣਾ ਲਾਲ ਕਿਲਾ ਵਗੈਰਾ ਤੇ ਉਹ ਪੂਰਾ ਰੈੱਡ ਫੋਰਟ ਤੋਂ ਲੈ ਕੇ ਤੇ ਪੁਰਾਣੀ ਦਿੱਲੀ ਚਾਂਦਨੀ ਚੌਕ ਤੱਕ, ਇਹ ਸਾਰਾ ਏਰੀਆ ਜਿਹੜਾ ਹੈ ਇਹ ਸ਼ਾਹਜਹਾਨ ਦਾ ਹੀ ਵਸਾਇਆ ਹੋਇਆ। ਤੇ ਉਹਦੇ ਨਾਲ ਤੁਹਾਨੂੰ ਇਹ ਪਤਾ ਲੱਗਦਾ ਕਿ ਮੋਸਟ ਇੰਪੋਰਟੈਂਟ ਬਿਲਡਿੰਗਸ, ਮੁਸਲਿਮ ਬਿਲਡਿੰਗ ਜਿਹੜੀਆਂ ਨੇ ਉਹ ਸ਼ਾਹਜਹਾਨ ਦੇ ਵਕਤ ਦੀਆਂ। ਤਾਜ ਮਹਿਲ, ਰੈੱਡ ਫੋਰਟ, ਲਾਲ ਕਿਲਾ ਤਾਜ ਇਹਨਾਂ ਨੇ ਬਣਾਇਆ ਸੀ ਤਾਂ। ਹਾਂਜੀ, ਲਾਲ ਕਿਲਾ ਜਾਮਾ ਮਸਜਿਦ, ਇਹ ਜਾਮਾ 3 ਦਿੱਲੀ ਦੀਆਂ ਮਸ਼ਹੂਰ ਕਹਿ ਲਓ ਨਾ, ਜਾਮਾ ਮਸਜਿਦ ਤੇ ਰੈੱਡ ਫੋਰਟ ਤੇ ਆਗਰੇ ਦੀ ਤਾਜ ਮਹਿਲ, ਇਹ ਸ਼ਾਹਜਹਾਨ ਨੇ ਬਣਾਈਆਂ। ਜਹਾਂਗੀਰ ਦੇ ਹੈੱਡਕੁਆਟਰਸ ਉਹ ਲਾਹੌਰ ਸਨ। ਤੇ ਫਿਰ ਔਰੰਗਜ਼ੇਬ ਜਿਹੜਾ ਸੀ
ਉਹਦੇ ਹੈੱਡਕੁਆਟਰ ਤੇ ਦਿੱਲੀ ਹੀ ਰਹੇ। ਪਿਛਲੇ ਵੀਕ ਅਸੀਂ ਕੀਤਾ ਸੀ ਵੀ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਨ ਤੋਂ ਪਹਿਲਾਂ ਉਹਨਾਂ ਨੇ ਬੰਦੇ ਬਹਾਦਰ ਨੂੰ ਲੀਡਰ ਬਣਾ ਕੇ ਪੰਜਾਬ ਭੇਜਿਆ। 1708 ਤੋਂ ਲੈ ਕੇ 1715 ਤੱਕ ਉਹ ਪੰਜਾਬ ਦੇ ਵਿੱਚ ਸੀ। 2 ਜਗ੍ਹਾ ਉਹਨੇ ਆਪਣੇ ਕੈਪੀਟਲ ਵੀ ਪੰਜਾਬ ਦੇ ਬਣਾਏ। ਜੇ ਤੁਸੀਂ ਕਹਿਣਾ ਚਾਹੁੰਦੇ ਹੋ ਸਿੱਖ ਰੂਲ, ਉਹਨੂੰ ਭਾਵੇਂ ਖਾਲਿਸਤਾਨ ਕਹੋ, ਸਿੱਖ ਕਿੰਗਡਮ ਕਹੋ, ਉਹ ਬੰਦਾ ਬਹਾਦਰ ਨੇ ਹੀ ਐਸਟੈਬਲਿਸ਼ ਕੀਤੀ ਸੀ। ਪਰ 1715 ਦੇ ਵਿੱਚ he was arrested and he was also brutally killed। ਇਹ ਤੁਸੀਂ ਦੇਖੋਗੇ ਕਿ ਕਿਲਿੰਗ ਅੰਗਰੇਜ਼ਾਂ ਦੇ ਵੇਲੇ ਵੀ ਹੋਈ ਹੈ, ਪਰ ਉਹ ਕਿਲਿੰਗ ਮੋਸਟਲੀ ਹੈਂਗਿੰਗ ਸੀ ਜਾਂ ਕਾਲਾ ਪਾਣੀ ਸੀ। ਅੰਗਰੇਜ਼ਾਂ ਨੇ ਜਾਂ ਤੇ ਫਾਂਸੀ ਲਾਇਆ ਤੇ ਜਾਂ ਉਹਨਾਂ ਨੇ ਕਾਲੇ ਪਾਣੀ ਭੇਜ ਦਿੱਤਾ, ਜਿਸ ਤਰ੍ਹਾਂ ਭਗਤ ਸਿੰਘ ਨੂੰ ਫਾਂਸੀ ਲਾਇਆ। ਹੋਰ ਕਿੰਨੇ ਨਾਂ ਨੇ ਤੁਹਾਨੂੰ, ਰਾਜਗੁਰੂ, ਸੁਖਦੇਵ ਔਰ ਬਹੁਤ ਸਾਰੇ ਨੇ ਜਿਨ੍ਹਾਂ ਨੂੰ ਕਾਲੇ ਪਾਣੀ ਮੀਨਸ ਜਲਾ ਵਤਨ, ਐਗਜ਼ਾਈਲ, ਉਹਨਾਂ ਨੇ ਟੌਰਚਰ ਨਹੀਂ ਕੀਤਾ। ਲੇਕਿਨ ਮੁਸਲਮਾਨਾਂ ਦੇ ਵਕਤ ਜਿਹੜਾ ਟੌਰਚਰ ਹੈ, ਉਹ ਤੁਹਾਨੂੰ ਪਤਾ ਗੁਰੂ ਤੇਗ ਬਹਾਦਰ ਦੇ ਨਾਲ ਜਿਹੜੇ ਬੰਦੇ ਸਨ ਉਹਨਾਂ ਨੂੰ ਕਿੰਨਾ ਕੁ ਟੌਰਚਰ ਕੀਤਾ ਉਹਨਾਂ ਨੇ। ਗੁਰੂ ਅਰਜਨ ਨੂੰ ਕਿੰਨਾ ਟੌਰਚਰ ਕੀਤਾ, ਦੈਟਸ ਯੂ ਨੋ, ਤੁਸੀਂ ਪੜ੍ਹ ਚੁੱਕੇ ਹੋ। ਅਬੂ ਸਾਮਦ, ਹੁਣ ਔਰੰਗਜ਼ੇਬ ਮਰ ਗਿਆ, ਔਰੰਗਜ਼ੇਬ ਤੋਂ ਬਾਅਦ ਇੱਕੋ ਹੀ ਇੰਪੋਰਟੈਂਟ ਜਿਹੜਾ ਸੀ ਫਰੂਖ ਸ਼ਯਾਰ, ਜਿਹਨੇ ਬੰਦਾ ਬਹਾਦਰ ਨੂੰ ਮਾਰਿਆ। ਉਹਦੇ ਬਾਅਦ ਜਿਹੜਾ ਇੰਡੀਆ ਦਾ ਐਂਪਰਰ ਸੀ ਉਹ ਰੰਗੀਲਾ ਸੀ, ਬਹਾਦਰ ਮੁਹੰਮਦ ਸ਼ਾਹ ਰੰਗੀਲਾ। ਉਹਦਾ ਇਹ ਆਉਂਦਾ ਕਿ ਉਹ ਐਂਪਰਰ ਸੀ, ਇਵਨ ਅੰਗਰੇਜ਼ ਆਏ ਨੇ ਉਹੀ ਐਂਪਰਰ ਸੀ, ਪਰ ਉਹਦੀ ਆਪਣੀ ਤਾਕਤ ਕੋਈ ਨਹੀਂ ਸੀ। ਸੋ ਤਾਕਤ ਜਿਹੜੀ ਸੀ ਇਟ ਵੈਂਟ ਟੂ ਦੀ ਗਵਰਨਰਸ। ਅਸੀਂ ਲਾਸਟ ਟਾਈਮ ਡਿਸਕਸ ਕੀਤਾ ਸੀ, ਅੱਜ ਇਹਨੂੰ ਡਿਟੇਲ 'ਚ ਕਰਾਂਗੇ। ਪਹਿਲਾ ਗਵਰਨਰ ਕੌਣ ਸੀ ਪੰਜਾਬ ਦਾ, ਜਿਹੜਾ ਹਿਸਟੋਰੀਕਲੀ ਸਾਡੇ ਵਾਸਤੇ ਇੰਪੋਰਟੈਂਟ ਹੈ? ਬਾਦਸ਼ਾਹ ਅਹਿਮਦ ਮੁਹੰਮਦ ਸ਼ਾਹ ਰੰਗੀਲਾ ਹੀ ਹੈ। ਲੇਕਿਨ ਪੰਜਾਬ ਦਾ ਗਵਰਨਰ ਫਰੂਖ ਸ਼ਾਹ ਮਰਨ ਤੋਂ ਬਾਅਦ ਪਹਿਲਾ ਇੰਪੋਰਟੈਂਟ ਗਵਰਨਰ ਕੌਣ ਸੀ? ਅਬੂ ਸਮਾਹਿਦ। ਅਬੂ ਸਮਦ ਨਹੀਂ, ਉਹ ਠੀਕ ਹੈ, ਅਬੂ ਸਾਮਦ ਸੀ, ਉਹਦਾ ਨਾਮ ਹੈ ਅਬੂ ਸਾਮਦ। ਇਹਦੇ ਬਾਰੇ ਮੈਂ ਕੁਝ ਚੀਜ਼ਾਂ ਪੜਾਂਗਾ, ਫਿਰ ਅਸੀਂ ਡਿਸਕਸ ਕਰਾਂਗੇ। ਕਿਉਂਕਿ ਇਹਦਾ ਜਿਹੜਾ ਰੂਲ ਹੈ ਨਾ, ਅਬੂ ਸਾਮਦ ਦਾ ਰੂਲ, ਇਹ ਜੇ ਤੁਸੀਂ ਦੇਖੋਗੇ 1716 ਤੋਂ ਲੈ ਕੇ 1726 ਤੱਕ ਹੈ, ਤਕਰੀਬਨ 9-10 ਸਾਲ ਹੈ ਇਹਨੇ ਪੰਜਾਬ ਤੇ ਰੂਲ ਕੀਤਾ। ਔਰ ਇਸ ਦੇ ਵਿੱਚ ਸਾਡੀਆਂ ਆਪਣੀਆਂ ਲੜਾਈਆਂ ਕਾਫੀ ਹੋਈਆਂ ਕਿ ਬੰਦੇ ਦੀ ਡੈਥ ਤੋਂ ਬਾਅਦ ਸਿੱਖ ਵੀ 2 ਹਿੱਸਿਆਂ 'ਚ ਵੰਡੇ ਗਏ ਸਨ, ਬੰਦਈ ਖਾਲਸਾ ਤੇ ਤੱਤ ਖਾਲਸਾ। ਇਹ ਪਤਾ ਲੱਗਦਾ ਹੀ ਤੈਨੂੰ ਇਹ ਦੋਨਾਂ ਦਾ ਡਿਫਰੈਂਸ ਕੀ ਸੀ? ਜੀ ਮੈਨੂੰ ਪੁੱਛ ਰਹੇ? ਹਾਂਜੀ, ਤੁਸੀਂ ਦੱਸੋ। ਇਹ ਜਿਹੜੇ ਬੰਦੀ ਖਾਲਸਾ, ਜਿਹੜਾ ਬੰਦਾ ਬਹਾਦਰ ਦੇ ਨੂੰ ਮੰਨਣ ਵਾਲੇ ਸੀ, ਉਹ ਬੰਦੀ ਖਾਲਸਾ ਜਿਹੜਾ ਨਵਾਂ ਉਹਨੂੰ ਨਹੀਂ ਮੰਨਦੇ ਸੀ, ਕਹਿੰਦੇ ਸੀ ਕਿ ਉਹਨੇ ਥੋੜਾ ਸਿੱਖੀ ਦੀ ਉਲੰਘਣਾ ਕੀਤੀ ਹੈਗੀ, ਉਹਨਾਂ ਨੇ ਆਪਣਾ 93ਵਾਂ ਦਲ ਉਹਦੇ ਬਰਾਬਰ ਬਣਾ ਲਿਆ। ਇਹ ਤੁਸੀਂ ਕਲਾਸ ਨੂੰ ਦੱਸੋ। ਤੁਸੀਂ ਕਹਿੰਦੇ ਹੋ ਕਿ ਜਿਹੜੇ ਬੰਦਾ ਬਹਾਦਰ ਨੂੰ ਮੰਨਣ ਵਾਲੇ ਸਨ ਤੇ ਬੰਦਾ ਬਹਾਦਰ ਨੂੰ ਨਹੀਂ ਮੰਨਣ ਵਾਲੇ ਸਨ, ਕਿਸ ਚੀਜ਼ ਨੂੰ ਮੰਨਣ ਵਾਲੇ ਸਨ ਬੰਦਾ ਬਹਾਦਰ ਵਿੱਚ, ਤੇ ਕਿਹੜੀ ਚੀਜ਼ ਨੂੰ ਨਹੀਂ ਸੀ ਮੰਨਣ ਵਾਲੇ? ਇਹ ਜੀ ਕਿ ਬੰਦਾ ਬਹਾਦਰ ਨੇ ਆਪਣੇ ਆਪ ਨੂੰ ਇੱਕ ਤਾਂ ਬਾਦਸ਼ਾਹ ਕਹਾ ਰਿਹਾ ਸੀ, ਤੇ ਜਿਹੜੇ ਸਿੱਖ ਟੈਨੈਂਟ ਹੈ ਕਿ ਉਹਨੇ ਬਰਾਗੀ ਰਹਿਣਾ ਸੀ, ਪਰ ਇਹ ਮੈਰਿਡ ਟਵਾਈਸ, ਤੇ ਕਈ ਇਸ ਗੱਲੋਂ ਬੰਦਾ ਬਹਾਦਰ ਦੇ ਖਿਲਾਫ ਸੀ। ਚਲੋ ਠੀਕ ਹੈ। ਇਨ ਸ਼ਾਰਟ ਗੁਰੂ ਵਜ਼ੀਰ ਸਿੰਘ ਇਹ ਕਹਿੰਦੇ ਨੇ ਕਿ ਕਈ ਸਿੱਖ ਟ੍ਰੈਡੀਸ਼ਨ ਸਨ, ਜਿਨ੍ਹਾਂ ਟ੍ਰੈਡੀਸ਼ਨਸ ਨੂੰ ਬੰਦਾ ਬਹਾਦਰ ਜਦੋਂ ਪਾਵਰ 'ਚ ਆਇਆ ਉਹਨੇ ਉਹ ਟ੍ਰੈਡੀਸ਼ਨਾਂ ਨੂੰ ਬਦਲ ਦਿੱਤਾ ਸੀ, ਤੋੜ ਦਿੱਤਾ ਸੀ। ਇੱਕ ਜਿਹੜੀ ਆਮ ਸਮਝਣ ਵਾਲੀ ਸੀ, ਤੁਸੀਂ ਕਹਿੰਦੇ ਸੋ ਵਾਹਿਗੁਰੂ ਜੀ ਕੀ ਫਤਿਹ ਜਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਉਹ ਕਹਿਣ ਲੱਗ ਪਿਆ ਸੀ ਫਤਿਹ ਦਰਸ਼ਨ ਔਰ ਸਮਥਿੰਗ ਲਾਈਕ ਦੈਟ। ਉਹ ਸਲੋਗਨ ਵੀ ਉਹਨੇ ਬਦਲ ਦਿੱਤਾ ਸੀ। ਔਰ ਹੋਰ ਵੀ ਇਹ ਛੋਟੀਆਂ ਮੋਟੀਆਂ ਕਈ ਚੀਜ਼ਾਂ ਹੋਣਗੀਆਂ ਜਿਹੜੀਆਂ ਸਿੱਖਾਂ ਨੂੰ ਪਸੰਦ ਨਹੀਂ ਸੀ ਆਈਆਂ। ਸੋ ਇਹ ਫਿਰ ਉਹਨਾਂ ਦਾ ਆਪਸ ਵਿੱਚ ਟਕਰਾਓ ਵੀ ਹੋਇਆ। ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਵੀ ਲੜਾਈ ਹੋਈ। ਸੁੰਦਰੀ ਨੇ ਮੀਡੀਏਟਰ ਬਣ ਕੇ, ਵੈਸੇ ਤੇ ਕਹਾਣੀ ਆਉਂਦੀ ਹੈ, ਪਰਚੀ ਪਾਈ ਹਰ ਕੀ ਪੌੜੀ ਤੇ ਪਰਚੀ ਜਿਹੜੀ ਸੀ ਉਹ ਜਿਹੜੀ ਤੱਤ ਖਾਲਸਾ ਦੀ ਨਿਕਲੀ, ਤੇ ਫਿਰ ਬੰਦਾਈ ਖਾਲਸਾ ਵਾਲੇ ਬੰਦੇ ਵੀ ਉਹਨਾਂ ਨੇ ਆਪਣੇ ਆਪ ਨੂੰ ਉਸ ਗਰੁੱਪ ਤੋਂ ਡਿਸੋਲਵ ਕਰ ਲਿਆ ਤੇ ਫਿਰ ਇੱਕੋ ਹੀ ਗਰੁੱਪ ਰਹਿ ਗਿਆ।
ਇੱਥੇ ਤੁਸੀਂ ਇੱਕ ਚੀਜ਼ ਯਾਦ ਰੱਖਣੀ ਹੈ ਕਿ ਸਾਡਾ ਇਸ ਵੇਲੇ ਲੀਡਰ ਮਾਤਾ ਸੁੰਦਰੀ ਹੈ। ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾ ਗਏ। ਬੰਦਾ ਬਹਾਦਰ ਤੁਹਾਡਾ ਲੀਡਰ ਸੀ। ਬੰਦਾ ਬਹਾਦਰ ਤੋਂ ਬਾਅਦ ਜਿਹੜਾ ਹੁਣ ਨਾਂ ਆ ਰਿਹਾ ਹੈ ਉਹ ਸਿਰਫ ਮਾਤਾ ਸੁੰਦਰੀ ਦਾ। तो माता सुंदरी has played a very important role in Sikh history, क्योंकि जो दसम ग्रंथ ਤੇ ਵੀ ਅਸੀਂ ਪਹੁੰਚਾਂਗੇ ਤੇ ਉਹ ਵੀ ਮਾਤਾ ਸੁੰਦਰੀ ਨੇ ਹੀ ਭਾਈ ਮਨੀ ਸਿੰਘ ਨੂੰ ਕਿਹਾ ਸੀ ਕਿ ਹੁਣ ਦਸਮ ਪਾਤਸ਼ਾਹ ਦਾ ਤੂੰ ਕੋਈ ਗ੍ਰੰਥ ਬਣਾ। ਇੱਕ ਤੁਹਾਨੂੰ ਵਰਡ ਯਾਦ ਹੋਏਗਾ, ਮੈਂ ਤੁਹਾਡੇ ਕੋਲੇ ਪੁੱਛਾਂਗਾ, ਜਿਹਨੂੰ ਵੀ ਜਵਾਬ ਵਜ਼ੀਰ ਸਿੰਘ ਜੀ ਤੋਂ ਇਲਾਵਾ ਜਿਹਨੂੰ ਵੀ ਇਹ ਜਵਾਬ ਪਤਾ ਬੋਲੇ, ਸਰਬੱਤ ਖਾਲਸਾ ਕਿਹੜਾ ਪਤਾ what is it? ਕਿਹਨੂੰ ਕਹਿੰਦੇ ਹੋ ਸਰਬੱਤ ਖਾਲਸਾ? ਜਾਂ ਇਹ ਸਲੋਗਨ ਕਦੋਂ ਪਰਮਜੀਤ? ਹਾਂ, ਅਸੈਂਬਲੀ ਆਫ ਦ ਸਿੱਖਸ, ਅਸੈਂਬਲੀ ਜਿੱਥੇ ਸਿੱਖ ਲੋਕ ਇਕੱਠੇ ਹੁੰਦੇ ਸੀ, ਅਸੈਂਬਲੀ। ਵੈਰੀ ਗੁੱਡ। ਚਲੋ ਇਹਨੂੰ ਇਸ ਤਰ੍ਹਾਂ ਯਾਦ ਕਰ ਲਓ, ਉਸ ਵੇਲੇ ਜਿਹੜੇ ਸਿੱਖ ਇਕੱਠੇ ਹੁੰਦੇ ਸਨ ਤੇ ਜਿੱਥੇ ਉਹ ਆਪਣੇ ਰੈਜ਼ੋਲੂਸ਼ਨਸ ਰਿਜ਼ੋਲਵ ਕਰਦੇ ਸੀ। ਸਿੱਖ ਤਾਂ ਤੁਹਾਨੂੰ ਪਤਾ ਹੁਣ ਆਰਗੇਨਾਈਜੇਸ਼ਨ ਤੇ ਕੋਈ ਹੈ ਹੀ ਨਹੀਂ ਸੀ, ਸਿੱਖ ਜਗ੍ਹਾ ਜਗ੍ਹਾ ਸਨ, ਪਰ ਫਿਰ ਵੀ ਉਹ ਹਰਮੰਦਰ ਸਾਹਿਬ ਆ ਕੇ ਇਕੱਠੇ ਹੁੰਦੇ ਸੀ। ਹੋ ਸਕਦਾ ਮਾਤਾ ਸੁੰਦਰੀ ਦੇ ਕਹਿਣ ਤੇ ਆਉਂਦੇ ਹੋਣ, ਪਰ ਉਸ ਵੇਲੇ ਜਦੋਂ ਆਉਂਦੇ ਸਨ ਉਸ ਗਰੁੱਪ ਨੂੰ ਉਹ ਸਰਬੱਤ ਖਾਲਸਾ ਕਹਿੰਦੇ ਸੀ, ਜਾਂ ਜਿਹੜੀਆਂ ਚਿੱਠੀਆਂ ਜਾਂਦੀਆਂ ਸਨ ਉਹ ਸਰਬੱਤ ਖਾਲਸੇ ਦੇ ਨਾਂ ਤੋਂ ਜਾਂਦੀਆਂ ਸਨ। ਤੇ ਜਿਸ ਤਰ੍ਹਾਂ ਇਸ ਬੇਟੀ ਨੇ ਕਿਹਾ, ਜਿਹੜੇ ਰੈਜ਼ੋਲੂਸ਼ਨ ਉਹ ਪਾਸ ਕਰਦੇ ਸਨ ਉਹਨੂੰ ਗੁਰਮਤਾ ਕਹਿੰਦੇ ਸੀ। ਤੇ ਦੋ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਕਿ ਗੁਰਮਤਾ ਕੀ ਸੀ ਤੇ ਸਰਬੱਤ ਖਾਲਸਾ ਦਾ ਵਰਡ ਸਿੱਖ ਧਰਮ ਵਿੱਚ ਕਦੋਂ ਆਇਆ। ਇਹ ਆਬੂ ਸਾਮਦ ਜੀ ਦਾ ਗਵਰਨਰ ਸੀ, ਉਸ ਵੇਲੇ ਆਇਆ। ਇਹਦੇ ਭਾਵੇਂ ਕੋਈ ਏਡਾ ਸਿੱਖਾਂ ਦੇ ਨਾਲ ਇਹਦੀ ਕੋਈ ਬਣਦੀ ਨਹੀਂ ਸੀ, ਪਰ ਇੰਨਾ ਨਹੀਂ ਹੁੰਦਾ ਕਿ ਇਹਨੇ ਸਿੱਖਾਂ ਦਾ ਆਮ ਕਤਲੇਆਮ ਕੀਤਾ। ਇੱਕ ਤੀਜਾ ਵਰਡ ਜਿਹੜਾ ਬਹੁਤ ਮਸ਼ਹੂਰ ਸੀ, ਸਹਿਜਧਾਰੀ ਸਿੱਖ, ਉਹ ਵੀ ਇਸੇ ਦੌਰ ਦਾ ਵਰਡ ਹੈ। ਇਹ ਜਿਹੜੇ 10 ਸਾਲ ਨੇ ਆਬੂ ਸਾਮਦ ਦੇ, ਕਿਉਂਕਿ ਆਬੂ ਸਾਮਦ ਨੇ ਡਿਕਲੇਰੇਸ਼ਨ ਨਾ ਕੀਤਾ ਹੋਵੇ, ਪਰ ਮੁਸਲਮਾਨ ਬੇਸਿਕਲੀ ਸਿੱਖਾਂ ਦੇ ਖਿਲਾਫ ਸਨ। ਸਿੱਖਾਂ ਨੂੰ ਮਾਰਨਾ ਉਹਨਾਂ ਦੀ ਗੇਮ ਸੀ। ਜਿੱਥੇ ਦੇਖੋ ਸਿੱਖ ਲਾ ਦਿਓ ਤਾਂ ਫਿਰ ਕੋਈ ਸਦਾ ਨਹੀਂ ਸੀ। ਇਸ ਕਰਕੇ ਸਿੱਖ ਬਹੁਤ ਸਾਰੇ ਉਦੋਂ ਜੰਗਲਾਂ 'ਚ ਚਲੇ ਗਏ ਸੀ। ਦੋ ਤਰ੍ਹਾਂ ਨਾਲ ਦੇਖੋ, ਤੁਹਾਨੂੰ ਤਕਲੀਫ ਆਉਂਦੀ ਹੈ ਨਾ, ਜਾਂ ਤੇ ਬਾਦਸ਼ਾਹ ਕਹੇ ਮਾਰ ਦਿਓ, ਤੇ ਜਾਂ ਬਾਦਸ਼ਾਹ ਕਹੇ ਬੇਸ਼ੱਕ ਮਾਰੋ, ਮੈਂ ਤੁਹਾਨੂੰ ਕੁਛ ਨਹੀਂ ਕਹਾਂਗਾ। ਡਾਇਰੈਕਟ ਡਿਕਲੇਰੇਸ਼ਨ ਨਹੀਂ ਹੈ, ਇਨਡਾਇਰੈਕਟ ਡਿਕਲੇਰੇਸ਼ਨ ਹੈ ਕਿ ਜਿਹੜੇ ਬੰਦੇ ਸਿੱਖਾਂ ਨੂੰ ਮਾਰਦੇ ਵੀ ਸਨ ਕਲਾਸ ਜੀ, ਉਹਨਾਂ ਵਾਸਤੇ ਸਜ਼ਾ ਕੋਈ ਨਹੀਂ ਸੀ ਆਬੂ ਸਾਮਦ ਦੇ ਵੇਲੇ। ਸੋ ਨੈਚੁਰਲੀ, ਔਰ ਸਿੱਖਾਂ ਦੀ ਜਿਹੜੀ ਮੇਨ ਪ੍ਰੋਬਲਮ ਨਹੀਂ ਮੈਂ ਕਹਿ ਸਕਦਾ, ਪਰ ਸਿੱਖਾਂ ਦੀ ਬਹਾਦਰੀ ਦੀ ਜਿਹੜੀ ਨਿਸ਼ਾਨੀ ਸੀ, ਉਹਨਾਂ ਦਾ ਸਰੂਪ ਉਹ ਤਾਂ ਦੂਰੋਂ ਦਿਸਦਾ ਸੀ। ਇੱਕ ਸਿੱਖ ਕਿਵੇਂ ਕਹਿ ਸਕਦਾ ਸਿੱਖ ਨਹੀਂ ਹੈ? ਤੇ ਜਿੱਥੇ ਵੀ ਉਹ ਸਿੱਖ ਨੂੰ ਦੇਖਦੇ ਸਨ ਕਹਿੰਦੇ ਲਾ ਦਿਓ ਸਿਰੇ ਦਾ। ਔਰ ਫਿਰ ਉਹ ਸਿੱਖਾਂ ਨੇ ਪਿਰਾਮਿਡ ਬਣਾਉਂਦੇ ਸਨ। ਇਹ ਤੇ ਕਈ ਗਵਰਨਰਾਂ ਦੇ ਵੇਲੇ ਆਏਗਾ। ਸੋ ਬਹੁਤ ਸਾਰੇ ਸਿੱਖ ਜਿਹੜੇ ਸੀ ਉਦੋਂ ਜੰਗਲਾਂ 'ਚ ਚਲੇ ਗਏ। ਪਰ ਹੁਣ ਅਗਰ ਤੁਸੀਂ ਇੱਥੇ ਆਈ ਡੋਂਟ ਨੋ, ਪਰ ਤੁਸੀਂ ਦੇਖਿਆ ਹੋਣੀ ਸੈਕੰਡ ਵਰਲਡ ਵਾਰ ਦੀਆਂ ਫਿਲਮਾਂ ਦੇਖੋ ਤੇ ਤੁਹਾਨੂੰ ਬਹੁਤ ਕੁਝ ਯਾਦ ਆਏਗਾ ਕਿ ਜਦੋਂ ਸਿੱਖ ਜੰਗਲਾਂ 'ਚ ਰਹਿੰਦੇ ਸਨ ਉਦੋਂ ਉਹਨਾਂ ਨੂੰ ਖਾਣਾ ਪਹੁੰਚਾਉਣਾ, ਨਿਊਜ਼ ਪਹੁੰਚਾਉਣੀ। ਇੱਥੇ ਵੀ ਜਦੋਂ ਸੈਕੰਡ ਵਰਲਡ ਵਾਰ ਦੇ ਵਿੱਚ ਬਹੁਤ ਸਾਰੇ ਲੋਕ ਅੰਡਰਗਰਾਊਂਡ ਚਲੇ ਗਏ ਸੀ, ਉਹਨਾਂ ਤੱਕ ਨਿਊਜ਼ ਕਿਵੇਂ ਪਹੁੰਚਦੀ ਸੀ, ਕਿਵੇਂ ਲੋਕ ਉੱਥੇ ਜਾਂਦੇ ਸਨ। ਸੋ ਉਹ ਜਿਹੜੇ ਲੋਕ ਸ਼ਹਿਰਾਂ ਵਿੱਚ ਰਹਿ ਗਏ, ਜਿਹੜੇ ਸਿੱਖਾਂ ਨੂੰ ਜੰਗਲਾਂ ਵਿੱਚ ਨਿਊਜ਼ ਪਹੁੰਚਾਉਂਦੇ ਸਨ, ਸਿੱਖਾਂ ਨੂੰ ਜੰਗਲਾਂ ਵਿੱਚ ਰਸਦ ਮੀਨਸ ਰਸਦ ਨਹੀਂ, ਰਾਸ਼ਨ ਪਹੁੰਚਾਉਂਦੇ ਸਨ, ਉਹ ਵੀ ਸਿੱਖ ਸਨ, ਪਰ ਉਹ ਕੇਸ ਨਹੀਂ ਸੀ ਰੱਖਦੇ ਤਾਂ ਕਿ ਪਹਿਚਾਨੇ ਨਾ ਜਾਣ। ਉਹਨਾਂ ਨੂੰ ਫਿਰ ਉਹਨਾਂ ਨੇ ਸਹਿਜਧਾਰੀ ਸਿੱਖਾਂ ਦਾ ਜਿਹੜਾ ਵਰਡ ਕਾਇਨ ਕੀਤਾ ਸੀ, ਇਹ ਉਸ ਵੇਲੇ ਹੋਇਆ। ਇਹਦੇ ਬਾਅਦ ਸੈਕੰਡ ਗਵਰਨਰ ਅਸੀਂ ਕਰਾਂਗੇ ਤੇ ਫਿਰ ਅਸੀਂ ਜਾਵਾਂਗੇ, ਨਹੀਂ ਮੇਰਾ ਖਿਆਲ ਆ ਅਸੀਂ ਇਹ ਗਵਰਨਰ ਕਰੀਏ ਕਿਉਂਕਿ ਅਸੀਂ ਸ਼ਬਦ ਕਰਨੇ ਨੇ ਨੈਕਸਟ। ਇਹ ਠੀਕ ਹੈ? ਐਨੀ ਕੁਐਸਚਨ ਫਰੋਮ ਆਬੂ ਸਾਮਦ? ਕਿ ਤੁਹਾਨੂੰ ਸਭ ਕੁਝ ਪਤਾ? ਇਹ ਵੀ ਪਤਾ ਵੀ ਅਸੀਂ ਲਾਸਟ ਵੀਕ ਬੰਦਾ ਬਹਾਦਰ ਦੇ ਬਾਰੇ ਕੀਤਾ ਸੀ। ਸੋ ਤੁਸੀਂ ਦੋ ਚੀਜ਼ਾਂ ਯਾਦ ਰੱਖਣੀਆਂ ਕਿ ਜਿਹੜਾ ਪਹਿਲਾ ਗਵਰਨਰ ਕੇਮ ਇਨਟੂ ਲਾਈਮਲਾਈਟ ਔਰ ਇਨ ਹਿਸਟਰੀ ਵੀ ਸਟਾਰਟਡ ਨੋਇੰਗ ਹਿਮ। ਗਵਰਨਰ ਤੋਂ ਪਹਿਲਾਂ ਵੀ ਸਨ, ਹਰ ਐਮਪਰਰ ਦੇ ਵੇਲੇ ਗਵਰਨਰ ਤੇ ਪੰਜਾਬ ਦੇ ਪਹਿਲਾਂ ਵੀ ਸਨ, ਪਰ ਉਦੋਂ ਸਾਰੀ ਹਿਸਟਰੀ ਸੈਂਟਰਲ ਆਈ ਸੀ ਦਿੱਲੀ।
ਇਹ ਤੇ ਹੈ ਕਿ ਔਰੰਗਜ਼ੇਬ ਦੀ ਡੈਥ ਤੋਂ ਬਾਅਦ, ਬਹਾਦਰ ਸ਼ਾਹ ਦੀ ਡੈਥ ਤੋਂ ਬਾਅਦ, ਫਰੂਖ ਸ਼ਾਹ ਦੀ ਡੈਥ ਤੋਂ ਬਾਅਦ, ਜਿਸ ਵੇਲੇ ਸਾਰੀ ਪਾਵਰ ਗਵਰਨਰਸ ਕੋਲ ਚਲੀ ਗਈ, ਤਾਂ ਸਿੱਖ ਨਹੀਂ ਬਾਕੀ ਵੀ ਇੰਡੀਆ ਦਾ ਇਤਿਹਾਸ ਸੈਂਟਰ ਤੋਂ ਉਹਨਾਂ ਦੇ ਆਪਣੇ ਆਪਣੇ ਪ੍ਰੋਵਿੰਸਿਸ ਤੇ ਚਲਾ ਗਿਆ। ਸੋ ਹੁਣ ਅਸੀਂ ਇਹ ਪੜ੍ਹ ਰਹੇ ਹਾਂ ਕਿ ਪੰਜਾਬ ਦੇ ਜਿਹੜੇ ਗਵਰਨਰ ਹੋਏ ਉਹਨਾਂ ਨੇ ਸਿੱਖਾਂ ਦੇ ਨਾਲ ਕੀ ਸਲੂਕ ਕੀਤਾ, ਤੇ ਜਿਹੜੀ ਸਿੱਖ ਪੰਜਾਬ ਹਿਸਟਰੀ ਸੀ ਅੰਡਰ ਗਵਰਨਰਸ਼ਿਪ ਉਹ ਕੀ ਸੀ। ਸੋ 4 ਮੇਨ ਗਵਰਨਰ ਨੇ ਜਿਹਦੀ ਅਸੀਂ ਹਿਸਟਰੀ ਪੜ੍ਹਾਂਗੇ। ਸੋ ਪਹਿਲਾ ਜਿਹੜਾ ਸੀ ਅਬੂ ਸਾਮਦ, ਜਿਹੜੀ ਚੀਜ਼ ਅਸੀਂ ਮੇਨ ਪੜ੍ਹਨੀ ਹੈ ਕਿ ਸਾਡੀ ਆਪਣੀ ਜਿਹੜੀ ਲੜਾਈ ਸੀ ਉਹ ਬੰਦਈ ਖਾਲਸਾ ਤੇ ਤਤ ਖਾਲਸਾ ਦੀ। ਦੂਸਰਾ ਜਿਹੜੇ ਸਰਬੱਤ ਖਾਲਸਾ ਦਾ ਵਰਡ ਜਿਹੜਾ ਕੋਇਨ ਹੋਇਆ, ਗੁਰਮਤਾ ਜਦੋਂ ਆਇਆ, ਤੇ ਸਹਿਤਾਰੀ ਸਿੱਖ ਦੇ ਬਾਰੇ ਜਦੋਂ ਗੱਲ ਚੱਲੀ, ਉਹ ਇਸ ਵਕਤ ਦਾ, ਇਸ ਦੌਰ ਦਾ ਵਕਤ। ਤੇ ਡਾਕਟਰ ਜੀ ਦਾ ਜਿਹੜਾ ਆਪਾਂ ਇਹਦੀ ਗੱਲ ਕੀਤੀ ਸੀ ਕਿ ਜਿਹੜਾ ਪਾਵਰ ਸ਼ਿਫਟ ਹੋ ਗਈ ਸੀਗੀ ਪੰਜਾਬ ਗਵਰਨਰਸ ਨੂੰ, ਇਹਦਾ ਮੇਨ ਚੀਜ਼ ਇਹ ਸੀ ਕਿ ਜਿਹੜਾ ਉਹ ਦਿੱਲੀ ਜਦੋਂ ਮੁਹੰਮਦ ਸ਼ਾਹ ਰੰਗੀਲਾ ਸੀਗਾ ਕਿ ਉਦੋਂ ਜਿਹੜੇ ਰੈਵਨਿਊਜ਼ ਵਗੈਰਾ ਸੀਗੇ ਸਾਰੇ ਉਹ ਤਿਜੋਰੀ ਉਹਨਾਂ ਦੀ ਹੁੰਦੀ ਸੀ, ਉਹ ਸਾਰੀ ਮਤਲਬ ਕਿ ਉਹਨੇ ਖਾਲੀ ਕਰਤੀ, ਜਾਂ ਕਿ ਪਾਵਰ ਕਿਉਂ ਸ਼ਿਫਟ ਹੋ ਗਈ ਪੰਜਾਬ ਗਵਰਨਰ। ਗੱਲ ਇਹ ਹੈ ਕਿ ਹਰ ਬੰਦਾ ਪਾਵਰ ਤੇ ਲੈਣਾ ਹੀ ਚਾਹੁੰਦਾ, ਹਰ ਬੰਦਾ ਵਾਂਟਸ ਪਾਵਰ, ਪਰ ਜਦੋਂ ਬਾਦਸ਼ਾਹ ਆਪ ਬਹੁਤ ਪਾਵਰਫੁਲ ਹੈ, ਇਹਦਾ ਮਤਲਬ ਹੈ ਗਵਰਨਰ ਦੀ ਅਪਾਇੰਟਮੈਂਟ ਤੇ ਗਵਰਨਰ ਨੂੰ ਹਟਾਉਣਾ ਤੇ ਉਹਦੇ ਹੱਥ 'ਚ ਹੈ, ਆਰਮੀ ਸਾਰੀ ਉਹਦੇ ਅੰਡਰ ਕੰਟਰੋਲ 'ਚ ਹੈ। ਸੋ ਬਾਕੀ ਸਾਰੇ ਗਵਰਨਰ ਤਾਂ ਡਰਦੇ ਹੀ ਸਨ ਔਰੰਗਜ਼ੇਬ ਤੋਂ, ਸਾਰੇ ਗਵਰਨਰ ਡਰਦੇ ਸਨ ਜਹਾਂਗੀਰ ਤੋਂ, ਗਵਰਨਰ ਤੇ ਉਦੋਂ ਵੀ ਸਨ। ਪਰ ਜਦੋਂ ਬਾਦਸ਼ਾਹ ਕੋਲ ਕੋਈ ਪਾਵਰ ਹੀ ਨਾ ਹੋਵੇ, ਮਿਲਟਰੀ ਉਹਦੀ ਕੋਈ ਗੱਲ ਸੁਣੇ ਹੀ ਨਾ, ਤੇ ਫਿਰ ਨੈਚੁਰਲੀ ਜਿਹੜੇ ਪੌਕਟਸ ਹੋਣਗੀਆਂ, ਉਹ ਪੌਕਟਸ ਹਨ ਪ੍ਰੋਵਿੰਸਿਸ ਦੀਆਂ, ਉਹ ਉਹਨਾਂ ਨੇ ਜਿਸ ਉਂਝ ਨਹੀਂ ਰਿਵੋਲਟ ਹੁੰਦਾ ਕਿ ਸਾਊਥ 'ਚ ਰਿਵੋਲਟ ਹੋ ਗਿਆ, ਨਾਰਥ 'ਚ ਰਿਵੋਲਟ ਹੋ ਗਿਆ। ਸੋ ਵੀ ਸਮਝ ਲਾਇਕ ਕਿਸਮ ਇਨਡਾਇਰੈਕਟ ਰਿਵੋਲਟ ਸੀ ਬਾਈ ਦੀ ਗਵਰਨਰ ਆਫ ਡਿਫਰੈਂਟ ਸਟੇਟ। ਹੋ ਸਕਦਾ ਹੈ ਜੋ ਤੂੰ ਕਿਹਾ ਉਹਨਾਂ ਰੈਵਨਿਊ ਦੇਣਾ ਵੀ ਬੰਦ ਕਰਤਾ ਹੋਵੇ ਸੈਂਟਰ ਨੂੰ, ਉਹ ਆਪਣੇ ਕੋਲ ਹੀ ਰੱਖ ਲਿਆ ਹੋਵੇ ਸਾਰਾ। ਅੱਜ ਰਾਗ ਜਿਹੜਾ ਸਾਡਾ ਉਹ ਨਟ ਨਾਰਾਇਣ ਹੈ, ਨਟ ਨਾਰਾਇਣ, ਹਾਂਜੀ, 19 ਰਾਗ ਹੈ, 19ਵਾਂ ਰਾਗ ਹੈ, 18 ਰਾਗ ਕਰ ਚੁੱਕੇ ਹਾਂ। ਕਿਹੜੀ ਬੁੱਕ 'ਚ ਹੈ? ਕੋਈ ਵੀ ਬੁੱਕ ਪੜ੍ਹ ਲਓ, ਇਹ ਐਡਵਾਂਸ ਜੇ ਤੁਹਾਡੇ ਕੋਲ ਹੈ ਐਡਵਾਂਸ ਸਟੱਡੀ ਵੋਲੀਅਮ 1, ਉਹਦੇ ਵਿੱਚ ਪੇਜ 123 ਹੈ। 123? ਹਾਂਜੀ, ਇਹਦੇ ਵਿੱਚ ਇਸ ਰਾਗ ਵਿੱਚ ਹੀ ਟੋਟਲ 19 ਸ਼ਬਦ ਨੇ ਤੇ 6 ਮੇਰੇ ਖਿਆਲ ਹੈ ਅਸ਼ਟਪਦੀਆਂ, ਔਰ ਸਿਰਫ ਗੁਰੂ ਰਾਮਦਾਸ ਤੇ ਗੁਰੂ ਅਰਜਨ ਦੇਵ ਜੀ ਦੇ ਸ਼ਬਦ ਨੇ ਇਹਦੇ ਵਿੱਚ, ਕੋਈ ਭਗਤ ਬਾਣੀ ਨਹੀਂ ਹੈ। ਇੱਥੋਂ ਤੁਹਾਨੂੰ ਇੱਕ ਚੀਜ਼ ਸਮਝ ਆਉਂਦੀ ਹੈ ਕਿ ਭਗਤ ਬਾਣੀ ਵੀ ਹਰ ਸ਼ਬਦ ਹਰ ਰਾਗ ਵਿੱਚ ਨਹੀਂ ਹੈ। ਗੁਰੂ ਨਾਨਕ ਸਾਹਿਬ ਦੇ ਤੇ ਗੁਰੂ ਅਮਰਦਾਸ ਜੀ ਦੇ ਸ਼ਬਦ ਵੀ ਹਰ ਰਾਗ ਵਿੱਚ ਨਹੀਂ ਹੈ। ਔਰ ਇਹ ਵੀ ਤੁਹਾਨੂੰ ਪਰਮਜੀਤ ਹੀ ਦੱਸ ਸਕਦੀ ਹੈ 1 ਮਿੰਟ ਵਿੱਚ ਕਿ ਗੁਰੂ ਨਾਨਕ ਸਾਹਿਬ ਦੇ ਸ਼ਬਦ ਕਿੰਨੇ ਰਾਗਾਂ 'ਚ ਨੇ। 974 ਦੇਖਿਆ? ਔਰ ਔਰ 19 ਰਾਗਾਂ ਵਿੱਚ ਗੁਰੂ ਨਾਨਕ ਤੇ 17 ਰਾਗਾਂ ਵਿੱਚ ਗੁਰੂ ਅਮਰਦਾਸ ਜੀ। ਅੱਛਾ ਗੁਰਦੀਪ, ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਗੁਰੂ ਨਾਨਕ ਸਾਹਿਬ ਦੇ ਸ਼ਬਦ 19 ਰਾਗਾਂ ਵਿੱਚ ਨੇ, what do you actually mean? ਸਾਰੇ ਡਿਫਰੈਂਟ ਰਾਗਾਂ ਵਿੱਚ ਨਹੀਂ ਉਹਨਾਂ ਦੇ, ਜਿੱਥੇ ਗੁਰੂ ਸਾਹਿਬ ਦੀ ਬਾਣੀ ਰਚੀ ਹੋਈ ਆ, ਦਰਜ ਆ, it's only in certain rag, in 19 of 31 rag. ਜੇ ਤੁਸੀਂ ਸਪੋਜ਼ ਕਿਸੇ ਨਾਨ ਸਿੱਖ ਨੂੰ ਇਹ ਸਮਝਾਣਾ ਹੋਵੇ ਤੇ ਤੁਸੀਂ ਉਹਨੂੰ ਕਿਵੇਂ ਸਮਝਾਓਗੇ? ਟੈਕਨੀਕਲ ਵਰਡ ਯੂਜ਼ ਨਾ ਕਰੋ। ਇੱਕ ਪਾਸੇ ਤੁਹਾਡੇ ਕੋਲ ਰਾਗ ਨੇ, 31 ਰਾਗ ਨੇ ਜਿਹੜੇ ਗੁਰੂ ਅਰਜਨ ਨੇ ਯੂਜ਼ ਕੀਤੇ ਨੇ। ਇੱਥੇ ਗੁਰੂ ਨਾਨਕ ਦੀ ਬਾਣੀ ਹੈ ਜਿਹੜੀ 974 ਹੈ, 974 ਉਹਨਾਂ ਦੇ ਸ਼ਬਦ ਨੇ। ਗੁਰੂ ਅਰਜਨ ਨੇ ਇਹ ਸ਼ਬਦ ਇਹਨਾਂ ਰਾਗਾਂ ਵਿੱਚ ਪਰੋਣੇ ਨੇ। ਇਹ ਸ਼ਬਦ ਕਿਹੜੇ ਕਿਹੜੇ ਰਾਗ ਵਿੱਚ ਜ਼ਿਆਦਾ ਮੈਲੋਡੀ ਦੇ ਨਾਲ ਪੜ੍ਹੇ ਜਾ ਸਕਦੇ ਨੇ? ਸੋ ਗੁਰੂ ਅਰਜਨ ਨੇ ਇਹਨਾਂ 31 ਰਾਗਾਂ ਵਿੱਚੋਂ 19 ਰਾਗ ਚੁਣੇ ਨੇ, ਜਿਹਦੇ ਵਿੱਚ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ 974 ਕੰਪੋਜੀਸ਼ਨਾਂ ਫਿੱਟ ਕੀਤੀ। ਸੋ ਇਟ ਇਜ਼ ਗੁਰੂ ਅਰਜਨ ਫਾਈਨਲ। ਈਵਨ ਮੋਹਨ ਪੋਥੀਆ ਵਿੱਚ ਵੀ ਹੋਇਆ, ਕੁਝ ਰਾਗ ਫਿੱਟ ਹੋਏ ਨੇ, ਬਟ ਫਾਈਨਲ ਫਿਕਸੇਸ਼ਨ। ਫॉर ਐਗਜ਼ਾਮਪਲ ਕੋਈ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਐਗਜ਼ਾਮਪਲ ਨਾ ਲਾਓ,
ਉਂਝ ਇੱਕ ਰਾਗ ਮਾਲਾ ਹੈ, ਇੱਕ ਜਨਰਲ ਰਾਗ ਨੇ, ਤੁਸੀਂ ਇੱਕ ਕਵਿਤਾ ਲਿਖਦੇ ਹੋ ਔਰ ਕਿਸੇ ਮਿਊਜ਼ੀਸ਼ੀਅਨ ਕੋਲ ਲੈ ਜਾਂਦੇ ਹੋ, ਤੁਸੀਂ ਉਹਨੂੰ ਕਹਿੰਦੇ ਹੋ ਕਿ ਮੈਂ ਇੱਕ ਲਿਰਿਕ ਲਿਖਿਆ ਤੇ ਜਰਾ ਇਹਦੇ ਤੇ ਕੋਈ ਟਿਊਨ ਬਣਾ ਦਿਓ, ਤੇ ਉਹ ਤੁਹਾਡੀ ਕੰਪੋਜੀਸ਼ਨ ਦੇਖਦਾ, ਕਹਿੰਦਾ ਇਹ ਹਾਂ ਮੇਰੇ ਖਿਆਲ ਇਹ ਰਾਗ ਮਲਹਾਰ 'ਚ ਬੜੀ ਅੱਛੀ ਗਾਈ ਜਾ ਸਕੇਗੀ। ਸੋ that means he fixes your composition in ਰਾਗ ਮਲਹਾਰ। ਇਹ ਗੁਰੂ ਅਰਜਨ ਵਾਸਤੇ ਬਹੁਤ ਵੱਡਾ ਟਾਸਕ ਸੀ ਕਿ ਅਬਾਊਟ 6000 5000 ਸਮਥਿੰਗ ਕੰਪੋਜੀਸ਼ਨਾਂ ਨੂੰ 31 ਰਾਗਾਂ ਦੇ ਵਿੱਚ ਫਿਕਸ ਕਰਨਾ, ਕਿਹੜੀ ਕੰਪੋਜੀਸ਼ਨ ਕਿਹੜੇ ਰਾਗ ਵਿੱਚ ਅੱਛੀ ਤਰ੍ਹਾਂ ਗਾਈ ਜਾ ਸਕਦੀ ਹੈ। ਸੋ ਇਸ ਤਰ੍ਹਾਂ ਤੁਸੀਂ ਸਮਝਾ ਸਕਦੇ ਹੋ, ਕੰਪੋਜੀਸ਼ਨਸ ਵਰ देयर, ਰਾਗਸ ਵਰ देयर। ਇਟ ਵਾਸ ਗੁਰੂ ਅਰਜਨ ਕੈਲਾਸ਼ ਜੀ ਜੋ ਦੇਖ ਰਹੇ ਨੇ, ਜੋ ਸਮਝ ਰਹੇ ਨੇ, ਜੋ ਡਿਸੀਜਨ ਲੈ ਰਹੇ ਨੇ, ਇੱਕ ਇੱਕ ਸ਼ਬਦ ਗੁਰੂ ਨਾਨਕ ਦਾ ਕਿਹੜੇ ਕਿਹੜੇ ਰਾਗ ਵਿੱਚ ਜ਼ਿਆਦਾ ਮੈਲੋਡੀ ਦੇ ਨਾਲ ਗਾਇਆ ਜਾ ਸਕਦਾ। ਠੀਕ ਹੈ, ਇਜ਼ ਇਟ ਕਲੀਅਰ ਗੁਰਦੀਪ? ਇੱਕ ਮਿੰਟ ਭਾਈ ਸਾਹਿਬ, ਗੁਰੂ ਨਾਨਕ ਦੇਵ ਜੀ ਨੇ ਆਪਣੇ ਆਪ ਨਹੀਂ ਸੀ ਕਿਤੇ ਰਾਗਾਂ ਵਿੱਚ, ਮੈਂ ਕਿਤੇ ਪੜ੍ਹਿਆ ਹੈ। ਮੈਂ ਤਾਂ ਕਿਹਾ ਗੁਰੂ ਨਾਨਕ ਸਾਹਿਬ ਮਿਲੇ ਵੀ ਹੋਏ ਨੇ। ਹਾਂਜੀ, ਫਾਈਨਲ ਸੈਟਿੰਗ ਗੁਰੂ ਅਰਜਨ ਦੇਵ ਜੀ ਹੈ, ਕਿਉਂਕਿ ਬਹੁਤ ਪੋਥੀਆਂ ਦੇ ਵਿੱਚ ਵੀ ਰਾਗਾਂ ਦਾ ਜ਼ਿਕਰ ਆਇਆ। ਹਾਂਜੀ, ਹੁਣ ਇਹਦੇ ਵਿੱਚ ਕਿਉਂਕਿ ਸ਼ਬਦ ਬਹੁਤ ਥੋੜੇ ਨੇ, 2 ਪਦੇ ਦੇ ਵੀ ਨੇ, 3 ਪਦੇ ਦੇ ਵੀ ਨੇ, 4 ਪਦੇ ਦੇ ਵੀ ਨੇ। 11 ਸ਼ਬਦ 2 ਪਦੇ ਦੇ ਨੇ, 3 ਪਦੇ ਦਾ ਇੱਕ ਸ਼ਬਦ ਹੈ, 7 ਸ਼ਬਦ 4 ਪਦੇ ਦੇ ਨੇ। ਔਰ ਗੁਰੂ ਰਾਮਦਾਸ ਜੀ ਦੇ 9 ਸ਼ਬਦ ਨੇ ਤੇ 10 ਸ਼ਬਦ ਗੁਰੂ ਅਰਜਨ ਦੇ ਨੇ, 19 ਹੋ ਗਏ, ਤੇ 6 ਅਸ਼ਟਪਦੀਆਂ ਨੇ, ਇਹ ਸਾਰੀਆਂ ਗੁਰੂ ਰਾਮਦਾਸ ਜੀ ਨੇ। ਸੋ ਅਸੀਂ ਹੁਣ ਸ਼ਬਦ ਲੈਂਦੇ ਹਾਂ ਔਰ ਜਿੱਥੇ ਵੀ ਤੁਸੀਂ ਅਟਕ ਜਾਓਗੇ ਇਹ ਫਿਰ ਅਸੀਂ ਵਜ਼ੀਰ ਸਿੰਘ ਜੀ ਨੂੰ ਦੇ ਦਿਆਂਗੇ ਇਹਦੀ ਟ੍ਰਾਂਸਲੇਸ਼ਨ ਕਰਨੀ। ਕੌਣ ਵॉलंटियर ਕਰਦਾ ਹੈ ਟੂ ਸਟਾਰਟ? ਗੁਰਦੀਪ, ਚਲੋ। ਮੇਰੇ ਮਨ, ਇਹ ਹੈ ਰਾਗ ਨਟ ਨਾਰਾਇਣ ਦਾ, ਇਹ ਸ਼ਬਦ ਹੈ, ਇਹ ਪੇਜ 975 ਗੁਰੂ ਗ੍ਰੰਥ ਸਾਹਿਬ ਵਿੱਚ, ਗੁਰੂ ਗ੍ਰੰਥ ਸਾਹਿਬ ਵਿੱਚ ਪੇਜ 975 ਤੇ ਹੈ। ਅੱਛਾ, ਇਸ ਸ਼ਬਦ ਦੇ ਵਿੱਚ 6 ਕੁ ਔਖੇ ਵਰਡ ਨੇ। ਪਹਿਲਾ ਵਰਡ ਤੁਹਾਨੂੰ ਦੱਸਦੇ ਹਾਂ। ਇੱਕ ਵਰਡ ਆਏਗਾ ਐਨਿਸ, ਐਨਿਸ, ਜਿਹਦਾ ਟ੍ਰਾਂਸਲੇਸ਼ਨ ਕੀਤਾ ਗਿਆ ਦਿਨ ਰਾਤ ਜਾਂ ਹਮੇਸ਼ਾ। ਇੱਕ ਹੈ ਪਰ ਹਰ, ਜਿਹਦਾ ਮਤਲਬ ਹੈ ਥਰੋ ਅਵੇ। ਇੱਕ ਵਰਡ ਹੈ ਖਰੇ, ਖਾਰੇ ਜਾਂ ਖਰੇ, ਉਹ ਖਰੇ, ਇਹ ਖਰੀ ਚੀਜ਼ ਹੈ, ਇਹਦਾ ਮਤਲਬ ਚੰਗੇ। ਇੱਕ ਵਰਡ ਹੈ ਕਿਲ ਵਿਖ, ਇਹ ਬੜੀ ਵਾਰੀ ਆਇਆ, ਇਹ ਤੁਹਾਨੂੰ ਸਾਰਿਆਂ ਨੂੰ ਪਤਾ, ਪਾਪ। ਇੱਕ ਵਰਡ ਹੈ ਨਿੱਕਰ, ਨਿਕਲ ਜਾਣਾ। ਇੱਕ ਵਰਡ ਹੈ ਆਸਾਦ, ਉਹਦਾ ਮਤਲਬ ਹੈ ਸਰੀਰ। ਸ਼ਬਦ 2 ਦੇ ਵਿੱਚ ਇੱਕੋ ਹੀ ਵਰਡ ਔਖਾ ਹੈ ਗੋਪਾਲ, ਉਹ ਤੁਹਾਨੂੰ ਪਤਾ ਹੀ ਹੈ, ਦੁਨੀਆ ਦਾ ਮਾਲਕ। ਸ਼ਬਦ ਤੀਸਰੇ ਵਿੱਚ ਇੱਕ ਵਰਡ ਆਉਂਦਾ ਬਿਨ ਸੇ, डिस्ट्रॉय होना, विपरीत की रीत, रॉन्ग वे। कीत, करना। सीत, सीना, प्राणा। शिव, पुनीत, पवित्र। हाँ जी गुरदीप। मेरे मन जप एनएस नाम हरे, एनएस इज ऑलवेज। कहते मेरे मान तू अपना, तू महाराज का नाम तू हमेशा लिया कर, डे एंड नाइट यू प्रेज द ऑलमाइटी। कोट कोट दुख भोग इन्ने सब पर पास हरे। तू ਜਿਹੜੇ ਪਾਪ ਕੀਤੇ ਹੋਏ ਆ ਉਹ ਸਾਰੇ ਜਿੱਦਾਂ ਮਿਟ ਜਾਓਗੇ, ਬਖਸ਼ ਹੋ ਜਾਓਗੇ, ਤੂੰ ਜ਼ਿੰਦਗੀ ਨਾ ਤੂੰ ਡਿਸਟਰੋਏ ਕਰ ਜਾ, ਆਪਣੀ दूर हो जाएंगे। हाँ जी, जप जप तुसी करे जाओ हरि गुरदेव जी, हर हर नाम जपे आराधे, सेवक पाए खरे। ਵੀ ਮਹਾਰਾਜ ਦਾ ਨਾਮ ਜਪ ਕੇ ਵੀ ਉਹਦਾ ਪਾਠ ਪੂਜਾ ਕਰਕੇ ਸੇਵਾ ਕਰਕੇ ਜਿਹੜੇ ਬੰਦਾ ਸਰੀਰ ਸ਼ੁੱਧ ਹੋ ਜਾਂਦਾ ਹੈ, ਖਰਾ ਬਣ ਜਾਂਦਾ ਹੈ। किल बिख दोख गए सब निकर, जो पानी मैल हरे। ਜਿਹੜੇ ਪਾਪ ਕੀਤੇ ਸਾਰੇ ਕਹਿੰਦੇ ਵੀ ਉਹ ਬਖਸ਼ ਹੋ ਜਾਓਗੇ, ਜਿੱਦਾਂ ਮਾਰੇ ਬਖਸ਼ ਦਊਗਾ ਉਹਦੀ ਸੇਵਾ ਕਰਕੇ। ਜੇ ਪਾਣੀ ਵਿੱਚ ਮੈਲ ਖੁਰ ਜਾਂਦੀ ਆ ਤੇ ਇਹਦੇ ਤਰੀਕੇ ਨਾਲ ਪਾਪ ਸਾਰੇ ਖੁਰ ਜਾਣੇ ਆ। नवतेज खिन खिन नर नारायण गावे, मुख बोले नर नर हरे। पंच दोख असाध नगर में, एक खिन पल दूर करे। ਇੱਥੇ ਕਹਿੰਦੇ ਨੇ ਕਿ ਉਹ ਜਿਹੜਾ ਉਹ ਜੋ ਜੀਵ ਹੈ
ਜੋ ਹਮੇਸ਼ਾ ਪਰਮਾਤਮਾ ਦੇ ਹਰ ਪਲ ਉਸ ਦੇ ਗੁਣ ਗਾਉਂਦਾ ਹੈ, ਹਰ ਪਲ ਉਸ ਦੇ ਗੁਣ ਗਾਉਂਦਾ ਹੈ, ਉਸ ਦਾ ਨਾਮ ਵੀ ਜਪਦਾ ਹੈ ਹਰ ਪਲ। ਫਿਰ ਦੂਜੀ ਲਾਈਨ ਦੇ ਵਿੱਚ ਕਹਿੰਦੇ ਨੇ ਕਿ ਇੱਕ ਖਿੰਡ ਦੇ ਵਿੱਚ ਉਹ ਪਰਮਾਤਮਾ ਉਹਦੇ ਸਾਰੇ ਜੋ 5 ਜੋ ਉਹਦੇ ਰੋਗ ਨੇ ਉਸ ਦੀ ਸਰੀਰ ਦੇ ਵਿੱਚ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਉਹ ਸਾਰੇ ਵਾਹਿਗੁਰੂ ਉਹਦੇ ਜਿਹੜੇ ਇਹ 5 ਰੋਗ ਨੇ ਉਹ ਕੱਢ ਦਿੰਦਾ ਹੈ। ਮਹਿੰਦਰ, ਵਡ ਭਾਗੀ ਹਰ ਨਾਮ ਤੇ ਆਵੇ, ਹਰ ਕੇ ਭਗਤ ਹਰੇ। ਉਹ ਚੰਗੇ ਭਾਗਾਂ ਵਾਲੇ ਹਨ ਜਿਹੜੇ ਉਸ ਦਾ ਨਾਮ ਲਿਆਉਂਦੇ ਹਨ। ਤਿਨ ਕੀ ਸੰਗਤ ਦਿਓ ਪ੍ਰਭ ਜਾਚੋ, ਮੈਂ ਮੂੜ ਮੁਕਤ ਨਿਸਤਰੇ। ਉਹ ਜਿਹੜੇ ਉਹਨਾਂ ਦੀ ਸੰਗਤ ਕਰਦੇ ਹਨ, ਉਹਨਾਂ ਦੇ ਨਾਲ ਰਹਿੰਦੇ ਹਨ, ਤੇ ਉਹ ਸਾਰੇ ਮੁਕਤ, ਉਹ ਸਾਰੇ ਆਪਣੇ ਉਹ ਭਾਵੇਂ ਕਿੰਨੇ ਮੂਰਖ ਹੋਣ, ਭਾਵੇਂ ਕਿੰਨੇ ਜਿਹੜਾ ਮੂੜ ਤੇ ਮੁਗਧ ਬਹੁਤ ਮੂਰਖ ਤੇ ਮੂਰਖ ਜੋ ਵੀ ਕੋਈ ਹੈ, ਉਹ ਸਾਰੇ ਉਤਰ ਜਾਂਦੇ ਨੇ, ਉਹ ਸਾਰੇ ਬਾਹਰ ਉਤਰ ਜਾਂਦੇ ਨੇ। ਕੈਲਾਸ਼ ਕਿਰਪਾ ਕਿਰਪਾ ਧਾਰ ਜਗ ਜੀਵਨ, ਰਖ ਲੇਵੋ ਸ਼ਰਨ ਪਰੇ। ਕਿਰਪਾ ਕਿਰਪਾ जी, you're on mute. ਸੌਰੀ। ਤੇ हे परमात्मा ਮੇਰੇ ਤੇ ਦਇਆ ਕਰੋ ਤੇ ਮੈਨੂੰ, ਮੈਂ ਤਾਂ ਤੁਹਾਡੇ ਕੋਲੋਂ ਮਤਲਬ ਮੈਨੂੰ ਤੁਸੀਂ ਬਚਾ ਲਓ ਤੇ ਮੈਨੂੰ ਮੈਂ ਅਣਜਾਣ ਹੈ ਤੇ ਮੈਂ ਅਨਪੜ੍ਹ ਹੈ, ਪਰ ਮੈਨੂੰ ਤੁਹਾਡੀ ਸ਼ਰਨ ਦੇ ਵਿੱਚ ਆ ਕੇ ਮੈਂ ਜੋ ਤੁਸੀਂ ਕਹਿ ਰਹੇ ਹੋ ਵਡ ਭਾਗੀ ਹਰ ਨਾਮ ਤੇ ਆਵੇ, ਉਹ ਭਾਗੀ ਹੈ ਨਾ ਜਿਹੜਾ ਵਾਹਿਗੁਰੂ ਦਾ ਨਾਮ ਲੈਂਦਾ ਜਾਂਦਾ। ਹਰ ਹਾਂਜੀ, ਕੇ ਭਗਤ ਹਰੇ। Very fortunate are those who meditate on Vaheguru's name. They alone are Vaheguru's true devotee. ਹਰੇ ਹਰ ਦੇ devotee ਉਹ ਹੀ ਨੇ। ਹਾਂਜੀ। ਤਿੰਨ ਕੀ ਸੰਗਤ ਦੇ ਪ੍ਰਭ ਜਾਚੋ, ਮੈਂ ਮੂੜ ਮੁਕਤ ਨਿਸਤਰੇ। ਉਹਨਾਂ ਦੀ ਸੰਗਤ ਨਾਲ ਹੀ ਸਾਰੇ ਤਰ ਜਾਂਦੇ ਨੇ। ਕਿਰਪਾ ਕਿਰਪਾ ਧਾਰ ਜਗ ਜੀਵਨ। ਤੇ ਫਿਰ ਤੁਸੀਂ ਕਹਿੰਦੇ ਕੋ ਕਹਿੰਦੇ ਕੀ ਕਹਿੰਦੇ ਨੇ, shower me with your kind mercy and grace. ਕਿਰਪਾ ਕਿਰਪਾ ਧਾਰ ਜਗ ਜੀਵਨ, ਰੱਖ ਲਿਵੋ ਸ਼ਰਨ ਪਰੇ। ਕਿ ਆਪਣੀ ਸ਼ਰਨ ਦੇ ਵਿੱਚ ਰੱਖ ਪ੍ਰਮਾਤਮਾ, ਨਾਨਕ ਜਨ ਤੋਂ ਬੜੀ ਸਰਨਾਈ, ਹਰ ਰੱਖੋ ਲਾਜ ਹਰੇ। ਜਿਹੜੇ ਫਿਰ ਤੇਰੀ ਸੰਗਤ ਵਿੱਚ ਆ ਜਾਂਦੇ ਨੇ, ਤੇਰੀ ਸਰਨਾਈ ਵਿੱਚ ਆ ਜਾਂਦੇ ਨੇ, ਤੇਰੀ ਰਫਿਊਜ ਵਿੱਚ ਆ ਜਾਂਦੇ ਨੇ, ਤੇ ਉਹ ਮੈਨੂੰ ਉਹਨਾਂ ਦਾ ਆਨਰ ਜਿਹੜਾ, ਉਹਨਾਂ ਦੇ ਆਨਰ ਵਿੱਚ ਹੀ ਮੈਂ ਰਹਿਣਾ ਚਾਹੁੰਦਾ। ਮੈਂ ਉਹਨਾਂ ਦੀ ਸੰਗਤ ਹੀ ਕਰਨਾ ਚਾਹੁੰਦਾ ਜਿਹੜੇ ਪ੍ਰਮਾਤਮਾ ਦੇ ਨਾਮ ਦੇ ਸ਼ਰਨ ਵਿੱਚ ਰਹਿੰਦੇ ਨੇ। ਉਹਨਾਂ ਦੀ ਲਾਜ ਹੀ ਪ੍ਰਮਾਤਮਾ ਰੱਖਦਾ ਜਿਹੜੇ ਪ੍ਰਮਾਤਮਾ ਦੀ ਸ਼ਰਨ ਵਿੱਚ ਹੁੰਦੇ ਨੇ। ਹਾਂਜੀ ਦਵਿੰਦਰ, ਪੇਜ 980। ਹਾਂ, ਵਾਰ ਜਾਓ ਗੁਰ ਗੋਪਾਲ। ਹਾਂਜੀ, ਸੋ ਨੱਟ ਮਹੱਲਾ ਪੰਜਵਾਂ, ਪਹਿਲਾ ਰਾਗ ਹੈਗਾ ਨੱਟ। ਇਹ ਨੱਟ ਰਾਗ ਹੈਗਾ ਆ ਤੇ ਪੰਜਵੇਂ ਗੁਰੂ ਦਾ। ਹਾਂ ਵਾਰ ਜਾਉ ਗੁਰੂ ਗੋਪਾਲ। ਇਹ ਗੁਰੂ ਗੋਪਾਲ ਧਰਤੀ ਨੂੰ ਰੱਖਣ ਵਾਲਾ, ਪਾਲਣ ਵਾਲਾ, ਮੈਂ ਤੇ ਤੋਂ ਵਾਰ ਜਾਂਦਾ ਹਾਂ। ਰਹਾ ਉਹ ਮੋਹ ਨਿਰਗੁਣ ਤੁਮ ਪੂਰਨ ਦਾਤੇ, ਦੀਨਾ ਨਾਥ ਦਿਆਲ। ਮੈਂ ਤਾਂ, ਮੇਰੇ ਕੋਲ ਕੋਈ ਗੁਣ ਨਹੀਂ ਹੈਗੇ, ਤੁਸੀਂ ਪੂਰਨ ਦਾਤੇ ਹੋ, ਦੇਣ ਵਾਲੇ ਹੋ। ਦੀਨਾ ਨਾਥ ਦਿਆਲ, ਇਹ ਦੀਨਾ ਦੇ ਨਾਥ, ਦਿਆਲੂ ਦਾਤਾ ਤੁਸੀਂ। ਮੇਰੇ ਕੋਲ ਕੋਈ ਗੁਣ ਨਹੀਂ ਹੈਗੇ, ਤੁਸੀਂ। ਪਰਮਜੀਤ, ਉਠਤ ਬੈਠਤ ਸੋਵਤ ਜਗਤ, ਜਿਆ ਪ੍ਰਾਣ ਧਨ ਮਾਲ। ਦਰਸ਼ਨ ਪਿਆਸ ਬਹੁਤ ਮਨ ਮੇਰੇ, ਨਾਨਕ ਦਰਸ ਨਿਹਾਲ। Whether you are like sleeping, standing, or awake, and you are with me on every breath in my soul. And ਤੁਸੀਂ ਮੇਰੀ wealth ਹੈ ਨਾ, ਕਿ ਤੁਸੀਂ ਮੇਰੀ ਸਭ ਕੁਛ ਹੈ। ਦਰਸ਼ਨ ਪਿਆਸ ਬਹੁਤ ਮਨ ਮੇਰੇ, ਨਾਨਕ ਦਰਸ ਨਿਹਾਲ। ਤੁਸੀਂ ਮੇਰੇ ਮਨ ਦੇ ਵਿੱਚ ਆ, ਤੇ ਤੁਹਾਡਾ ਨਾਮ ਲਈ ਮੈਂ, ਤੁਹਾਡਾ ਨਾਮ ਤੇ ਤੁਹਾਡੇ ਨਾਮ ਲਈ ਮੈਂ ਹਮੇਸ਼ਾ ਦਰਸ਼ਨ ਪਿਆਸ ਬਹੁਤ ਮੇਰੇ, ਮੈਂ ਹਮੇਸ਼ਾ ਪ੍ਰੇ ਕਰਾਂ ਹੈ ਨਾ, ਤੇ ਮੈਨੂੰ ਤੁਹਾਡੀ ਆਡੀਅנס ਦੀ ਸਾਧ ਸੰਗਤ ਵਿੱਚ ਮੇਰੀ ਪਿਆਸ ਹੈ ਜਿਹੜੀ ਮੇਰੀ, ਉਹ ਮਿਟ ਜਾਏਗੀ ਅਗਰ ਪਰਮਾਤਮਾ ਤੋਂ ਆਪਣੇ ਦਰਸ਼ਨ ਮੈਨੂੰ ਦੇ। ਤੇ ਮੇਰੀ ਜਿਹੜੀ ਥਰਸਟ ਹੈ, ਜਿਹੜੀ ਮੇਰੀ ਪਿਆਸ ਹੈ, ਉਹ ਮੇਰੀ ਪਿਆਸ ਮਿਟ ਜਾਏਗੀ। ਪੂਰੀ। ਓਕੇ ਗੁਰਦੀਪ,
ਸ਼ਬਦ is on page 980. ਜੀ ਨਟ ਪੜਤਾਲ ਮਹਿਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਉ ਹੈ ਮੇਰੇ ਸਾਜਨ ਮੀਤ ਹਰ ਨਾਮ ਸੁਣਾਵੇ ਨੀਤ। ਕਹਿੰਦਾ ਵੇਲਾ ਵੇਲਾ ਜਿਹੜਾ ਸਾਜਨ ਮੇਰਾ ਮੀਤ ਹੈ ਜਿਹੜਾ ਉਹਦੇ ਗੁਣ ਮੈਨੂੰ ਦੱਸ ਸਕਦਾ, ਉਹਦੇ ਗੁਣ ਗਾ ਸਕਦਾ ਆ। ਹਰ ਨਾਮ ਸੁਣਾਵੇ ਨੀਤ। ਉਹਦਾ ਨਾਮ, ਉਹਦੀ ਮਹਿਮਾ, ਉਹਦੀ ਉਸਤਤ ਮੈਨੂੰ ਸੁਣਾਉਂਦਾ, ਮੈਨੂੰ ਦੱਸਦਾ ਆ। ਜਿਹੜਾ ਰੋਜ਼ ਮੈਨੂੰ ਉਹਦੇ ਨਾਂ ਦੀ ਮਹਿਮਾ ਸੁਣਾ ਸਕਦਾ ਹੈ। ਵਜ਼ੀਰ ਜੀ, ਬਿਨਸੇ ਦੁੱਖ ਵਿਪਰੀਤ ਬਿਨਸੇ ਦੁੱਖ ਵਿਪਰੀਤ, ਉਹ ਜਿਹਦੇ ਨਾਲ ਦੁੱਖ ਦੇ ਬਿਨਸ ਜਾਣ, ਦੁੱਖ ਖਤਮ ਹੋ ਜਾਣ। ਵਿਪਰੀਤ ਪੁੱਠਾ ਚੱਲਣ, ਜਿਹੜਾ ਮੈਨੂੰ ਸਿੱਧੇ ਰਸਤੇ ਪਾਵੇ, ਪੁੱਠਾ ਚੱਲਣ ਤੋਂ ਬਚਾਵੇ। ਸਭ ਅਰਪਿਓ ਮਨ ਤਨ ਚਿੱਤ, ਮੈਂ ਉਹਨੂੰ ਆਪਣਾ ਸਭ ਕੁਛ ਮਨ ਤਨ ਤੇ ਚਿੱਤ ਉਹਨੂੰ ਅਰਪਣ ਕਰਦਾ। ਮਹਿੰਦਰ, ਕੋਈ ਵਿਰਲਾ ਆਪਨ ਕੀਤ ਸੰਗ ਚਰਨ ਕਮਲ ਮਨ ਸੀਤ। ਕੋਈ ਵਿਰਲਾ ਹੀ ਉਹਦੇ ਵਿਰਲਾ ਕੋਈ ਵਿਰਲਾ ਆਦਮੀ ਉਹਦੇ ਨਾਲ ਪ੍ਰੀਤ ਕਰ ਸਕਦਾ ਹੈ। परमात्मा ਦੇ ਨਾਲ ਕੌਣ ਹੈ? परमात्मा ਦੇ ਨਾਲ ਕੌਣ ਹੈ? परमात्मा ਕਿਤੇ ਬਖਸ਼ਿਸ਼ ਕਰਦਾ ਹੈ, परमात्मा ਕਿਸੇ ਨੂੰ ਪਿਆਰ ਕਰਦਾ ਹੈ, ਉਹ ਕੋਈ ਬਿਰਲਾ ਹੀ ਹੈ। ਨਵਤੇਜ, ਕਰ ਕਿਰਪਾ ਹਰ ਜਸ ਦੇਤ। ਕਹਿੰਦੇ ਉਹ ਜੋ ਇਨਸਾਨ, ਵਿਰਲਾ ਇਨਸਾਨ ਦੀ ਗੱਲ ਕਰਦੇ ਨੇ ਕਿ ਉਹ ਤੇ ਵਾਹਿਗੁਰੂ ਕਿਰਪਾ ਕਰ ਦਿੰਦਾ ਹੈ ਤੇ ਵਾਹਿਗੁਰੂ ਉਹਨੂੰ ਆਪਣੇ ਉਹਦੀ ਜਸ ਗਾਉਣ ਦੀ ਉਹਨੂੰ ਆਪਣੇ ਬਖਸ਼ਿਸ਼ ਦਿੰਦਾ ਹੈ। ਦੇਖੋ ਨਾ, ਤੁਸੀਂ ਜਿਸ ਪੋਇਟਰੀ ਲਿਖਣੀ ਹੈ, ਵਰਡ ਹੈ ਜਾਂ ਕਰ ਕਿਰਪਾ ਹਰ ਜਸ ਦੇਤ, ਮਤਲਬ ਉਹਨੂੰ ਪ੍ਰਮਾਤਮਾ ਨੇ ਜਸ ਦਿੱਤਾ, ਦੇਤ ਮੈਨੇ ਦੇਣਾ। ਹੁਣ ਉਹ ਜਿਹੜਾ ਪ੍ਰੋਜ਼ ਵਿੱਚ ਲਿਖਦੇ ਤੇ ਉਹਨਾਂ ਨੇ ਉਹਨੂੰ ਪੋਇਟਰੀ ਵਿੱਚ ਲਿਖਤਾ, ਦੇਤ ਮੈਨੇ ਦੇਣਾ, ਉਹਨੂੰ ਹੀ ਜਸ ਮਿਲਦਾ, ਉਹਨੂੰ ਹੀ ਪ੍ਰਮਾਤਮਾ ਦੀ ਬਖਸ਼ਿਸ਼ ਮਿਲਦੀ ਹੈ। ਕੈਲਾਸ਼, ਹਰ ਭਜ ਜਨਮ ਪਦਾਰਥ ਜੀਤ। ਹਰ ਭਜ ਹਮੇਸ਼ਾ ਵਾਹਿਗੁਰੂ ਦਾ ਨਾਮ ਦਾ ਧਿਆਨ ਵਾਲੇ ਨੂੰ ਉਹਦੀ ਹਮੇਸ਼ਾ ਜੀਤ ਹੁੰਦੀ ਹੈ ਇਸ ਲਾਈਫ ਦੇ ਵਿੱਚ। ਬਿਲਕੁਲ ਠੀਕ ਹੈ। ਬਬਲੀ, ਕੋਟ ਪਤਿਤ ਹੋਏ ਪੁਨੀਤ। ਵਾਹਿਗੁਰੂ ਦੀ ਸਿਮਰਨ ਔਰ ਕੋਟ ਕੀ ਹੋਏਗਾ? ਆਰਾਧਨਾ, ਹਾਂਜੀ, ਕਰਨ ਦੁਆਰਾ ਤੁਹਾਡੇ ਪਾਪੀ ਜਿਹੜੇ ਪਾਪ ਪਵਿੱਤਰ ਹੋ ਜਾਣਗੇ। ਬਿਲਕੁਲ। ਕਈ ਹਰ ਭਜ ਜਨਮ ਪਦਾਰਥ ਜੀਤ, ਨਾਮ ਦੇ ਭਜਨ ਨਾਲ ਤੁਹਾਡੀ ਜੀਤ ਹੋਈ ਹੈ। ਤੇ ਕੋਟ ਪਤਿਤ ਹੋਏ ਪੁਨੀਤ, ਕਿੰਨੇ ਹੀ ਪਾਪੀ ਤਰ ਗਏ ਨੇ, ਪੁਨੀਤ ਹੋ ਗਏ ਨੇ। ਰਵਿੰਦਰ, ਨਾਨਕ ਦਾਸ ਬਲ ਬਲ ਕੀਤ। ਨਾਨਕ ਦਾਸ ਗੁਰੂ ਜੀ ਕਹਿੰਦੇ ਆ ਕਿ ਮੈਨੂੰ ਬਲ ਬਲ ਕਰ ਦਿੱਤਾ, ਬਲ ਬਲ ਕਰ ਦਿੱਤਾ, ਬਹੁਤ ਸਦਕੇ ਜਾਂਦਾ। ਹਾਂਜੀ, ਉਹ ਮੈਂ ਪੰਜਾਬੀ ਦਾ ਲਫ਼ਜ਼ ਪੜਿਆ। ਬੜਾ ਅੱਛਾ ਲੱਗਦਾ ਜਦੋਂ ਤੁਸੀਂ ਸਾਰੇ ਕੋਸ਼ਿਸ਼ ਕਰਦੇ ਹੋ ਕਿ ਤੁਸੀਂ ਟ੍ਰਾਂਸਲੇਟ ਕਰੋ। ਇੱਕ ਚੀਜ਼ ਤੁਸੀਂ ਦੇਖੋਗੇ ਕਿ ਹੁਣ ਅਸੀਂ 19 ਰਾਗ ਤੇ ਪਹੁੰਚੇ ਹਾਂ, ਔਰ ਜਿਉਂ ਜਿਉਂ ਹੋਰ ਅੱਗੇ ਜਾਓਗੇ, ਕਿਉਂਕਿ ਸਿਲੈਕਟਡ ਸ਼ਬਦ ਨੇ, ਤੇ ਗੁਰੂ ਸਾਹਿਬ ਦੀ ਜਿਹੜੀ ਬਾਣੀ ਹੈ, ਗੁਰੂ ਸਾਹਿਬ ਦੀ ਜਿਹੜੀ ਆਪਣੀ ਲੈਂਗੁਏਜ ਹੈ, ਤੁਸੀਂ ਦੇਖੋਗੇ ਬਹੁਤ ਵਾਰੀ ਕਿ ਜਾਂ ਇਹ ਸ਼ਬਦ ਤੇ ਅੱਖਰ ਮੈਂ ਪਹਿਲਾਂ ਪੜ੍ਹਿਆ ਸੀ ਤੇ ਉਹੀ ਹੈ। ਵਿਪਰੀਤ ਦੀ ਰੀਤ ਹੈ, ਇਹ ਪਾਪ ਦੀ ਗੱਲ ਕਰ ਰਹੇ ਨੇ, ਇਹ ਸਾਗਰ ਹੈ, ਇਸ ਸਾਗਰ ਤੋਂ ਪਾਰ ਉਤਰਨਾ ਹੈ, ਗੁਰੂ ਸਾਹਿਬ ਇਹ ਕਹਿ ਰਹੇ ਨੇ। ਸੋ ਐਟ ਦੀ ਐਂਡ ਆਫ ਦਾ ਡੇ ਅਸੀਂ ਇਹ ਕਹਾਂਗੇ ਕਿ ਜਿੰਨੇ ਵੀ ਅਸੀਂ ਸ਼ਬਦ ਪੜ੍ਹੇ ਨੇ, ਭਾਵੇਂ ਹਰਿਮੰਦਰ ਸਾਹਿਬ ਵਾਲੇ ਨੇ ਸਵੇਰ ਦੇ, ਜਿੱਥੇ ਅਸੀਂ ਕਹਿੰਦੇ ਹਾਂ ਕਿ ਪ੍ਰਮਾਤਮਾ ਸਾਨੂੰ ਆ ਕੇ ਦਰਸ਼ਨ ਦੇ, ਜਿਹੜੇ ਸ਼ਬਦ ਨੂੰ ਅਸੀਂ ਨਾਰਾਇਣ ਦੇ ਪੜ੍ਹੇ ਨੇ, ਜਾਂ ਈਵਨ ਲੱਖ ਖੁਸ਼ੀਆਂ ਪਾਤਸ਼ਾਹੀਆਂ ਦੇ ਸ਼ਬਦ ਪੜ੍ਹਦੇ ਹਾਂ, ਅਸੀਂ ਗੱਲ ਇੱਕੋ ਹੀ ਅਸੀਂ ਵਾਹਿਗੁਰੂ ਕੇ ਕਹਿ ਰਹੇ ਹਾਂ, ਇਹ ਸੱਚੇ ਪਾਤਸ਼ਾਹ ਤੂੰ ਸਾਡੇ ਤੇ ਮਿਹਰ ਕਰ, ਤੂੰ ਸਾਡੇ ਤੇ ਬਖਸ਼ਿਸ਼ ਕਰ। ਸਾਨੂੰ ਕੁਝ ਨਹੀਂ ਆਉਂਦਾ, ਉਹ ਜਿਹੜਾ ਨਹੀਂ ਜਿਸਕੇ ਸਿਰ ਉੱਪਰ ਤੂੰ स्वामी सोध को कैसा पावे, लास्ट लाइन कड़ी ਉਹਦੀ, बोल न जाने माया मद माता। लास्ट लाइन मेरे राम राय तू संता का लास्ट लाइन ਨਾਮ ਤੇ ਪੜ੍ਹਦੇ ਆਉਂਦੀ ਆਦਾ ਮੇਰੇ ਨਾਮ ਰਾਏ ਤੂੰ। ਜਿਹਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਮੈਨੂੰ ਕੁਝ ਵੀ ਨਹੀਂ ਆਉਂਦਾ,
ਸਭ ਕੁਝ ਤੇਰਾ ਤੇ ਸਭ ਕੁਝ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕੁਛ ਕਰਮ ਨਾ ਜਾਣਾ ਕਰਮ ਨਾ ਜਾਣਾ। ਤੁਸੀਂ ਸਾਰ ਨਾ ਕਹਿ ਰਹੇ ਹੋ ਜਾਣਾ ਵਾਹਿਗੁਰੂ ਨੂੰ, ਗਿਆਨ ਧਿਆਨ ਧਿਆਨ ਕਿਛ ਕਰਮ ਨਾ ਜਾਣਾ। ਨਾ ਮੇਰੇ ਕੋਲ ਕੋਈ ਗਿਆਨ ਹੈ, ਨਾ ਮੈਂ ਕੋਈ ਧਿਆਨ ਲਗਾਉਣ ਜੋਗਾ ਮੇਰੇ ਕੋਲ ਕੋਈ ਬਿਰਤੀ ਹੈ, ਸਾਰ ਨਾ ਕੋਈ ਕਰਮ ਨੇ ਮੈਨੂੰ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰਾ। ਮੈਨੂੰ ਨਹੀਂ ਪਤਾ ਕਿ ਤੂੰ ਕਿੰਨਾ ਅਜ਼ੀਮ ਹੈ, ਕਿੰਨਾ ਵੱਡਾ ਹੈ, ਤੈਨੂੰ ਮੈਂ ਪਛਾਣ ਨਹੀਂ ਸਕਦਾ, ਕਿ ਡਿਸਕ੍ਰਾਈਬ ਵੀ ਨਹੀਂ ਕਰ ਸਕਦਾ, ਸੋਚ ਵੀ ਨਹੀਂ ਸਕਦਾ। ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ। ਕੋਈ ਗੱਲ ਮੈਂ ਕਹਿ ਸਕਦਾ ਕਿ ਮੈਨੂੰ ਇਹ ਅੱਜ ਮੈਂ ਅੱਜ ਜਿਉਂਦਾ, ਅੱਜ ਮੈਂ ਇੱਥੇ ਬੈਠਾ ਹੋਇਆ, ਇਹ ਪਰਮਾਤਮਾ ਤੇਰੀ ਬਖਸ਼ਿਸ਼ ਨਾਲ ਹੈ। ਸਭ ਤੋਂ ਵੱਡਾ ਸਤਿਗੁਰੂ ਨਾਨਕ ਕਹਿ ਰਹੇ ਨੇ, ਜਿਨ ਕਲ ਰਾਖੀ ਮੇਰੀ, ਜਿਨੇ ਇਸ ਕਲਯੁਗ ਦੇ ਵਿੱਚ, ਜਿਨੇ ਮਤਲਬ ਇਸ ਪ੍ਰੋਬਲਮ ਵਿੱਚ, ਇਹਨਾਂ ਦੁੱਖਾਂ ਵਿੱਚ ਮੇਰੀ ਲਾਜ ਰੱਖੀ ਹੈ, ਮੈਨੂੰ ਬਚਾ ਕੇ ਰੱਖਿਆ, ਮੈਨੂੰ ਇਸ ਯੋਗ ਬਣਾਇਆ ਕਿ ਅੱਜ ਮੈਂ ਗੁਰੂ ਸਾਹਿਬ ਦੇ ਸ਼ਬਦਾਂ ਦੀ ਟ੍ਰਾਂਸਲੇਸ਼ਨ ਕਰ ਰਹੀ ਹਾਂ ਜਾਂ ਕਰ ਰਿਹਾ। ਇਟ ਇਜ਼ ਅ ਗ੍ਰੇਟ ਅਚੀਵਮੈਂਟ ਜੋ ਤੁਸੀਂ ਸਭ ਕੁਝ ਕਰ ਰਹੇ ਹੋ, ਰਲ ਮਿਲ ਕੇ ਕਰ ਰਹੇ ਹੋ, ਔਰ ਆਈ ਐਮ ਰੀਅਲੀ ਵੈਰੀ ਹੈਪੀ ਵਿਦ ਦੈਟ। ਇਸ ਪੁਆਇੰਟ ਦੇ ਨਾਲ ਮੈਂ ਜਿਹੜੀ ਉਹਨੂੰ ਬੰਦ ਕਰਦਾ ਹਾਂ ਰਿਕਾਰਡਿੰਗ ਨੂੰ।